ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਬਲਕਾਰ ਜੀ, ਜੀ ਸੋ ਵਪਾਰ ਬਿਜ਼ਨਸ ਇਹ ਸਭ ਜ਼ਰੂਰੀ ਹੋ ਗਿਆ ਅੱਜ ਦੇ ਮਾਹੌਲ ਦੇ ਵਿੱਚ। ਸਭ ਤੋਂ ਪਹਿਲਾਂ ਮੁੱਦੇ ਹੁੰਦੇ ਸੀ ਸਮਾਜਿਕ ਮੁੱਦੇ, ਫਿਰ ਆ ਗਏ ਰਾਜਨੀਤਿਕ ਮੁੱਦੇ, ਹੁਣ ਆਰਥਿਕ ਮੁੱਦਿਆਂ ਦੇ ਉੱਤੇ ਸਾਰੀ ਰਾਜਨੀਤੀ ਖੜੀ ਹੁੰਦੀ ਹੈ। ਸਾਰੀ ਦੁਨੀਆ ਦੇ ਵਿੱਚ ਅਰਥਚਾਰੇ ਦੀ ਗੱਲ ਹੋ ਰਹੀ ਹੈ ਔਰ ਵਾਇਰਸ 19 ਤੋਂ ਬਾਅਦ ਤੇ ਖਾਸ ਕਰਕੇ ਅਰਥਚਾਰਾ ਹੀ ਸਭ ਤੋਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਿਰ ਕੱਢ ਮਾਮਲਾ ਬਣ ਚੁੱਕਾ ਹੈ। ਤੇ ਹੁਣ ਬ੍ਰਿਟੇਨ ਭਾਰਤ ਨਾਲ ਖੁੱਲੇ ਸੱਦੇ ਤੇ ਸਾਂਝਾ ਵਪਾਰਿਕ ਸੰਬੰਧ ਕਰਨਾ ਚਾਹੁੰਦਾ ਤੇ ਇੱਕ ਮੀਟਿੰਗ ਰੱਖਣਾ ਚਾਹੁੰਦਾ ਕਿ ਕਿੱਦਾਂ ਨਵੇਂ ਪੈਕੇਜ ਸਾਈਨ ਕੀਤੇ ਜਾ ਸਕਦੇ ਨੇ ਔਰ ਦੋਵੇਂ ਦੇਸ਼ ਮਿਲ ਕੇ ਬ੍ਰਿਟੇਨ ਤੇ ਭਾਰਤ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਨੇ। ਵੈਸੇ ਬ੍ਰਿਟੇਨ ਤਾਂ ਸਾਡਾ ਪੁਰਾਣਾ ਸਾਥੀ ਹੈ, 190 ਸਾਲ ਸਾਡੇ ਤੇ ਰਾਜ ਕੀਤਾ ਉਹਨੇ। ਹੁਣ ਅਸੀਂ ਰਾਜ ਕਰ ਰਹੇ ਉੱਤੇ। ਇਹ ਰਿਸ਼ੀ ਸੁਨਕ ਆ ਗਏ ਨੇ। ਰਿਸ਼ੀ ਸੁਨਕ ਜੀ ਨੇ ਹੁਣੇ ਬਿਆਨ ਦਿੱਤਾ ਔਰ ਇਸ ਐਲਾਨਨਾਮੇ ਵਿੱਚ ਉਹਨਾਂ ਨੇ ਆਪਣੇ ਮੰਤਰੀ ਮੰਡਲ ਦੀ ਬਹੁਤ ਵੱਡੀ ਮੀਟਿੰਗ ਵੀ ਲਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਨੂੰ ਸੱਦਾ ਵੀ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਦੁਵੱਲੇ ਸਬੰਧਾਂ ਦੇ ਵਿੱਚ ਸਭ ਤੋਂ ਵੱਡੀ ਤਰਜੀਹ ਜਿਹੜੀ ਹੈਗੀ ਆ ਇਹ ਅਸੀਂ ਵਪਾਰਕ ਜਿਹੜਾ ਓਪਨ ਤੇ ਸਾਂਝਾ ਵਪਾਰ ਹੋਊਗਾ ਉਹਦੇ ਲਈ ਅਸੀਂ ਉਹਨਾਂ ਨੂੰ ਦਾਵਤ ਦੇ ਰਹੇ ਹਾਂ ਔਰ ਖ਼ਾਸ ਤੌਰ 'ਤੇ ਕੋਈ ਸਿਆਸੀ ਗੱਲ ਜਾਂ ਸਿਆਸੀ ਮਸਲਾ ਨਹੀਂ ਕੋਈ ਚਰਚਾ ਦਾ ਵਿਸ਼ਾ ਹੋਊਗਾ। ਅਸੀਂ ਜ਼ਿਆਦਾ ਫੋਕਸ ਇਹ 'ਤੇ ਕਰਾਂਗੇ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਹਿੰਦੁਸਤਾਨ ਨਾਲ ਇਸ ਤਰ੍ਹਾਂ ਦਾ ਕੰਮ ਕਰੀਏ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹ ਬਿਲੋਂਗ ਹੀ ਇੰਡੀਆ ਨੂੰ ਕਰਦੇ ਆ। ਔਰ ਉਹਨਾਂ ਨੇ ਵਿੱਚ ਹਾਸੇ ਮਜ਼ਾਕ 'ਚ ਵੀ ਕਿਹਾ ਕਿ ਮੇਰੀ ਮਦਰ ਵੀ ਇੱਥੇ ਆ ਰਹੇ ਆ ਔਰ ਅਸੀਂ ਚਾਹੁੰਦੇ ਹਾਂ ਕਿ ਜਦੋਂ ਮੋਦੀ ਸਾਹਿਬ ਆਉਂਦੇ ਆ ਅਸੀਂ ਮਿਲ ਕੇ ਉਹਨਾਂ ਦਾ ਸਤਿਕਾਰ ਕਰੀਏ, ਕਿਉਂਕਿ ਉਹਨਾਂ ਦੀ ਮਦਰ ਇੱਥੇ ਇੰਡੀਆ 'ਚ ਰਹਿ ਰਹੇ ਸੀਗੇ। ਔਰ ਹੁਣ ਉਹਨਾਂ ਦੀ ਜਿਹੜੀ ਹੰਗਾਮੀ ਮੀਟਿੰਗ ਹੋਈ ਆ ਮੰਤਰੀ ਮੰਡਲ ਦੀ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ 3-4 ਮੁੱਦੇ ਰੱਖੇ ਆ ਕਿ ਜਿਹਦੇ ਵਿੱਚ ਇੱਕ ਤਾਂ ਉਹਨਾਂ ਨੇ ਇਹ ਕਿਹਾ ਹੈਗਾ ਕਿ ਸਾਡੀ ਐਜੂਕੇਸ਼ਨ ਜਿਹੜੀ ਹੈਗੀ ਹੈ ਵੈਸੇ ਹਾਇਰ ਐਜੂਕੇਸ਼ਨ ਗਿਣੀ ਗਈ ਆ ਉਦੋਂ ਇੰਡੀਆ ਦੇ ਲੋਕ ਬਹੁਤ ਇੱਥੇ ਪੜ੍ਹੇ ਆ। ਆਕਸਫੋਰਡ ਯੂਨੀਵਰਸਿਟੀਆਂ ਤੋਂ ਹੋਰ ਇਹਦੇ ਨਾਲ ਦੀਆਂ ਯੂਨੀਵਰਸਿਟੀਆਂ ਨੇ। ਡਾਕਟਰ ਮਨਮੋਹਨ ਸਿੰਘ ਵੀ ਉੱਥੋਂ ਦੇ ਪੜ੍ਹੇ ਆ, ਇੰਦਰਾ ਗਾਂਧੀ ਵੀ ਉੱਥੋਂ ਦੀ ਪੜ੍ਹੀ ਆ ਔਰ ਜਵਾਹਰ ਲਾਲ ਨਹਿਰੂ ਤਕਰੀਬਨ ਸਾਰੇ ਉੱਥੋਂ ਪੜ੍ਹ ਕੇ ਆਏ ਸੀਗੇ। ਇੱਕ ਜ਼ਮਾਨਾ ਸੀ ਜਦੋਂ ਉਸ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਤੇ ਹੁਣ ਜ਼ਮਾਨਾ ਆ ਗਿਆ ਕੈਨੇਡਾ ਦਾ। ਤੇ ਇਸ ਕਰਕੇ ਇਹਨਾਂ ਨੇ ਕਿਹਾ ਇੱਕ ਤਾਂ ਦਵੱਲੀ ਸਾਂਝ ਜਿਹੜੀ ਅਸੀਂ ਐਜੂਕੇਸ਼ਨ ਨੂੰ ਫਿਰ ਦੁਬਾਰਾ ਉਸੇ ਨਵੇਂ ਸਿਰਿਓਂ ਉੱਥੇ ਲਿਆਉਣਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਕਿ ਕੁਝ ਮੁੰਡੇ ਅਜੇ ਉਨੀ ਤਰਜੀਹ ਉਨੀ ਪਹਿਲ ਕਦਮੀ ਨਹੀਂ ਦੇ ਰਹੇ ਆਪਣੇ ਬ੍ਰਿਟੇਨ ਨੂੰ, ਉੱਥੇ ਪੜ੍ਹਾਈ ਲਈ ਘੱਟ ਜਾ ਰਹੇ ਆ। ਇਸ ਕਰਕੇ ਨਹੀਂ ਜਾ ਰਹੇ ਕਿ ਉੱਥੇ ਜਿਹੜੀ ਹੈ PR ਲੈਣੀ ਔਖੀ ਹੈ। PR ਦੀ ਵੀ ਇੱਕ ਪਿੱਛੇ ਮਨਸ਼ਾ ਹੁੰਦਾ ਬੱਚਿਆਂ ਦਾ ਕਿ ਅਸੀਂ ਖਾਸ ਤੌਰ 'ਤੇ ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਸ ਬਣ ਜਾਈਏ ਔਰ ਉਹ ਵੀ ਇਹ ਕਹਿੰਦੇ ਕਿ ਅਸੀਂ ਥੋੜ੍ਹਾ ਜਿਹਾ ਖੁੱਲ੍ਹਾ ਕਰ ਦਾਂਗੇ ਕੰਮ। ਉਹਨਾਂ ਇਮੀਗ੍ਰੇਸ਼ਨ ਮਿਨਿਸਟਰ ਨਾਲ ਵੀ ਮੀਟਿੰਗ ਕੀਤੀ ਆ। ਇਹ ਗੱਲ ਹੁੰਦੀ ਹੈ ਕਿ ਇਹ ਉਹ ਮੂਲ ਤੌਰ 'ਤੇ ਭਾਰਤੀ ਨੇ ਔਰ ਉਹਨਾਂ ਦਾ ਇਹ ਸਭ ਤੋਂ ਵੱਡਾ ਖਿਆਲ ਹੈਗਾ ਕਿ ਅਸੀਂ ਇੰਡੀਆ ਨਾਲ ਉੱਦਾਂ ਦੇ ਸੰਬੰਧ ਬਣਾਈਏ ਜਿਹੜੇ ਚਿਰਜੀਵ ਪਹਿਲਾਂ ਵੀ ਰਹੇ ਆ। ਹੁਣ ਤਾਂ ਉਹਨਾਂ ਕੋਲ ਕਮਾਂਡ ਹੈ, ਹੁਣ ਉਹਨਾਂ ਕੋਲ ਸਾਰਾ ਹੈਗਾ ਕੰਮ ਬਿਜ਼ਨਸ ਦਾ ਵੀ ਤੇ ਬਾਕੀ ਵੀ। ਔਰ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੇ ਸਾਰੇ ਪੋਰਟਫੋਲੀਓ ਦੇ ਮੰਤਰੀ ਬੁਲਾ ਕੇ ਇਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਥੋੜ੍ਹੀ ਜਿਹੀ ਤਵੱਜੋ ਦਿਓ ਔਰ ਉਹਦੇ ਵਿੱਚ ਵਿਦੇਸ਼ ਮੰਤਰੀ ਦੋਨੋਂ ਮੰਤਰੀ ਆਪਣੇ ਬੈਠ ਰਹੇ ਨੇ ਉੱਥੇ। ਉਹਨਾਂ ਨਾਲ ਜੈ ਸ਼ੰਕਰ ਜੀ ਵੀ ਗੱਲ ਕਰਨਗੇ ਆਪਣੇ, ਉਹਨਾਂ ਦੇ ਵੀ ਵਿਦੇਸ਼ ਮੰਤਰੀ ਆ ਔਰ ਖਾਸ ਤੌਰ 'ਤੇ ਜਿਹੜੀ ਵਿਦੇਸ਼ ਨੀਤੀ ਆ ਉਹਦੇ 'ਤੇ ਵੀ ਉਹਨਾਂ ਨੇ ਚਰਚਾ ਕੀਤੀ ਹੈ ਕਿ ਸਾਡੇ ਸੰਬੰਧ ਉਹਨਾਂ ਨਾਲ ਬਿਲਕੁਲ ਬੜੇ ਨਿੱਘੇ ਨੇ ਔਰ ਹੁਣ ਤੋਂ ਲੈ ਕੇ ਪਿਛਲੇ ਜਿਹੜੇ 40-50 ਸਾਲ ਪਹਿਲੋਂ ਦੇ ਉਹਨਾਂ ਵਿੱਚ ਵੀ ਸਾਡੇ ਨਾਲ ਕੋਈ ਇੱਦਾਂ ਦੀ ਤਲਖੀ ਨਹੀਂ ਇੰਡੀਆ ਨਾਲ। ਅਤੇ ਕਿਉਂ ਨਾ ਅਸੀਂ ਇਸ ਪਾਸੇ ਵੱਲ ਵਧੀਏ ਅਤੇ ਅਸੀਂ ਬਿਜ਼ਨਸ ਨੂੰ ਦੁਬਾਰਾ ਜਿਹੜਾ ਉਸ ਖਿੱਤੇ ਦਾ ਉਹ ਬਿਜ਼ਨਸ ਇੱਥੇ ਲਈਏ ਅਤੇ ਸਾਡਾ ਬਿਜ਼ਨਸ ਉੱਧਰ ਜਾਵੇ। ਕੁਝ ਚੀਜ਼ਾਂ ਇੰਗਲੈਂਡ 'ਚ ਵੀ ਬਹੁਤ ਅੱਛੀਆਂ, ਕੁਝ ਇੰਡੀਆ 'ਚ ਜ਼ਿਆਦਾ ਹੈ। ਬਹੁਤ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਨੇ ਉਹਦੇ ਨਾਲ ਨਿਰਯਾਤ ਹੋ ਜੇ, ਜਿਹਦੇ ਵਿੱਚ ਕੋਈ ਚੀਜ਼ਾਂ ਲਈਏ ਕੁਝ ਦਈਏ, ਇਸ ਤਰ੍ਹਾਂ ਦੀ ਗੱਲ ਹੋਵੇ ਅਤੇ ਇਹਦੇ ਨਾਲ ਸੰਬੰਧ ਵੀ ਚੋਖੇ ਅਤੇ ਵਧੀਆ ਬਣਨ। ਜਿਸ ਤਰ੍ਹਾਂ ਅਫਗਾਨਿਸਤਾਨ ਨਾਲ ਸਾਡਾ ਡਰਾਈ ਫਰੂਟ ਦਾ ਰਿਹਾ, ਹੋਰ ਸਮਾਨ ਜਿਹੜਾ ਉੱਧਰੋਂ ਆਉਂਦਾ ਰਿਹਾ ਵਾ ਵਾਇਆ ਪਾਕਿਸਤਾਨ। ਪਰ ਜਦੋਂ ਇਹ ਰੌਲਾ ਪੈ ਗਿਆ ਅਮਰੀਕਾ ਦਾ ਅਤੇ ਇਹਦੇ ਵਿੱਚ ਤਾਲਿਬਾਨ ਤਾਂ ਉਦੋਂ ਫਿਰ ਇਹ ਸਾਰਾ ਕੁਝ ਬੰਦ ਹੋ ਗਿਆ ਔਰ ਡਰਾਈ ਫਰੂਟ ਘੱਟ ਗਿਆ ਇੱਥੇ ਆਉਣਾ। ਫਰੂਟ ਵੀ ਬਹੁਤ ਆਉਂਦਾ ਸੀਗਾ ਔਰ ਉੱਥੋਂ ਦੇ ਅੰਗੂਰ ਬੜੇ ਮਿੱਠੇ ਆ ਔਰ ਸੌਗੀ ਔਰ ਬੜਾ ਮੇਵੇ ਮਨੱਕੇ ਬੜਾ ਕੁਝ ਚੀਜ਼ਾਂ ਜਿਹੜੀਆਂ ਉੱਧਰੋਂ ਆਉਂਦੀਆਂ। ਹਰ ਦੇਸ਼ ਜਿਹੜਾ ਸਮਰੱਥ ਨਹੀਂ ਹੁੰਦਾ ਕਿ ਹਰ ਚੀਜ਼ ਜਿਹੜੀ ਉਹ ਉੱਥੇ ਪੈਦਾ ਕਰ ਸਕੇ। ਹੁਣ ਅਫਗਾਨਿਸਤਾਨ ਅਤੇ ਉੱਧਰੋਂ ਜਿਹੜੇ ਆ ਕਸ਼ਮੀਰ ਵੱਲੋਂ ਸੇਬ ਬਹੁਤ ਆਉਂਦੇ ਆ। ਪੰਜਾਬ 'ਚ ਸੇਬ ਇੰਨਾ ਨਹੀਂ ਹੁੰਦਾ, ਬਦਾਮ ਨਹੀਂ ਹੁੰਦਾ ਇੱਥੇ ਔਰ ਇੱਦਾਂ ਦੀਆਂ ਚੀਜ਼ਾਂ ਨੂੰ ਅੱਗੇ ਉਹ ਰੱਖ ਕੇ ਇਹ ਮੰਤਵ ਰੱਖ ਕੇ ਰਿਸ਼ੀ ਸੁਨਕ ਜੀ ਨੇ ਇਹ ਗੱਲ ਕੀਤੀ। ਗੱਲ ਤਾਂ ਵਧੀਆ ਹੈ, ਉਹਦੇ ਨਾਲ ਜਿਹੜੇ ਸਾਡੇ ਨੌਜਵਾਨ ਨੇ ਇੱਕ ਤਾਂ ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਦੂਜਾ ਜਿਹੜਾ ਹੈਗਾ ਸੰਬੰਧ ਜਿਹੜੇ ਸਖਾਵੇਂ ਬਣ ਗਏ, ਤੀਜਾ ਜਿਹੜਾ ਹੈਗਾ ਕਿ ਚੀਜ਼ਾਂ ਸਸਤੀਆਂ ਹੋਣਗੀਆਂ। ਹੁਣ ਜੇ ਆਪਾਂ ਉਸ ਦਿਨ ਗੱਲ ਕੀਤੀ ਟਮਾਟਰ ਹੀ 100 ਤੋਂ ਉੱਪਰ ਚਲੇ ਗਿਆ ਔਰ ਉਹ ਤੋਂ ਬਾਅਦ ਪਿਆਜ਼ ਬਾਕੀ ਚੀਜ਼ਾਂ ਜਿਹੜੀਆਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਜਾਂ ਘਰੇਲੂ ਕਿਚਨ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਉਹ ਹੀ ਬਹੁਤ ਮਹਿੰਗੀਆਂ ਹੋ ਗਈਆਂ। ਦੱਸੋ ਟਮਾਟਰ ਜਿਹੜੇ ਹੈਗੇ ਕਿਤੇ ਸ਼੍ਰੀਲੰਕਾ ਤੋਂ ਆਉਣੇ ਆ, ਟਮਾਟਰ ਤਾਂ ਇੱਥੇ ਉਗਾਏ ਜਾਂਦੇ ਆ ਔਰ ਸਾਡੇ ਜਿਹੜੇ ਕਿਸਾਨ ਨੇ ਇਹਨਾਂ ਵੱਲ ਧਿਆਨ ਘੱਟ ਦਿੰਦੇ ਸਬਜ਼ੀਆਂ ਵੱਲ।
ਜੇ ਤੁਸੀਂ ਸਬਜ਼ੀਆਂ ਜਿਹੜੀਆਂ ਰੋਜ਼ ਕੈਸ਼ ਕ੍ਰੌਪ ਜਿਹੜੀ ਤੁਸੀਂ ਕਹਿੰਦੇ ਜੋ ਉਹਦਾ ਘੱਟ ਖਿਆਲ ਕਰਦੇ ਆ, ਔਰ ਬਾਕੀ ਜਿਹੜੀਆਂ ਹੈਗੀਆਂ ਝੋਨਾ ਤੇ ਕਣਕ, ਉਹਦੇ 'ਚ ਹੁਣ ਝੋਨਾ ਵਾਹੋ ਦਾ ਹੀ ਲੱਗਾ ਪਿਆ ਪੂਰੇ ਜ਼ੋਰਾਂ ਨਾਲ, ਪਾਣੀ ਧਰਤੀ ਦੇ ਥੱਲੇ ਹੈ ਨਹੀਂ ਤੇ ਸਾਰਾ ਕੁਝ ਹੈਗਾ। ਇਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਵੀ ਕੁਝ ਨਾ ਕੁਝ ਨਿਪਟਾਰਾ ਹੋਊਗਾ ਜੋ ਇਹ ਬਿਜ਼ਨਸ ਦੇ ਓਪਨ ਬਿਜ਼ਨਸ ਕਰ ਲਈ ਕਿਹਾ। ਦੇਖੋ ਗੱਲ ਇਹ ਹੈ ਕਿ ਪਹਿਲੀ ਗੱਲ, ਰਿਸ਼ੀ ਸੁਨਕ ਭਾਰਤੀ ਮੂਲ ਦੇ ਜ਼ਰੂਰ ਨੇ ਪਰ ਉਹ ਬ੍ਰਿਟਿਸ਼ ਨੇ, ਉਹ ਭਾਰਤੀ ਨਹੀਂ ਹੈਗੇ, ਉਹ ਅੰਗਰੇਜ਼ ਨੇ। ਉਹਨਾਂ ਨੇ ਜੋ ਕਰਨਾ ਹੈ ਬ੍ਰਿਟੇਨ ਦੇ ਫਾਇਦੇ ਵਾਸਤੇ ਕਰਨਾ ਹੈ, ਕਿਉਂਕਿ ਖੁਦ ਵੀ ਉਹ ਇਕਨੋਮਿਕਸ ਦੀ ਬੈਕਗ੍ਰਾਉਂਡ ਤੋਂ ਨੇ, ਉਹਨਾਂ ਦੀ ਪੜ੍ਹਾਈ ਲਿਖਾਈ ਸਾਰੀ, ਇਸ ਕਰਕੇ ਇਕਨੋਮੀ ਦੇ ਉੱਤੇ ਜ਼ੋਰ ਦੇਣਾ ਉਹਨਾਂ ਦਾ ਖਾਸ ਜ਼ਿੰਮੇਵਾਰੀ ਵੀ ਹੈ, ਸ਼ੌਕ ਵੀ ਹੈ, ਕਿਉਂਕਿ ਸ਼ੁਰੂ ਤੋਂ ਉਹ ਮਿਨਿਸਟਰੀ ਦੇ ਵਿੱਚ ਰਹੇ ਨੇ ਔਰ ਫਾਈਨੈਂਸ ਨੂੰ ਹੀ ਕੰਟਰੋਲ ਕਰਦੇ ਰਹੇ ਨੇ। ਇਸ ਕਰਕੇ ਆਰਥਿਕ ਨੀਤੀ ਦੇ ਉੱਤੇ ਉਹਨਾਂ ਦੀ ਪਕੜ ਜ਼ਰੂਰੀ ਤੌਰ ਤੇ ਬੜੀ ਮਜ਼ਬੂਤ ਹੈ। ਸੋ ਆਪਾਂ ਦੂਜੀ ਗੱਲ ਕੀਤੀ ਹੈ ਕਿ ਅੱਜ ਕੱਲ੍ਹ ਕੈਨੇਡਾ ਦਾ ਦੌਰ ਹੈ। ਦੇਖੋ ਉਸ ਵਕਤ ਜਦੋਂ ਪੁਰਾਣਾ ਸਮਾਂ ਸੀ ਉਦੋਂ ਅਸੀਂ ਗੁਲਾਮ ਸੀਗੇ, ਕਾਨੂੰਨ ਦੇ ਨਾਂ ਦੇ ਉੱਤੇ ਬ੍ਰਿਟਿਸ਼ ਸਾਡੇ ਨਾਲ ਬਹੁਤ ਕੁਝ ਵਧੀਕੀਆਂ ਕਰਦੇ ਸੀ ਭਾਰਤ ਦੇ ਵਿੱਚ। ਇਸ ਕਰਕੇ ਇੱਥੋਂ ਦੀ ਇੰਟੈਲੈਕਚੁਅਲ ਕਲਾਸ ਨੇ ਇਹ ਸੋਚਿਆ ਕਿ ਅਸੀਂ ਜਾ ਕੇ ਇੰਗਲੈਂਡ ਪੜ੍ਹੀਏ, ਉੱਥੇ ਜਾ ਕੇ ਜਾਣੀਏ ਤਾਂ ਸਹੀ ਕਿ ਉੱਥੋਂ ਦਾ ਕਾਨੂੰਨ ਹੈ ਕੀ ਹੈ ਜਿਹੜਾ ਇਹ ਭਾਰਤ ਦੇ ਉੱਤੇ ਥੋਪਦੇ ਨੇ। ਤੇ ਉਹਨਾਂ ਨੇ ਜਾ ਕੇ ਦੇਖਿਆ ਕਿ ਇੰਗਲੈਂਡ ਦੇ ਵਿੱਚ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਕਾਨੂੰਨ ਦੇ ਨਾਂ ਦੇ ਉੱਤੇ ਉੱਥੇ ਜਿਵੇਂ ਕਮਾਂਡਮੈਂਟਸ ਨੇ, 10 ਤਰ੍ਹਾਂ ਦੇ ਇਨਸਟਰਕਸ਼ਨਸ ਹੋਣਗੀਆਂ, 20 ਤਰ੍ਹਾਂ ਦੀਆਂ ਇਨਸਟਰਕਸ਼ਨਸ ਹੋਣਗੀਆਂ, ਕੋਈ ਇਦਾਂ ਦਾ ਰਿਟਨ ਕਨਸਟੀਟਿਊਸ਼ਨ ਨਹੀਂ ਹੈ। ਇਸ ਕਰਕੇ ਸਾਡੇ ਉੱਤੇ ਤਸ਼ੱਦਦ ਕਰਦੇ ਨੇ, ਆਪਣੇ ਆਪ ਕਾਨੂੰਨ ਬਣਾਉਂਦੇ ਨੇ, ਆਪਣੇ ਆਪ ਕਾਨੂੰਨ ਤੋੜਦੇ ਨੇ। ਸਾਨੂੰ ਗੁਲਾਮ ਕਿਵੇਂ ਰੱਖਣਾ, ਇਸ ਦੇ ਉੱਤੇ ਉਹਨਾਂ ਨੇ ਤਵੱਜੋ ਦਿੱਤੀ ਕਿ ਇਹ ਹੈ ਬ੍ਰਿਟਿਸ਼ਰਸ ਦੀ ਪਾਲਿਸੀ, ਡਿਵਾਈਡ ਐਂਡ ਰੂਲ। ਉਸ ਤੋਂ ਬਾਅਦ ਫਿਰ ਆਜ਼ਾਦੀ ਦਾ ਝੰਡਾ ਬੁਲੰਦ ਹੋਇਆ ਕਿ ਇਹ ਝੂਠ ਬੋਲਦੇ ਨੇ, ਉਹ ਕਾਨੂੰਨ ਨਹੀਂ ਹੈ ਜਿਹੜਾ ਇਹ ਬ੍ਰਿਟੇਨ ਦੇ ਵਿੱਚ ਹੈ, ਉਹ ਸੇਮ ਲਾਗੂ ਨਹੀਂ ਕਰਦੇ ਇੰਡੀਆ ਦੇ ਵਿੱਚ। ਇਹ ਸਾਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ, ਸਾਡੇ ਆਪਣੇ ਨਹੀਂ, ਬੇਗਾਨੇ ਨੇ, ਇਹਨਾਂ ਨੂੰ ਇੱਕ ਨਾ ਇੱਕ ਦਿਨ ਸਾਡਾ ਘਰ ਛੱਡ ਕੇ ਜਾਣਾ ਪਏਗਾ। ਨਹੀਂ, ਇਹ ਇੱਥੇ ਮੈਂ ਇਸ ਗੱਲ ਤੇ ਮੈਂ ਗੱਲ ਦਾ ਇਜ਼ਾਫਾ ਹੋਰ ਕਰੂੰਗਾ। ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ ਕੀ ਹੋਇਆ। ਇਸ ਵੇਲੇ ਜਿਹੜਾ ਕੈਨੇਡਾ ਅਜੇ ਵੀ ਹਾਇਰ ਐਜੂਕੇਸ਼ਨ ਲਈ ਉੱਥੇ ਨਹੀਂ ਹੈਗਾ ਜਿੱਥੇ ਇੰਗਲੈਂਡ ਹੈਗਾ। ਜਿੱਦੇ ਵੀ ਆ ਮੇਰੀ ਗੱਲ ਸੁਣੋ, ਜਿਹਦੇ ਵਿੱਚ ਜੋ ਕਿਤਾਬਾਂ ਰਚੀਆਂ, ਜੋ ਸਿਲੇਬਸ ਅਜੇ ਤੱਕ ਪੜ੍ਹ ਰਿਹਾ ਐਮਏ ਇੰਗਲਿਸ਼ ਦੇ ਵਿੱਚ, ਇਹ ਕਿੱਥੋਂ ਕੈਨੇਡਾ ਦਾ ਹੈਗਾ। ਇਹ ਸਾਰਾ ਜਿਹੜਾ ਆਕਸਫੋਰਡ ਯੂਨੀਵਰਸਿਟੀ ਸ਼ੈਕਸਪੀਅਰ ਪੜ੍ਹਿਆ ਜਾਂਦਾ, ਵਰਡਵਰਥ ਪੜ੍ਹਿਆ ਜਾਂਦਾ, ਪੀਬੀ ਸ਼ੈਲੇ ਪੜ੍ਹਿਆ ਜਾਂਦਾ ਹੈਗਾ। ਇਹ ਉਦੋਂ ਕਾਨੂੰਨ ਦੀ ਜਾਂਚ ਲਈ ਨਹੀਂ ਸੀ ਗਏ, ਲੋਕ ਪੜ੍ਹਦੇ ਸੀਗੇ। ਇੰਡੀਆ 'ਚ ਸਟੱਡੀ ਇੰਨੀ ਨਹੀਂ ਸੀ ਹੈਗੀ, ਅਸੀਂ ਵੇਦਾਂ ਤੇ ਗ੍ਰੰਥਾਂ ਦੀ ਪੜ੍ਹਾਈ ਦੇ ਮਗਰ ਲੱਗੇ ਸੀਗੇ। ਉਦੋਂ ਉਹ ਸੀਗਾ ਲੋਕਾਂ ਨੂੰ ਪੜ੍ਹਨ ਦਾ ਸ਼ੌਕ ਸੀਗਾ। ਪ੍ਰਤਾਪ ਸਿੰਘ ਕੈਰੋਂ ਪੜ੍ਹ ਕੇ ਕਿਉਂ ਉੱਥੋਂ ਆਇਆ, ਸਾਰਾ ਕੁਝ ਹੈਗਾ। ਕਾਨੂੰਨ ਜਾਣਨ ਲਈ ਨਹੀਂ ਗਏ ਤੁਸੀਂ, ਪਹਿਲਾਂ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕਰੋ। ਇਤਿਹਾਸ ਦੀ ਗੱਲ ਕਰ ਰਿਹਾ ਮੈਂ, ਉੱਥੇ ਹੀ ਆ ਰਿਹਾ। ਹਾਂ, ਜਿਨ੍ਹਾਂ ਨੇ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ, ਪੰਡਿਤ ਨਹਿਰੂ, ਉਹਨਾਂ ਨੇ ਲਾਅ ਕੀਤਾ। ਮਹਾਤਮਾ ਗਾਂਧੀ ਲਾਅ ਕਰਕੇ ਆਏ। ਜਿਹੜੇ ਵੀ ਸਾਰੇ ਨੇ ਲੋਕ, ਗਾਂਧੀ ਉੱਥੇ ਇੰਗਲੈਂਡ ਨਹੀਂ ਗਏ, ਉਹ ਤਾਂ ਅਫਰੀਕਾ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਸੀਗੀ, ਉੱਥੋਂ ਪੜ੍ਹ ਕੇ ਆਏ। ਅਫਰੀਕਾ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਸੀ, ਇੰਗਲੈਂਡ ਤੋਂ ਹੀ ਪੜ੍ਹੀ ਹੈ ਉਹਨਾਂ ਨੇ, ਉੱਥੋਂ ਦੇ ਹੀ ਲਾਅ ਸਕੂਲ ਤੋਂ ਪੜ੍ਹੇ ਹੋਏ ਨੇ। ਉਸ ਤੋਂ ਇਲਾਵਾ ਡਾਕਟਰ ਭੀਮ ਰਾਓ ਅੰਬੇਦਕਰ, ਉਹ ਵੀ ਉੱਥੇ ਗਏ। ਮਤਲਬ ਇਹਨਾਂ ਨੇ ਤਮਾਮ ਤਰ੍ਹਾਂ ਦੀ ਸਟੱਡੀ ਕੀਤੀ। ਔਰ ਅੱਜ ਵੀ ਇੰਗਲੈਂਡ ਦੇ ਵਿੱਚ 1000 ਸਾਲ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਦਾ ਐਡਾ ਲੰਬਾ ਇਤਿਹਾਸ ਹੈ। ਹੁਣ ਕੈਨੇਡਾ ਦੀ ਗੱਲ, ਸਾਡਾ ਜਿਹੜਾ ਮਿਆਰ ਹੈ ਬਦਲਿਆ ਹੈ। ਕਿਸੇ ਵਕਤ ਅਸੀਂ ਐਜੂਕੇਸ਼ਨ ਵਾਸਤੇ ਜਾਂਦੇ ਸੀ, ਅੱਜ ਅਸੀਂ ਲੇਬਰ ਵਾਸਤੇ ਜਾਂਦੇ ਹਾਂ। ਉਹੀ ਕਿਹਾ, ਲੇਬਰ ਜਾਂ ਪੀਆਰ ਲੈਂਡ ਜਾ, ਉੱਥੇ ਜਾ ਕੇ ਪੜ੍ਹਨ ਲਈ ਨਹੀਂ ਜਾ ਰਹੇ। ਐਜੂਕੇਸ਼ਨ ਜਿਹੜੀ ਹੈ ਉਹ ਇੰਗਲੈਂਡ ਦਾ ਹੈ, ਕੈਨੇਡਾ 'ਚ ਅਸੀਂ ਪੀਆਰ ਲੈਂਦੇ ਹਾਂ, ਲੇਬਰ ਕਰਦੇ ਹਾਂ। ਸੋ ਇਹ ਫਰਕ ਹੈ, ਟ੍ਰੈਂਡ ਹੋਰ ਹੋ ਗਿਆ। ਪਰ ਅਸੀਂ ਉੱਥੇ ਕਿਉਂ ਨਹੀਂ ਆ ਰਹੇ ਜਿੱਥੇ ਬਿਜ਼ਨਸ ਦੀ ਗੱਲ ਹੈਗੀ ਹੈ। ਬਿਜ਼ਨਸ ਦੀ ਗੱਲ ਹੈਗੀ ਆ। ਸੁਨਕ ਜਿਹੜੇ ਹੈਗੇ ਆ ਮੂਲ ਤੌਰ ਤੇ ਭਾਰਤੀ ਮੂਲ ਦੇ ਹੈਗੇ ਆ, ਕਾਨੂੰਨ ਤਾਂ ਉਹਨਾਂ ਨੂੰ ਪਤਾ ਹੈਗਾ। ਜਿਹੜਾ ਵੀ ਹੈਗਾ ਆਪਣਾ ਦੇਸ਼ ਆਪਣਾ ਹੁੰਦਾ, ਜੋ ਵੀ ਹੈਗਾ ਉਹਨਾਂ ਕਿਉਂ ਦੇਸ਼ ਬਾਕੀ ਛੱਡ ਕੇ 195 ਦੇਸ਼ ਛੱਡ ਕੇ ਇੰਡੀਆ ਦੀ ਕਿਉਂ ਗੱਲ ਕੀਤੀ, ਇਸੇ ਕਰਕੇ ਕੀਤੀ ਆ ਵੀ ਭਾਰਤੀ ਮੂਲ ਦੇ ਹੈਗੇ ਨੇ ਵਸਨੀਕ। ਉਹਨਾਂ ਨੇ ਕਿਹਾ, ਉਹਨਾਂ ਆਪਣੀ ਮਾਂ ਦਾ ਨਾਂ ਲਿਆ ਹੈਗਾ ਜਦੋਂ ਬੁਲਾਇਆ ਗਿਆ ਹੈਗਾ। ਇਹਦੇ ਵਿੱਚ ਖਾਸ ਤੌਰ ਤੇ ਤਵੱਜੋ ਉਹਨਾਂ ਨੇ ਇਹ ਦਿੱਤੀ ਹੈਗੀ ਕਿ ਅਸੀਂ ਖਾਸ ਤੌਰ ਤੇ ਇੱਕ ਓਪਨ ਜਿਹੜਾ ਹੈਗਾ ਕੰਮ ਕਰਾਂਗੇ। ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜਾ ਪੀਆਰ ਲੈਣ ਦੇ ਲਈ ਤਾਂ ਨਹੀਂ ਬੱਚੇ ਜਿਹੜੇ ਆਉਣਗੇ ਜਾਂ ਨਹੀਂ ਆਉਂਦੇ, ਪਰ ਅਸੀਂ ਬਿਜ਼ਨਸ ਦੀ ਗੱਲ ਕਰਦੇ ਹਾਂ। ਬਿਜ਼ਨਸ ਨਾਲ ਜਿਹੜੀ ਗੱਲ ਅਸੀਂ ਦੂਜੇ ਪਾਸੇ ਲਿਜਾ ਰਹੇ ਹਾਂ। ਪੜ੍ਹਾਈ ਲਈ ਤਾਂ ਗੱਲ ਇੱਥੇ ਆਈ ਨਹੀਂ, ਗੱਲ ਬਿਜ਼ਨਸ ਦੀ ਹੈਗੀ ਹੈ। ਬਿਜ਼ਨਸ ਦੇ ਵਿੱਚ ਬਹੁਤ ਲੋਕ ਸ਼ਾਮਲ ਹੋ ਸਕਦੇ ਆ, ਬਿਜ਼ਨਸਮੈਨ ਜਿਹੜੇ ਹੈਗੇ ਆ, ਕਿਉਂਕਿ ਪੰਜਾਬ ਵਿੱਚ ਲੁਧਿਆਣਾ ਸਭ ਤੋਂ ਵੱਡਾ ਬਿਜ਼ਨਸ ਤੇ ਆਟੋ ਦਾ ਸੀਗਾ ਕੰਮ। ਜਦੋਂ ਬਾਦਲ ਸਰਕਾਰ ਆਈ ਉਦੋਂ ਸਾਰਾ ਕੂਚ ਹੋ ਗਿਆ ਔਰ ਇਹ ਸਾਰਾ ਕੁਝ ਪੰਜਾਬ ਚੱਕ ਕੇ ਹਰਿਆਣਾ ਤੇ ਹਿਮਾਚਲ ਚਲੇ ਗਿਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਜਿਹੜੀ ਪੰਜਾਬ ਵੀ ਹਰ ਚੀਜ਼ ਤੇ ਅੱਗੇ ਰਹਿੰਦਾ, ਲੜਾਈ ਲਈ ਵੀ ਰਹਿੰਦਾ ਅੱਗੇ, ਬਿਜ਼ਨਸ ਲਈ ਵੀ ਅੱਗੇ ਰਹਿੰਦਾ, ਮਿਹਨਤ ਲਈ ਵੀ ਅੱਗੇ ਰਹਿੰਦਾ। ਇਹ ਸਾਰੀ ਚੀਜ਼ਾਂ ਨੂੰ ਸੁਨਕ ਸਾਹਿਬ ਨੇ ਇਹ ਗੱਲ ਨੂੰ ਕੀਤਾ ਹੈਗਾ। ਖਾਸ ਤੌਰ ਤੇ ਅੱਜ ਅਖਬਾਰਾਂ ਦੀ ਹੈਡਲਾਈਨ ਹੈ ਔਰ ਜੀ ਬਕਾਇਦਾ ਉਹਨਾਂ ਦੀ ਤਵੱਜੋ ਹਾਈ ਹੈ ਇਹਦੇ ਵਿੱਚ, ਤੇ ਇਸ ਕਰਕੇ ਉਹਨਾਂ ਨੇ ਇਹ ਐਲਾਨਨਾਮਾ ਕੀਤਾ। ਐਕਚੁਅਲੀ ਇਨਵੈਸਟਰਸ ਪਹਿਲਾਂ ਆਉਣਗੇ, ਉਹ ਘੋਖਣਗੇ ਕਿ ਕਿੱਥੇ ਇਨਵੈਸਟਮੈਂਟ ਕਰ ਸਕਦੇ ਆ, ਜਾਂ ਫਿਰ ਜੋ ਇੰਡੀਆ ਦੇ ਬ੍ਰੇਨ ਨੇ, ਕਰੀਮ ਹੈ, ਉਹਨਾਂ ਨੂੰ ਉਹ ਇੰਗਲੈਂਡ ਲੈ ਕੇ ਜਾਂਦੇ ਨੇ। ਐਕਚੁਅਲੀ ਇਹ ਇੱਕ ਅਨਾਉਂਸਮੈਂਟ ਹੈ, ਉਸ ਤੋਂ ਬਾਅਦ ਸਾਰੀ ਸਟ੍ਰੈਟਜੀ ਬਣਨੀ ਹੈ, ਐਨਾਲਿਸਿਸ ਹੋਣੀ ਹੈ। ਮੈਂ ਅੱਜ ਨਹੀਂ ਕਿਹਾ ਕਿ ਅੱਜ ਹੀ ਸਾਰਾ ਕੁਝ ਹੋ ਰਿਹਾ ਹੈ, ਤਾਂ ਸਰਵੇ ਹੁੰਦਾ, ਸਰਵੇ ਹੋਊਗਾ ਸਾਰਾ ਕੁਝ। ਆਪਾਂ ਅਗਲੇ ਮੁੱਦੇ ਤੇ ਚੱਲੀਏ। ਜਦੋਂ ਆਪਾਂ ਅਖਬਾਰ ਪੜ੍ਹਦੇ ਸਾਰਾ ਕੁਝ ਕਰਦੇ ਹਾਂ, ਸਾਨੂੰ ਉਹ 'ਚੋਂ ਪਤਾ ਲੱਗਦਾ ਹੈਗਾ ਕਿ ਜਿਹੜੀ ਇੰਗਲੈਂਡ ਦੀ ਜਿਹੜੀ ਨੀਤੀ ਹੈ ਇਸ ਵੇਲੇ ਬਿਲਕੁਲ ਵਧੀਆ ਨੀਤੀ ਹੈ। ਅਸੀਂ ਕੰਪੈਰੀਟਿਵਲੀ ਉਹ ਦੇਖ ਰਹੇ ਹਾਂ।
ਜਿਹੜੇ ਅੰਗਰੇਜ਼ ਬੈਠੇ ਹੋਣਗੇ ਉਹ ਤਵੱਜੋ ਨਹੀਂ ਦੇਣਗੇ। ਇਹ ਤਵੱਜੋ ਇਸ ਕਰਕੇ ਦਿੱਤਾ ਇਹਨਾਂ ਨੇ, ਤਦ ਕਰਕੇ ਸੈਂਟਰਲਾਈਜ਼ ਕੀਤਾ ਕਿ ਸਾਡਾ ਦੇਸ਼ ਹੈ, ਮੇਰੇ ਲੋਕ ਨੇ, ਉਹ ਆਉਣਾ ਚਾਹੁੰਦੇ ਆ ਤੇ ਆਉਣ। ਕਿਉਂ ਇਹਨਾਂ ਨੂੰ ਕੋਈ ਝੋਲੀਆਂ ਭਰ ਕੇ ਵੰਡਣ ਤੇ ਲੱਗਾ? ਬਿਜ਼ਨਸ ਦੀ ਗੱਲ ਹੈਗੀ। ਬਿਜ਼ਨਸ ਤੇ ਜਰਮਨ ਨਾਲ ਵੀ ਸਾਡਾ ਹੋ ਰਿਹਾ, ਅਮਰੀਕਾ ਵੀ ਕਹਿੰਦਾ ਹੈਗਾ। ਇਸ ਗੱਲ ਦੀ ਗੱਲ ਹੈਗਾ ਕਿ ਇਹ ਹੋ ਸਕਦਾ ਉਹਨਾਂ ਨੂੰ ਉਸ ਰੀਸ ਵਾਲੇ ਪਾਸੇ ਲੱਗਾ। ਇੱਥੇ ਆਏਗਾ ਕਿ ਦੋਨਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਕੀ ਹੋ ਸਕਦੀ ਹੈ। ਇੰਡੀਆ ਦਾ ਵੀ ਫਾਇਦਾ ਹੋਵੇ, ਬ੍ਰਿਟੇਨ ਦਾ ਵੀ ਫਾਇਦਾ ਇਹੀ ਗੱਲ, ਇਹੀ ਦੋਨਾਂ ਦੇ ਫਾਇਦੇ ਉੱਤੇ ਹੋਏਗਾ। ਅੱਗੇ ਆਪਾਂ ਚੱਲੀਏ। ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਕੇਸ ਨੇ ਇਸ ਵਕਤ ਭਾਰਤ ਦੇ ਵਿੱਚ, ਕਿਉਂਕਿ ਪੈਂਡਿੰਗ ਕੇਸਿਸ ਬਹੁਤ ਜ਼ਿਆਦਾ ਹੋ ਗਏ ਨੇ। ਲੋਅਰ ਕੋਰਟਸ ਦੇ ਵਿੱਚ ਬਹੁਤ ਨੇ, ਡਿਸਟ੍ਰਿਕਟ ਕੋਰਟਸ ਦੇ ਵਿੱਚ ਬਹੁਤ ਨੇ, ਹਾਈ ਕੋਰਟਸ ਦੇ ਵਿੱਚ ਬਹੁਤ ਨੇ, ਔਰ ਸੁਪਰੀਮ ਕੋਰਟ ਦੇ ਵਿੱਚ ਵੀ ਬਹੁਤ ਨੇ। ਇੱਥੋਂ ਤੱਕ ਕਿ ਅੱਧੀ ਰਾਤ ਤੱਕ ਕੰਮ ਹੁੰਦਾ ਹੈ। ਛੁੱਟੀਆਂ ਤੇ ਵੀ ਜਾਂਦੇ ਨੇ, ਫਿਰ ਵੀ ਛੁੱਟੀਆਂ ਦੇ ਵਿੱਚ ਵੀ ਸਪੈਸ਼ਲ ਕੋਰਟਸ ਖੁੱਲ੍ਹਦੀਆਂ ਨੇ, ਤਾਂ ਵੀ ਕੇਸਾਂ ਦਾ ਨਿਪਟਾਰਾ ਨਹੀਂ ਹੋ ਰਿਹਾ। ਹੁਣ ਇਹਦੇ ਵਾਸਤੇ ਕੀ ਪਾਲਿਸੀ ਹੋਵੇ, ਕਿਉਂਕਿ ਕੇਸ ਇਹ ਜ਼ਿਆਦਾ ਤਾਂ ਵੱਧ ਜਾਂਦੇ ਨੇ ਕਿਉਂਕਿ ਸੋਸ਼ਲ ਲਾਈਫ ਦੇ ਵਿੱਚ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ। ਲੋਕੀ ਸਮਝਦੇ ਨੇ ਕਿ ਸਾਨੂੰ ਜਸਟਿਸ ਨਹੀਂ ਮਿਲ ਰਿਹਾ, ਔਰ ਜਿਹੜੇ ਕਾਨੂੰਨਦਾਨ ਬੈਠੇ ਨੇ, ਜਦੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਡਿਸਕਸ਼ਨਸ ਹੁੰਦੀਆਂ ਨੇ, ਉੱਥੇ ਵੀ ਕਈ ਵਾਰ ਕਿਹਾ ਜਾਂਦਾ ਕਿ ਹੈਲਦੀ ਡਿਸਕਸ਼ਨਸ ਨਹੀਂ ਹੁੰਦੀਆਂ। ਕਈ ਵਾਰ ਓਪੋਜੀਸ਼ਨ ਜਿਹੜੀ ਹੈ ਵਾਕਆਊਟ ਕਰ ਜਾਂਦੀ ਹੈ, ਤਕਰੀਬਨ ਉਹ ਚੀਜ਼ਾਂ ਨਹੀਂ ਡਿਸਕਸ ਹੁੰਦੀਆਂ ਜੋ ਹੋਣੀਆਂ ਚਾਹੀਦੀਆਂ ਨੇ। ਤਾਂ ਕੁੱਲ ਮਿਲਾ ਕੇ ਜੁਡੀਸ਼ਰੀ ਦੇ ਉੱਤੇ ਵੇਟ ਵੱਧ ਜਾਂਦਾ ਹੈ। ਹੁਣ ਇਹ ਜੁਡੀਸ਼ਰੀ ਕਿੱਦਾਂ ਇਸ ਚੀਜ਼ ਨੂੰ ਘਟਾਵੇ, ਜਿਹੜੇ ਪੈਂਡਿੰਗ ਕੇਸਿਸ ਨੇ, ਤਾਂ ਕਿ ਸਭ ਨੂੰ ਟਾਈਮ ਨਾਲ ਮਿਲ ਸਕੇ ਇਨਸਾਫ, ਇਹਦੇ ਉੱਤੇ ਪ੍ਰਕਿਰਿਆ ਚੱਲਦੀ ਪਈ ਹੈ। ਐਕਚੁਅਲੀ ਦੇਸ਼ ਬਹੁਤ ਵੱਡਾ ਸਾਡਾ ਹੈਗਾ, ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ, ਦੇਸ਼ ਧਰੋਹ ਦੇ ਕੇਸ ਵੀ ਬਹੁਤ ਹੋ ਰਹੇ ਆ, ਉਹਦੇ ਵਿੱਚ ਕ੍ਰਾਈਮ ਬਹੁਤ ਹੋ ਰਿਹਾ ਔਰ ਲੁੱਟ ਖਸੁੱਟ ਵੀ ਬਹੁਤ ਹੋ ਰਹੀ ਆ। ਇਸ ਕਰਕੇ ਜੁਡੀਸ਼ਰੀ ਜਿਹੜੀ ਉਹ ਉਹਨਾਂ ਨੂੰ ਫੇਸ ਕਰਨਾ ਔਖਾ ਹੋ ਰਿਹਾ, ਕਿਉਂਕਿ ਜੱਜ ਤਾਂ ਉਨੇ ਹੀ ਰਹਿਣਗੇ, ਉਹਨਾਂ ਹੀ ਉਹਨਾਂ ਦਾ ਜੁਡੀਸ਼ਰੀ ਦਾ ਕੋਰਮ ਬਣੇਗਾ। ਉਹਦੇ ਵਿੱਚ ਉਹਨਾਂ ਨੂੰ ਕੇਸਾਂ ਨੂੰ ਜਿਹੜਾ ਹੈਗਾ ਉਹ ਇੱਕ ਤਾਂ ਤਰਜੀਹ ਉਹਨਾਂ ਨੂੰ ਦਿੰਦੇ ਜਿਹੜੇ ਬਿਲਕੁਲ ਸੀਰੀਅਸ ਕੇਸ ਹੁੰਦੇ ਆ, ਉਹਨਾਂ ਨਾਲ ਉਹ ਜਿਹੜਾ ਉਹਨੂੰ ਜੁਡੀਸ਼ਰੀ ਬਣਾ ਕੇ ਉਹਨਾਂ ਦਾ ਡਿਸੀਜਨ ਦੇ ਦਿੰਦੀ। ਕੁਝ ਕੇਸ ਹੁੰਦੇ ਜਿਹੜੇ ਫੌਜਦਾਰੀ ਦੇ ਗਏ, ਜਿਹੜੀ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਲੱਗਦੀਆਂ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਚੱਲਣਾ ਪੈਂਦਾ ਹੈਗਾ। ਉਹਦੇ ਵਿੱਚ ਇਹਨਾਂ ਨੇ ਜਿਹੜੇ ਪੈਂਡਿੰਗ ਕੇਸ ਆ ਫਾਸਟ ਟਰੈਕ ਕੋਰਟ ਵੀ ਬਣਾ ਦਿੱਤੀਆਂ, ਜਿਨ੍ਹਾਂ ਨੂੰ ਬਹੁਤ ਜਲਦੀ ਨਿਪਟਾਰਾ ਕਰ ਦਿੰਦੇ ਆ। ਬਾਕੀ ਜਿਹੜੇ ਦੂਜੇ ਕੇਸ ਹੁੰਦੇ ਆ ਜਿਹੜੇ ਬਹੁਤੇ ਸੀਰੀਅਸ ਨਹੀਂ ਹੈਗੇ, ਉਹਨਾਂ ਕੇਸਾਂ ਨੂੰ ਥੋੜ੍ਹਾ ਜਿਹਾ ਪੈਂਡਿੰਗ ਵਿੱਚ ਰੱਖ ਲੈਂਦੇ ਆ। ਨਹੀਂ ਤਾਂ ਕਈਆਂ ਦੀਆਂ ਤਰੀਕਾਂ ਨਾਲ ਪਾ ਕੇ ਉਹ ਦੱਸੀ ਜਾਂਦੇ ਸਾਰਾ ਕੁਝ। ਔਰ ਉਹਦੇ ਵਿੱਚ ਇਹ ਵੀ ਚੱਕਰ ਹੈਗਾ, ਜੇ ਸੈਸ਼ਨ ਕੋਰਟ ਤੋਂ ਅੱਗੇ ਹਾਈ ਕੋਰਟ ਆ, ਜੇ ਸੈਸ਼ਨ ਕੋਰਟ 'ਚ ਨਹੀਂ ਕਿਸੇ ਨੂੰ ਇਨਸਾਫ ਮਿਲਿਆ, ਹਾਈ ਕੋਰਟ ਆ, ਹਾਈ ਕੋਰਟ ਤੋਂ ਬਾਅਦ ਫਿਰ ਸੁਪਰੀਮ ਕੋਰਟ ਹੈਗਾ। ਤਿੰਨਾਂ ਕੋਰਟਾਂ ਦੇ ਵਿੱਚ ਪੈਨਲ ਦੇ ਵਿੱਚ ਸੇਮ ਕੇਸ ਹੁੰਦੇ ਆ ਜਿਹੜੇ ਸਾਰੇ ਜਾ ਰਹੇ ਆ। ਉਹ ਹੁਣ ਉਹਨਾਂ ਕੇਸਾਂ ਦਾ ਨਿਪਟਾਰਾ ਕਰਨ ਲਈ ਜਿਹੜੀ ਹੈ ਜੁਡੀਸ਼ਰੀ ਨੂੰ ਜਾਂ ਜਿਹੜੇ ਮੈਜਿਸਟਰੇਟ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਔਖਿਆਈ ਤਾਂ ਹੁੰਦੀ ਹੈ। ਪਰ ਐਤਕੀ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਜਿਹੜੀਆਂ ਵੀ ਉਹਦੇ ਵਿੱਚ ਰਜਿਸਟਰੀਆਂ ਆ ਰਹੀਆਂ, ਜੋ ਜਾਂਚਕਾਂ ਆ ਰਹੀਆਂ, ਜਿਹਦੇ ਵਿੱਚ ਲੋਕਾਂ ਦੇ ਵਿਰੁੱਧ ਕਈ ਸ਼ਿਕਾਇਤਾਂ ਆ ਰਹੀਆਂ, ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਫਾਸਟਨੈਸ ਤਰੀਕੇ ਨਾਲ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਲਾਮਬੰਦ ਹੋ ਕੇ ਕੰਮ ਕਰਾਂਗੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਾਤ ਦਿਨ ਲੋਕ ਕੰਮ ਕਰ ਰਹੇ ਆ। ਔਰ ਉਹਦੇ ਲਿਹਾਜ਼ ਨਾਲ ਪਾਪੂਲੇਸ਼ਨ ਦੇ ਲਿਹਾਜ਼ ਨਾਲ ਸਾਰੇ ਮਹਿਕਮਿਆਂ ਦਾ ਇਸ ਵੇਲੇ ਉਹ ਜਿਹੜੇ ਪੈਂਡਿੰਗ ਕੇਸ ਪਏ ਆ, ਜਿੱਥੇ ਵੀ ਤੁਸੀਂ ਚੱਲ ਜਾਓ ਤੁਹਾਡੀਆਂ ਐਪਲੀਕੇਸ਼ਨ, ਤੁਹਾਡੀਆਂ ਫਾਈਲਾਂ ਰੁਕੀਆਂ ਪਈਆਂ ਹੁੰਦੀਆਂ। ਉਹ ਅਫਸਰ ਜਿਹੜੇ ਛੁੱਟੀ 'ਤੇ ਚੱਲ ਜਾਂਦੇ ਉਹਨਾਂ ਵੀ ਆਪਣੇ ਕੰਮ ਕਰਨੇ ਹੁੰਦੇ। ਇਸ ਕਰਕੇ ਕਈ ਚੀਜ਼ਾਂ ਜਿਹੜੀਆਂ ਪੈਂਡਿੰਗ ਹੋ ਜਾਂਦੀਆਂ, ਤਾਂ ਕਰਕੇ ਕਿ ਜਿਹੜੇ ਉਹ ਕਰਮਚਾਰੀ ਆ, ਇੱਕ ਕਰਮਚਾਰੀ ਪੈਨਲ ਹੁੰਦਾ, ਪੈਨਲ ਦੇ ਵਿੱਚ ਇੱਕ ਤੋਂ ਗਈ, ਦੂਜੇ ਕੋਲ ਗਈ, ਤੀਜੇ ਕੋਲ ਗਈ, ਐਂਡ ਤੱਕ ਜਾਂਦਿਆਂ ਉਹਨੂੰ ਟਾਈਮ ਲੱਗ ਜਾਂਦਾ। ਜਦੋਂ ਡੀਸੀ ਕੋਲ ਜਾਊਗੀ, ਡੀਸੀ ਦੇ ਨਾਲ ਜਿਸ ਚੈਨਲ 'ਚ ਫਾਰਮ ਜਾਂਦਾ ਉਸੇ ਤਰ੍ਹਾਂ ਵਾਪਸ ਆਉਂਦਾ। ਹੁਣ ਤਾਂ ਵੈਸੇ ਆਨਲਾਈਨ ਵੀ ਹੋ ਗਿਆ, ਬੜਾ ਕੁਝ ਹੈਗਾ, ਫਾਰਮ ਅਵੇਲੇਬਲ ਆਨਲਾਈਨ ਹੋ ਗਿਆ। ਔਰ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਧਾਰਾ ਆ ਗਈਆਂ ਉਹਨਾਂ 'ਤੇ ਜੋ ਨਿਪਟਾਰਾ ਹੋ ਰਿਹਾ, ਆਨਲਾਈਨ ਬੜਾ ਕੁਝ ਹੋ ਰਿਹਾ। ਪਰ ਉਹਦੇ ਵਿੱਚ ਜਿਹੜਾ ਜੁਡੀਸ਼ਰੀ ਨੇ ਕਿਹਾ ਕਿ ਆਨਲਾਈਨ ਹੀ ਲੋਕਾਂ ਨੇ ਡਿਸੀਜਨ ਲੈਣੇ ਸ਼ੁਰੂ ਕਰ ਦਿੱਤੇ, ਆਹ ਵੀ ਹੋ ਜਾਊਗਾ, ਆਹ ਵੀ ਹੋ ਰਿਹਾ, ਇੱਦਾਂ ਹੋ ਜਾਊਗਾ। ਉਹ ਥੋੜ੍ਹਾ ਜਿਹਾ ਕਨਫਲਿਕਟ ਹੁੰਦਾ ਇਹਨਾਂ ਦੇ ਜੁਡੀਸ਼ਰੀ ਦੇ ਵਿੱਚ। ਬੇਸਿਕਲੀ ਜਿਹੜੀ ਪਾਪੂਲੇਸ਼ਨ ਵਧਣ ਨਾਲ, ਭੁੱਖਮਰੀ ਵਧਣ ਨਾਲ, ਹੁਣ ਤੁਸੀਂ ਪੰਜਾਬ ਦੀ ਗੱਲ ਕਰੋਗੇ, ਪੰਜਾਬ 'ਚ ਉਹਨੇ ਕੇਸ ਨਹੀਂ ਹੋਣਗੇ ਪੈਂਡਿੰਗ ਜਿੰਨੇ ਬਿਹਾਰ, ਯੂਪੀ, ਮੱਧ ਪ੍ਰਦੇਸ਼ ਤੇ ਕਰਨਾਟਕਾ ਦੇ ਹੋਣਗੇ। ਉਹਨਾਂ ਸੂਬਿਆਂ ਵਿੱਚ ਤਸ਼ੱਦਦ ਜ਼ਿਆਦਾ ਮਹਾਂਮਾਰੀ ਹੈ ਔਰ ਬਹੁਤ ਕੁਝ ਭੁੱਖਮਰੀ ਆ, ਲੁਟੇਰੇ ਵੀ ਬਹੁਤ ਹੈਗੇ ਆ, ਦਿਨ ਦਿਹਾੜੇ ਲੁੱਟ ਲੈਂਦੇ ਲੋਕਾਂ ਨੂੰ। ਇਹ ਚੀਜ਼ਾਂ ਜਿਹੜੀਆਂ ਉੱਥੇ ਫੌਜਦਾਰੀ ਕੇਸ ਜਿਹੜੇ ਉਹ ਲੱਗਦੇ ਆ, ਇਹ ਸਾਰੀ ਜੁਡੀਸ਼ਰੀ 'ਤੇ ਹੁਣ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਉਹਦਾ ਨਿਪਟਾਰਾ ਕਰ ਰਹੀ ਹੈ। ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿ ਰਹੇ ਹੋ। ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਦੀ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਹੋ ਰਹੀ ਹੈ। ਪਾਰਟੀ ਪ੍ਰਚਾਰ ਸ਼ੁਰੂ ਹੋ ਚੁੱਕਿਆ, ਕਿਉਂਕਿ 2024 ਦੀਆਂ ਇਲੈਕਸ਼ਨਸ ਬਹੁਤ ਜ਼ਿਆਦਾ ਚੁਣੌਤੀਪੂਰਨ ਹੋਣ ਵਾਲੀਆਂ ਨੇ। ਉਧਰ ਵਿਰੋਧੀ ਧਿਰਾਂ ਵੀ ਇਕੱਠੀਆਂ ਹੋਈਆਂ ਨੇ ਸ਼੍ਰੀ ਪਟਨਾ ਸਾਹਿਬ, ਔਰ ਹੁਣ ਸ਼ਿਮਲਾ ਦੇ ਵਿੱਚ ਵੀ ਉਹਨਾਂ ਦੀ ਅਗਲੀ ਮੀਟਿੰਗ ਹੋਣੀ ਹੈ ਕਿ ਕਿੱਦਾਂ ਸਾਰਾ ਇਹ ਚੁਣੌਤੀ ਨੂੰ ਸਾਹਮਣਾ ਕਰਨ ਵਾਸਤੇ ਅਸੀਂ ਵਿਉਂਤਬੰਦੀ ਕਰੀਏ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਔਰ ਪ੍ਰਧਾਨ ਮੰਤਰੀ ਮੋਦੀ ਨੂੰ ਅਸੀਂ ਇੱਕ ਚੁਣੌਤੀ ਦੇ ਸਕੀਏ। ਕਿਉਂਕਿ ਇਹ ਤਾਂ ਸਾਰੇ ਜਾਣਦੇ ਨੇ ਕਿ ਬੀਜੇਪੀ ਨੂੰ ਇਸ ਵਕਤ ਬਹੁਤ ਮਿਹਨਤ ਕਰਨੀ ਪੈਣੀ ਹੈ, ਕੇਕ ਵਾਕ ਨਹੀਂ ਹੈ ਇਹ ਇਸ ਵਕਤ ਦੀਆਂ ਇਲੈਕਸ਼ਨਸ ਜਿੱਤਣਾ। ਹਾਂਜੀ, ਇਹ ਜਦੋਂ ਇਲੈਕਸ਼ਨ ਸ਼ੁਰੂ ਹੁੰਦੀ ਹੈ ਨਾ, ਇਲੈਕਸ਼ਨ ਦੀ ਹੁਣ ਕੰਪੇਨ ਸ਼ੁਰੂ ਹੋ ਗਈ ਹੈ। ਇਲੈਕਸ਼ਨ ਕੰਪੇਨ ਸ਼ੁਰੂ ਹੋਣ ਨਾਲ ਬੀਜੇਪੀ ਵੀ ਜਿਹੜੀ ਪੱਬਾਂ ਭਾਰ ਹੋ ਗਈ ਆ, ਉਹਦੇ ਨਾਲ ਜਿਹੜੀ ਵਿਰੋਧੀ ਪਾਰਟੀਆਂ ਉਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਸਤਰਕ ਹੋ ਗਈਆਂ। ਔਰ ਹਰ ਖੇਤਰ ਵਿੱਚ, ਹਰ ਖਿੱਤੇ ਵਿੱਚ, ਹਰ ਸੂਬੇ ਦੇ ਵਿੱਚ ਉਹਨਾਂ ਦੇ ਪੂਰੀ ਪਲੈਨਿੰਗ ਬਣ ਗਈ ਆ। ਔਰ ਉਹਦੇ ਵਿੱਚ ਇਹਨਾਂ ਨੇ ਇਹ ਕਹਿ ਦਿੱਤਾ ਕਿ ਜਿੱਥੇ
ਪ੍ਰਚਾਰਕ ਬਣਨਗੇ, ਜਿੱਥੇ ਜਿੱਥੇ ਇਹਨਾਂ ਦੀ ਮੁਹਿੰਮ ਸ਼ੁਰੂ ਹੋ ਜਾਣੀ ਆ, ਉਹਨਾਂ ਨੂੰ ਦੇਸ਼ ਨੂੰ ਬੀਜੇਪੀ ਨੇ 3 ਹਿੱਸਿਆਂ ਵਿੱਚ ਵੰਡ ਦਿੱਤਾ। ਉਹਨਾਂ ਦੀ ਪਲਾਨਿੰਗ ਦੇ ਲਿਹਾਜ਼ ਨਾਲ ਉੱਥੇ ਉੱਥੇ ਉਹਨਾਂ ਦੇ ਸਮਾਗਮ ਹੋਣਗੇ, ਉੱਥੇ ਉੱਥੇ ਉਹਨਾਂ ਦੇ ਨੇਤਾ ਬੋਲਣਗੇ, ਉੱਥੇ ਉੱਥੇ ਸਹੂਲਤਾਂ ਦੀ ਬੁਛਾਰ ਵੀ ਹੋਊਗੀ, ਸਹੂਲਤਾਂ ਵੀ ਦੇਣਗੇ ਵੱਧ ਤੋਂ ਵੱਧ, ਕਿਉਂਕਿ ਲਾਸਟ ਈਅਰ ਚੱਲ ਰਿਹਾ ਔਰ ਉਹਦੇ ਵਿੱਚ ਇਹਨਾਂ ਨੇ ਮੋਦੀ ਸਾਹਿਬ ਨੇ ਸ਼ੁਰੂ ਕਰ ਦਿੱਤਾ। ਤੇ ਜਦੋਂ ਕਿ ਆਪ ਉਹ ਰੇਡੀਓ ਕਲਚਰ ਕਹਿੰਦੇ ਸੀ, ਉਹਦੇ ਵਿੱਚ ਪਰਿਵਾਰਕਵਾਦ ਕਹਿੰਦੇ ਸੀ, ਆਪ ਹੁਣ ਇਸ ਵੇਲੇ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਇਹਨਾਂ ਦੀ ਸਰਕਾਰਾਂ ਨੇ, ਖਾਸ ਤੌਰ ਤੇ ਯੂਪੀ ਔਰ ਬਿਹਾਰ ਔਰ ਮੱਧ ਪ੍ਰਦੇਸ਼, ਜਿੱਥੇ ਜਿੱਥੇ ਨੇ ਸਰਕਾਰਾਂ ਨੂੰ ਉਹਨੂੰ ਪਿੰਨ ਪੁਆਇੰਟ ਕਰ ਲਿਆ ਕਾਂਗਰਸ ਨੇ ਔਰ ਬਾਕੀ ਜੋ ਵਿਰੋਧੀ ਪਾਰਟੀਆਂ ਨੇ, ਕਿਉਂਕਿ ਹੁਣ ਇਸ ਵੇਲੇ ਅੰਧਾ ਧੁੰਦ ਤਰੀਕੇ ਨਾਲ ਜਿਹੜੀ ਸਾਰੀ ਦੀ ਤਰ੍ਹਾਂ ਸਹੂਲਤਾਂ ਜਿਹੜੀਆਂ ਮਿਲਣਗੀਆਂ ਬਗੈਰ ਮੰਗੇ ਮਿਲਣਗੀਆਂ। ਔਰ ਲਾਸਟ ਈਅਰ ਔਰ ਇਹ ਸਿਰਫ ਬੀਜੇਪੀ ਨਹੀਂ ਕਰਦੀ, ਬਾਕੀ ਪਾਰਟੀਆਂ ਵੀ ਕਰਦੀਆਂ ਰਹੀਆਂ। ਜਦੋਂ ਕਿ ਉਹਨਾਂ ਦਾ ਆਖਰੀ ਸਾਲ ਹੁੰਦਾ ਵਾ, ਪੰਜਾਬ ਗੌਰਮੈਂਟ ਦੇ ਵੀ ਇਹੀ ਹਾਲ ਹੁੰਦਾ, ਉਦੋਂ ਬਾਅਦ 4 ਸਾਲ ਸੁੱਤੇ ਰਹਿੰਦੇ, 5ਵੇਂ ਸਾਲ ਦੇ ਵਿੱਚ ਜਾ ਕੇ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਇੱਦਾਂ ਦੇ ਪਲਾਨ ਬਣਾ ਕੇ ਲੋਕਾਂ ਤੱਕ ਪਹੁੰਚ ਕੇ ਲੋਕਾਂ ਨੂੰ ਫਿਰ ਆਪਣੇ ਨੇੜੇ ਲਿਆਈਏ ਤੇ ਵੋਟ ਬੈਂਕ ਨੂੰ ਫਿਰ ਦੁਬਾਰਾ ਉਜਾਗਰ ਕਰੀਏ। ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਕੰਪੇਨ ਜਿਹੜੀ ਹੈਗੀ 2024 ਲੋਕ ਸਭਾ ਚੋਣਾਂ ਦੀ ਪੂਰੇ ਸਿਖਰਾਂ ਤੇ ਪਹੁੰਚ ਰਹੀ ਹੈ। ਔਰ ਬੀਜੇਪੀ ਦੀ ਜਿਹੜੀ ਇਸ ਵੇਲੇ ਹੈੱਡ ਆਫਿਸ ਹੈ ਦਿੱਲੀ ਦੇ ਵਿੱਚ ਅਸ਼ੋਕਾ ਰੋਡ ਤੇ, ਉੱਥੇ ਇਹਨਾਂ ਦੀ ਦਿਨ ਦਿਹਾੜੇ ਮੀਟਿੰਗਾਂ ਹੁੰਦੀਆਂ ਔਰ ਉਹਦੇ ਵਿੱਚ ਸਾਰੇ ਮੰਤਰੀ ਬੈਠਦੇ ਆ, ਜਿਹਦੇ ਵਿੱਚ ਰਾਜਨਾਥ ਔਰ ਪ੍ਰਮੁੱਖ ਤੌਰ ਤੇ ਅਮਿਤ ਸ਼ਾਹ ਜੀ ਔਰ ਸੀਤਾਰਮਨ ਜੀ ਔਰ ਉਹਦੇ ਨਾਲ ਬਾਕੀ ਜਿਹੜੇ ਉਹਨਾਂ ਦੇ ਸਪੀਕਰ ਨੇ ਇਸ ਵੇਲੇ, ਔਰ ਉਹਦੇ ਨਾਲ ਬਾਕੀ ਜਿਹੜੇ ਮੰਤਰੀ ਬੈਠੇ ਨੇ ਬਾਕੀ ਮਹਿਕਮਿਆਂ ਦੇ, ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਅਸੀਂ ਸਾਰੇ ਮੰਤਰੀਆਂ ਦੀ ਇਸ ਵੇਲੇ ਮੀਟਿੰਗ ਕਰਾਂਗੇ, ਫੰਡਿੰਗ ਦੇਵਾਂਗੇ ਇਹਨਾਂ ਨੂੰ ਔਰ ਉਹ ਆਪਣੇ ਉਸ ਇਲਾਕੇ ਵਿੱਚ ਪੈਸਾ ਸੰਸਦ ਦੇ ਤੌਰ ਤੇ ਵੰਡਣਗੇ ਤੇ ਲੋਕ ਉਹਨਾਂ ਦੇ ਨੇੜੇ ਆਉਣਗੇ। ਵੈਸੇ ਇਹ ਗੱਲ ਤਾਂ ਐਤਕੀ ਕੋਈ ਨਵੀਂ ਨਹੀਂ, ਹਮੇਸ਼ਾ ਆਖਰੀ ਸਾਲ ਬੜਾ ਕੁਝ ਲੋਕਾਂ ਨੂੰ ਮਿਲ ਵੀ ਜਾਂਦਾ, ਨੁਕਤਾਚੀਨੀ ਵੀ ਜ਼ਿਆਦਾ ਹੁੰਦੀ ਆ ਔਰ ਚਿੱਕੜ ਸੁੱਟਣ ਦਾ ਵੀ ਜਿਹੜਾ ਰਿਵਾਜ ਉਹ ਵੀ ਇੱਕ ਦੂਜੇ ਤੇ ਬਹੁਤ ਹੀ ਤਰੀਕੇ ਨਾਲ ਚੱਲਦਾ ਰਹਿੰਦਾ। ਨਹੀਂ, ਠੀਕ ਕਹਿੰਦੇ ਹੋ। ਕੇਜਰੀਵਾਲ ਇਹਦੇ ਵਿੱਚ ਆਪਣਾ ਇੱਕ ਨਵਾਂ ਐਂਗਲ ਲੈ ਕੇ ਆ ਰਹੇ ਨੇ ਕਿ ਜਿਹੜਾ ਆਰਡੀਨੈਂਸ ਨਵਾਂ ਪਾਸ ਹੁੰਦਾ ਪਿਆ, ਉਹਦੇ ਉੱਤੇ ਸਾਰੇ ਧਿਰ ਪਹਿਲਾਂ ਆਪਣੀ ਸਟੇਟਮੈਂਟ ਦੇਣ ਕਿ ਉਹ ਕੀ ਚਾਹੁੰਦੇ ਨੇ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਇਸ ਦਾ ਹਿੱਸਾ ਬਣੇਗੀ। ਇਹਦੇ ਨਾਲ ਵਿਰੋਧੀ ਧਿਰਾਂ ਨੂੰ ਵੀ ਇੱਕ ਤਰ੍ਹਾਂ ਦਾ ਗੁੱਸਾ ਵੀ ਆਇਆ, ਖੜਕੇ ਸਾਹਿਬ ਨੂੰ ਵੀ ਗੁੱਸਾ ਆਇਆ। ਫਿਰ ਉਸ ਤੋਂ ਬਾਅਦ ਮਮਤਾ ਬੈਨਰਜੀ ਵਿੱਚ ਵਿਚਾਲੇ ਹੋ ਕੇ ਉਹਨਾਂ ਨੇ ਸਾਰੀ ਸੁਲ੍ਹਾ ਸਿਫਾਈ ਕਰਾਈ ਕਿ ਵਾਕਈ ਇਸ ਵਕਤ ਜਿਹੜਾ ਮੁੱਦਾ ਹੈ ਇਹ ਸਾਡੇ ਇਕੱਠੇ ਹੋਣ ਦਾ ਹੈ, ਇਸ ਵਕਤ ਮੁੱਦਾ ਆਰਡੀਨੈਂਸ ਨਹੀਂ ਹੈ। ਆਰਡੀਨੈਂਸ ਨੂੰ ਆਉਣ ਤਾਂ ਦਿਓ, ਉਸ ਤੋਂ ਬਾਅਦ ਦੇਖਦੇ ਹਾਂ ਕਿ ਅਸੀਂ ਸਾਰੇ ਵਿਰੋਧੀ ਧਿਰ ਮਿਲ ਕੇ ਕਿੱਦਾਂ ਇਹਦਾ ਸਾਹਮਣਾ ਕਰ ਸਕਦੇ ਹਾਂ, ਕਿਉਂਕਿ ਇਸ ਵਕਤ ਕੇਜਰੀਵਾਲ ਸਾਹਿਬ ਨੂੰ ਆਪਣੀ ਪਈ ਹੋਈ ਹੈ ਔਰ ਦੂਜੇ ਪਾਸੇ ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਦੇਖਣਾ ਚਾਹੁੰਦੇ ਨੇ। ਬਾਰ-ਬਾਰ ਇਹ ਕਹਿੰਦੇ ਨੇ ਮੋਦੀ ਸਾਹਿਬ ਦੀ ਡਿਗਰੀ, ਮੋਦੀ ਸਾਹਿਬ ਦੀ ਐਜੂਕੇਸ਼ਨ, ਨਾਲੇ ਵੀ ਕਹਿੰਦੇ ਨੇ ਮੈਂ ਪੜ੍ਹਿਆ ਲਿਖਿਆ, ਮਤਲਬ ਉਹ ਇੰਡਾਇਰੈਕਟਲੀ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਇੱਕ ਐਲੀਜੀਬਲ ਕੈਂਡੀਡੇਟ ਹਾਂ ਨੈਕਸਟ ਟਾਈਮ ਪ੍ਰਾਈਮ ਮਿਨਿਸਟਰ ਵਾਸਤੇ। ਇਸ ਤਰ੍ਹਾਂ ਦਾ ਕਿ ਆਰਡੀਨੈਂਸ ਦਾ ਜਿਹੜਾ ਰੌਲਾ ਪਿਆ ਗਾ ਉਹ ਦਿੱਲੀ ਦੇ ਵਿੱਚ ਹੀ ਲਾਗੂ ਕਰਨ ਦੀ ਪਹਿਲੋਂ ਗੱਲ ਹੋਈ ਆ। ਗੱਲ ਤਾਂ ਉਹੀ ਹੈ, ਜਿਸ ਘਰ ਵਿੱਚ ਅੱਗ ਲੱਗੇ ਵੀ ਉਹਨੂੰ ਹੀ ਪਤਾ ਹੁੰਦਾ, ਬਾਕੀ ਬਸੰਤਰ ਕਹਿਣਗੇ। ਉਹ ਇਸੇ ਕਰਕੇ ਹੈਗਾ ਕਿ ਦਿੱਲੀ ਨੂੰ ਇਹਨਾਂ ਨੇ ਪਹਿਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਮੁਗਲ ਆਏ, ਪਠਾਨ ਆਏ ਆ, ਜੇ ਨਾਦਰ ਆਇਆ, ਅਬਦਾਲੀ ਆਏ, ਪਹਿਲੋਂ ਦਿੱਲੀ ਦੇ ਤਖਤ ਤੇ ਕਾਬਜ ਹੁੰਦੇ ਆ। ਇਸੇ ਤਰ੍ਹਾਂ ਬੀਜੇਪੀ ਦੀ ਇੱਕ ਨੀਤੀ ਹੈਗੀ ਆ। ਔਰ ਇਹਦੇ ਵਿੱਚ ਦੂਜੀ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜਾ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਰੌਲਾ ਪੈ ਰਿਹਾ ਸੀ, ਅੱਜ ਉਹਦਾ ਥੋੜ੍ਹਾ ਜਿਹਾ ਨਿਖੇੜਾ ਕਰ ਦਿੱਤਾ। ਇਹਨਾਂ ਨੇ ਕਹਿਤਾ ਕਿ ਅਮਿਤ ਸ਼ਾਹ ਨੇ ਕਿਹਾ ਖੁਦ ਕਿ ਇੱਧਰੋਂ ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਣਗੇ ਔਰ ਕਾਂਗਰਸ ਵੱਲੋਂ ਇਸ ਵੇਲੇ ਜਿਹੜੀ ਤਰਜੀਹ ਦਿੱਤੀ ਜਾ ਰਹੀ ਹੈ ਰਾਹੁਲ ਗਾਂਧੀ ਨੂੰ ਦਿੱਤੀ ਜਾ ਰਹੀ ਹੈ। ਹਾਲਾਂਕਿ ਰਾਹੁਲ ਗਾਂਧੀ ਇਹਦੇ ਲਈ ਪਸੰਦ ਜਾਂ ਨਹੀਂ ਪਸੰਦ ਕਰਦੇ ਔਰ ਉਹਦੇ ਵਿੱਚ ਨਿਤਿਸ਼ ਕੁਮਾਰ ਸੈਕੰਡ ਕਮਾਂਡ ਦੇ ਵਿੱਚ ਆ ਰਹੇ। ਨਿਤਿਸ਼ ਕੁਮਾਰ ਦਾ ਨਾਂ ਜ਼ਿਆਦਾ ਲੈ ਰਹੀਆਂ ਪਾਰਟੀਆਂ ਔਰ ਮਮਤਾ ਬੈਨਰਜੀ ਵੀ ਪ੍ਰਮੁੱਖ ਨੇਤਾ ਨੇ। ਔਰ ਇਹਦੇ ਵਿੱਚ ਵੇਖੋ, ਇਹ ਤਾਂ ਗੁਣਾ ਪੈਂਦਾ ਜੇ ਤਾਂ ਜਿੱਤਣਗੇ ਤਦ ਹੀ ਉਹਨਾਂ ਨੇ ਆਪਣਾ ਡਿਸਾਈਡ ਕਰਨਾ ਕਿ ਪ੍ਰਧਾਨ ਮੰਤਰੀ ਕੌਣ ਹੋਊਗਾ। ਉਸ ਤੋਂ ਬਾਅਦ ਅਜੇ ਬੀਜੇਪੀ ਦਾ ਜਿਹੜਾ ਜ਼ੋਰ ਹੈਗਾ ਪੂਰੇ ਸੂਬਿਆਂ ਵਿੱਚ ਖਾਸ ਤੌਰ ਤੇ ਮੰਨਿਆ ਜਾ ਰਿਹਾ, ਜਦੋਂ ਕਿ ਅਮਿਤ ਸ਼ਾਹ ਨੇ ਕਹਿਤਾ ਕਿ ਅਸੀਂ ਜਿਹੜੀਆਂ ਸੂਬਿਆਂ ਦੇ ਵਿੱਚੋਂ ਤਾਂ ਪਾ ਲਾ ਕੇ 300 ਸੀਟਾਂ ਤੱਕ ਅਸੀਂ ਪਹੁੰਚ ਸਕਦੇ ਹਾਂ, ਅਸੀਂ 300 ਸੀਟ ਜਿਹੜੀ ਆ ਹਾਸਲ ਕਰ ਸਕਦੇ ਹਾਂ, ਜਿੱਥੋਂ ਤੱਕ ਸਾਡਾ ਇਹ ਕਿਆਫਾ ਹੈ ਜਾਂ ਸਾਡਾ ਇਹ ਸਾਰਾ ਕੁਝ ਐਨਾਲਿਸਿਸ ਹੈ। ਔਰ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਹੈਗਾ ਕਿ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਜਿਹੜੀ ਆ ਆਪੋਜੀਸ਼ਨ ਹੈਗੀ ਆ ਜਾਂ ਕਾਂਗਰਸ ਹੈਗੀ ਆ, ਜਿਹਦੇ ਵਿੱਚ ਤ੍ਰਿਣਮੂਲ ਕਾਂਗਰਸ ਵੀ ਹੈਗੀ ਆ ਔਰ ਆਰਜੇਡੀ ਹੈ, ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ, ਅਸੀਂ ਉਹਨਾਂ ਨੂੰ ਕਹਿੰਦਾ ਬੁਰੀ ਤਰ੍ਹਾਂ ਭਜਾਵਾਂਗੇ। ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦਾ ਬਹੁਮਤ ਪ੍ਰਾਪਤ ਜਾਂ ਹਾਸਲ ਕਰਨ ਦੀ ਮੌਕਾ ਨਹੀਂ ਦੇਵਾਂਗੇ। ਇਹ ਤਾਂ ਹੈਗੇ ਬੀਜੇਪੀ, ਹਰ ਪਾਰਟੀ ਚਾਹ ਰਹੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰੀਏ, ਪਰ ਖਾਸ ਤੌਰ ਤੇ ਜਿੱਤ ਦਾ ਜਿਹੜਾ ਮੁੱਦਾ ਵਾ, ਜਿੱਤ ਦਾ ਸਿਹਰਾ ਹੈਗਾ, ਇਹ ਲੋਕਾਂ ਦੇ ਹੱਥ ਵਿੱਚ ਹੈਗਾ, ਪਬਲਿਕ ਦੇ ਹੱਥ ਵਿੱਚ ਹੈਗਾ, ਵੋਟਰਾਂ ਦੇ ਹੱਥ ਵਿੱਚ ਹੈਗਾ। ਪਰ ਹੁਣ ਜਿਹੜੇ 6-7 ਮਹੀਨੇ ਰਹਿ ਗਏ ਆ ਇਲੈਕਸ਼ਨ ਦੇ ਵਿੱਚ, ਫਰਵਰੀ ਜਨਵਰੀ ਦੇ ਵਿੱਚ ਐਲਾਨਨਾਮਾ ਹੋ ਜਾਣਾ, ਕਿਹੜੀ ਡੇਟ ਹੈਗੀ ਆ। ਇਲੈਕਸ਼ਨ ਕਮਿਸ਼ਨ ਵੀ ਇਸ ਵੇਲੇ ਪੂਰਾ
ਇਹਦੇ ਬਾਰੇ ਸੋਚ ਵਿਚਾਰ ਰਿਹਾ ਵੀ ਕੀ ਕੁਝ ਹੋਣਾ ਚਾਹੀਦਾ। ਕਿਉਂਕਿ ਜਦੋਂ ਕਿਸੇ ਦੇਸ਼ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਪੂਰੀ ਪਬਲਿਕ, ਉਹਦੇ ਵਿੱਚ ਪੂਰੇ ਮੰਤਰੀ, ਉਹਦੇ ਵਿੱਚ ਪੂਰੀਆਂ ਸਰਕਾਰਾਂ ਇਨਵੋਲਵ ਹੋ ਜਾਂਦੀਆਂ। ਇਹੀ ਜਿਹੜਾ ਮੁੱਦਾ ਹੈਗਾ, ਇਹਨੂੰ ਲੈ ਕੇ ਉਹਨਾਂ ਨੂੰ ਪਤਾ ਵੀ 5 ਸਾਲ ਜਿਹੜਾ ਫਿਰ ਬਾਅਦ 'ਚ ਕਿਸੇ ਸਾਹ ਨਹੀਂ ਲੈਣ ਦੇਣਾ। ਇਸੇ ਕਰਕੇ ਬੀਜੇਪੀ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਆ। ਬਾਕੀ ਜਿਹੜੇ ਗੱਠਜੋੜ ਬਣਾ ਦਿੱਤੇ ਇਹਨਾਂ ਨੇ ਆਪਣੇ ਵਿਰੋਧੀ ਪਾਰਟੀਆਂ ਦੇ, ਪਟਨਾ ਸਾਹਿਬ ਵਿੱਚ ਹੋਈ ਸੀ ਮੀਟਿੰਗ ਇਹਨਾਂ ਦੀ ਵੀ, ਉਹਦੇ ਵਿੱਚ ਇਹਨਾਂ ਜੋ ਨਿਸ਼ਕਰਸ਼ ਕੱਢਿਆ ਉਹਦੇ ਵਿੱਚ ਅੱਗੇ ਚੱਲਣ ਲਈ ਇਹਨਾਂ ਨੇ 2 ਮੀਟਿੰਗਾਂ ਦਿੱਲੀ ਵਿੱਚ ਰੱਖ ਲਈਆਂ ਕਿ ਅਸੀਂ 2 ਮੀਟਿੰਗਾਂ ਦਿੱਲੀ ਵਿੱਚ ਵੀ ਰੱਖਾਂਗੇ। ਕੇਜਰੀਵਾਲ ਸਾਹਿਬ ਉੱਥੇ ਨੇ ਔਰ ਉਹਦੇ ਵਿੱਚ ਜੋ ਕੁਝ ਇਸ ਵੇਲੇ ਉਹਨਾਂ ਨੇ ਆਪਣੀ ਪਲਾਨਿੰਗ ਬਣਾ ਲਈ ਆ ਉਹ ਦੇਖੋ ਕੀ ਹੁੰਦਾ। ਕਿਉਂਕਿ ਇਸ ਵੇਲੇ ਆਪੋਜੀਸ਼ਨ ਦਾ ਪਹਿਲਾ ਮੁੱਦਾ ਹੈਗਾ ਕਿ ਗੱਠਜੋੜ ਕਰਕੇ ਏਕਤਾ ਵਿੱਚ ਜਿਹੜੀ ਅਨੇਕਤਾ ਪ੍ਰਾਪਤ ਕਰਕੇ ਅਸੀਂ ਸਾਰੀ ਬਹੁਮਤ ਹਾਸਲ ਕਰ ਸਕਦੇ ਹਾਂ। ਪਰ ਜਿਹੜੀ ਬੀਜੇਪੀ ਆ, ਬੀਜੇਪੀ ਦੀ ਵੀ ਜਿਹੜੀ ਪੂਰਾ ਗੱਠਜੋੜ ਹੈਗਾ, ਉਹਨਾਂ ਕੋਲ ਵੀ ਪੂਰੇ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਨੇ ਔਰ ਉੱਥੇ ਉਹਨਾਂ ਦਾ ਪੂਰਾ ਗਲਬਾ ਆ ਔਰ ਲੋਕਾਂ ਤੱਕ ਵੀ ਪਹੁੰਚ ਹੈਗੀ ਆ। ਚਾਹੇ ਰਾਹੁਲ ਗਾਂਧੀ ਨੇ ਬੜਾ ਕੁਝ ਕਰ ਦਿੱਤਾ ਸੀਗਾ, ਭਾਰਤ ਜੋੜੋ ਯਾਤਰਾ ਵੀ ਕੀਤੀ, ਸਾਰਾ ਕੁਝ ਕੀਤੀ ਹੈ, ਪਰ ਕਾਂਗਰਸ ਅਜੇ ਉਸ ਨੁਕਤੇ ਤੱਕ, ਕਾਂਗਰਸ ਉਸ ਸਟੇਟਸ ਤੱਕ ਨਹੀਂ ਪਹੁੰਚ ਸਕਦੀ ਜਿੱਥੇ ਬੀਜੇਪੀ ਬੈਠੀ ਹੈ। ਰਾਹੁਲ ਗਾਂਧੀ ਦੀ ਤੁਸੀਂ ਗੱਲ ਕੀਤੀ ਹੈ ਤੇ ਰਾਹੁਲ ਗਾਂਧੀ ਅੱਜ ਕੱਲ੍ਹ ਗਏ ਹੋਏ ਨੇ ਮਨੀਪੁਰ, ਹਿੰਸਾ ਬਹੁਤ ਹੋਈ ਹੈ ਉੱਥੇ ਔਰ ਇਹ ਵੀ ਗੱਲ ਹੁੰਦੀ ਰਹੀ ਕਿ ਮੋਦੀ ਸਾਹਿਬ ਆਪ ਅਮਰੀਕਾ ਚਲੇ ਗਏ, ਇੱਥੇ ਆਏ ਕਿਉਂ ਨਹੀਂ ਦੇਖਣ ਵਾਸਤੇ ਹਾਲਾਤ ਕੀ ਨੇ। ਹੁਣ ਰਾਹੁਲ ਗਾਂਧੀ ਨੂੰ ਵੀ ਉਹ ਰਸਤੇ 'ਚ ਰੋਕਣ ਵਾਲੀ ਗੱਲ ਵੀ ਹੋਈ, ਉਹਦੇ ਉੱਤੇ ਵੀ ਕਾਂਗਰਸ ਭੜਕੀ ਹੋਈ ਹੈ ਤੇ ਰਾਹੁਲ ਗਾਂਧੀ ਦੀ ਇਹ ਸਟੇਟਮੈਂਟ ਆਈ ਹੈ ਕਿ ਮੱਲਮ ਪੱਟੀ ਦੀ ਲੋੜ ਹੈ ਮਨੀਪੁਰ ਵਾਲਿਆਂ ਨੂੰ, ਇਸ ਵਕਤ ਉਹਨਾਂ ਨੂੰ ਸਹਾਰੇ ਦੀ ਲੋੜ ਹੈ ਇਸ ਵਕਤ, ਤਾਂ ਇਸ ਕਰਕੇ ਮੈਂ ਉੱਥੇ ਜਾਣਾ ਚਾਹੁੰਦਾ ਕਿਉਂਕਿ ਹਿੰਸਾ ਬਹੁਤ ਜ਼ਿਆਦਾ ਹੋਈ ਹੈ। ਗੌਰਮੈਂਟ ਵੱਲੋਂ ਕੀ ਹੋ ਰਿਹਾ ਹੈ, ਕਿਸ ਤਰ੍ਹਾਂ ਇਸ ਤਸ਼ੱਦਦ ਨੂੰ ਰੋਕਥਾਮ ਵਾਸਤੇ ਕੰਮ ਹੋ ਰਿਹਾ ਕਿ ਅੱਗੇ ਤੋਂ ਇਹ ਚੀਜ਼ ਰਿਪੀਟ ਨਾ ਹੋਵੇ। ਰਾਹੁਲ ਗਾਂਧੀ 2 ਦਿਨ ਦੌਰੇ 'ਤੇ ਗਏ ਉੱਥੇ ਔਰ ਜਦੋਂ ਇਹਨਾਂ ਦਾ ਕਾਫਲਾ ਅੱਗੇ ਜਾ ਰਿਹਾ ਸੀਗਾ, ਪੁਲਿਸ ਨੇ ਇਹਨਾਂ ਨੂੰ ਵੈਸੇ ਰੋਕ ਵੀ ਲਿਆ। ਰੋਕਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੁਹਾਡੀ ਸਿਕਿਉਰਿਟੀ ਅੱਗੇ ਇੰਨੀ ਜ਼ਿਆਦਾ ਨਹੀਂ ਹੈਗੀ, ਤੁਹਾਨੂੰ ਅੱਗੇ ਨਹੀਂ ਵਧਣ ਦੇਵਾਂਗੇ। ਫਿਰ ਹੈਲੀਕਾਪਟਰ 'ਤੇ ਪਹਾੜਾਂ ਵਾਲੇ ਪਾਸੇ ਦੂਸਰੇ ਲੋਕਾਂ ਦੇ ਘਰਾਂ ਵਿੱਚ ਗਏ ਔਰ ਇਹਨਾਂ ਨੇ ਉਹਨਾਂ ਦੇ ਨੇੜੇ ਹੋ ਕੇ ਦੁੱਖ ਵੇਖੇ ਵੀ, ਸੁਣੇ ਵੀ ਔਰ ਲੋਕਾਂ ਨੂੰ, ਉੱਥੋਂ ਦੀ ਪਬਲਿਕ ਨੂੰ ਪੁੱਛਿਆ ਵੀ ਗਿਆ ਕਿ ਜਿਹਦਾ ਤੁਸੀਂ ਕੋਈ ਸਿੱਟਾ ਕੱਢਣਾ ਚਾਹੁੰਦੇ ਜਾਂ ਉੱਥੋਂ ਦੇ ਨੇਤਾ ਨਾਲ ਗੱਲ ਕੀਤੀ ਕਿ ਦੱਸੋ ਕੀ ਕੁਝ ਇਹਦੇ 'ਤੇ ਹੋ ਸਕਦਾ, ਕੀ ਕਰ ਸਕਦੇ ਹੋ। ਉਹਨਾਂ ਕਿਹਾ ਜੋ ਕੇਂਦਰ ਨੂੰ ਪਹਿਲੋਂ ਕਿਹਾ ਸੀਗਾ, ਕੇਂਦਰ ਨਾਲ ਸਾਡੇ ਨੁਮਾਇੰਦਿਆਂ ਨੇ ਗੱਲ ਵੀ ਕੀਤੀ ਸੀਗੀ ਕਿ ਇੱਥੇ ਜਿਹੜੀ ਸ਼ਾਂਤੀ ਬਹਾਲ ਰੱਖਣ ਲਈ ਸਾਡਾ ਸਮਝੌਤਾ ਦੋਨਾਂ ਤਿੰਨਾਂ ਜਿਹੜੇ ਟਰਾਈਬਲ ਕਮਿਊਨਿਟੀ ਹੈ ਉਹਨਾਂ ਦਾ ਕਰਵਾ ਦੇਣਾ ਚਾਹੀਦਾ। ਪਰ ਉਹਨਾਂ ਦੇ ਲਈ ਅਮਿਤ ਸ਼ਾਹ ਨੇ ਹੁਣ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਸੀਗੀ ਪਰ ਉਹਦੇ ਵਿੱਚ ਫਿਰ ਵੀ ਇਸ ਮੁੱਦੇ ਤੱਕ ਨਹੀਂ ਪਹੁੰਚੇ। ਉਹਨਾਂ ਨੇ ਸਿਆਸੀ ਐਲਾਨਨਾਮੇ ਕਰਕੇ, ਉਹਦੇ ਵਿੱਚ ਆਪਣੇ ਪ੍ਰਚਾਰ ਕਰਕੇ, ਉਹਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਥੋੜ੍ਹਾ ਜਿਹਾ ਵੈਸੇ ਹੀ ਬੋਲ ਕੇ ਗੱਲਾਂ ਕਰ ਲਈਆਂ, ਪਰ ਉਹਦੇ 'ਚ ਤੇ ਵਿਵਹਾਰਿਕ ਤੌਰ 'ਤੇ, ਪ੍ਰੈਕਟੀਕਲ ਤੌਰ 'ਤੇ ਕੋਈ ਵੀ ਇਸ ਤਰ੍ਹਾਂ ਦਾ ਐਲਾਨਨਾਮਾ ਨਹੀਂ ਹੋਇਆ। ਔਰ ਉਹ ਜਿਹੜੀ ਗੱਲ ਉੱਥੇ ਦੇ ਲੋਕਾਂ ਦੇ ਵਸਨੀਕਾਂ ਤੱਕ ਪਹੁੰਚੀ, ਉਹਨਾਂ ਨੇ ਸਾਰੀ ਸਪੁਰਦ ਕੀਤੀ ਆ ਇਹਨਾਂ ਦੇ ਨੇੜੇ, ਰਾਹੁਲ ਗਾਂਧੀ ਨੂੰ ਦੱਸਿਆ ਉਹਨਾਂ ਨੇ। ਪਰ ਰਾਹੁਲ ਗਾਂਧੀ ਪਾਵਰ 'ਚ ਨਹੀਂ ਹੈਗੇ, ਉਹ ਕੁਛ ਵੀ ਨਹੀਂ ਕਰ ਸਕਦੇ। ਸਿਰਫ ਲੋਕਾਂ ਦਾ ਜਿਹੜਾ ਉਹ ਬਿਆਨਬਾਜ਼ੀ ਆ ਜਾਂ ਲੋਕਾਂ ਦੇ ਦੁੱਖ ਦਲਿੱਦਰ ਜਿਹੜੇ ਆ ਉਹ ਸੁਣ ਸਕਦੇ ਆ, ਉਹਨਾਂ ਦਾ ਨਿਪਟਾਰਾ ਕਰਨ ਲਈ ਤਾਂ ਕੇਂਦਰ ਦੇ ਕੋਲ ਹੀ ਹੈਗਾ। ਇਹ ਗਏ ਉਹਨਾਂ ਦੇ ਲੋਕਾਂ ਦੇ ਕੋਲ, ਲੋਕਾਂ ਨੂੰ ਮਿਲੇ ਵੀ ਹੈਗਾ ਔਰ ਲੋਕ ਰੋਏ ਆ। ਇੱਕ ਔਰਤ ਆ ਬੜੀ ਬੁਰੀ ਤਰ੍ਹਾਂ ਇਹਨਾਂ ਦੇ ਗਲ ਲੱਗ ਕੇ ਰੋਈ ਆ ਕਿਉਂਕਿ ਉਹਨਾਂ ਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਔਰ ਉਹਦੇ ਵਿੱਚ ਘਰ ਉਜਾੜ ਦਿੱਤੇ ਗਏ ਆ, ਅੱਗਾਂ ਲਾ ਦਿੱਤੀਆਂ ਗਈਆਂ। ਔਰ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹ ਖੁਦ ਤੌਰ 'ਤੇ ਕਹਿ ਰਹੇ ਨੇ ਕਿ ਜੇ ਪ੍ਰਧਾਨ ਮੰਤਰੀ ਸਾਹਿਬ ਜ਼ਿਆਦਾ ਹਸਤਕਸ਼ੇਪ ਕਰਨ, ਜ਼ਿਆਦਾ ਦਖਲਅੰਦਾਜ਼ੀ ਕਰਨ ਤਾਂ ਹੋ ਸਕਦਾ ਹੈ ਫੈਸਲਾ ਥੋੜ੍ਹਾ ਜਿਹਾ ਨੇੜੇ ਆ ਸਕਦਾ ਔਰ ਥੋੜ੍ਹਾ ਜਿਹਾ ਲੋਕਾਂ ਤੱਕ ਰਾਹਤ ਦਾ ਮਾਮਲਾ ਬਣ ਸਕਦਾ ਵਾ। ਔਰ ਇਹਨਾਂ ਨੇ ਖਾਸ ਤੌਰ 'ਤੇ ਕਿਹਾ, ਰਾਹੁਲ ਗਾਂਧੀ ਨੇ, ਕਿ ਜਿਹੜੀ ਗੱਲ ਅਸੀਂ ਕਹਿੰਦੇ ਕਿ ਲੋਕ ਇੰਨੀਆਂ ਜਿਹਦੇ ਸੱਟਾਂ ਲੱਗ ਜਾਂਦੀਆਂ, ਜਿਹਦੇ ਅੰਦਰ ਵਲੂੰਦਰਿਆ ਜਾਂਦਾ, ਜਿਹਦੇ 'ਤੇ ਇਹਨੇ ਦੁੱਖ ਆ ਕੇ ਚਪਟਾ ਮਾਰਦੇ ਆ, ਉਹਦੇ ਲਈ ਥੋੜ੍ਹੀ ਜਿਹੀ ਇਸ ਵੇਲੇ ਲੋਕਾਂ ਨਾਲ ਦਰਿਆ ਦਿਲੀ ਨਾਲ ਪੇਸ਼ ਹੋਣਾ ਚਾਹੀਦਾ। ਲੋਕਾਂ ਨਾਲ ਹਮਦਰਦੀ, ਸਿੰਪਥੀ ਉਹਨਾਂ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਥੋੜ੍ਹਾ ਜਿਹਾ ਇਹਦੇ ਨਾਲ ਪਿਆਰ ਮੁਹੱਬਤ ਮਿਲੇ ਤੇ ਲੋਕ ਫਿਰ ਸ਼ਾਂਤੀ ਦੇ ਵੱਲ ਮੁੜ ਆਉਣ। ਇਹਦੇ ਵਿੱਚ ਇੱਕ ਬਲਕਾਰ ਜੀ ਹੋਰ ਐਂਗਲ ਆ ਰਿਹਾ ਜੋ ਆਮ ਤੌਰ ਦੇ ਉੱਤੇ ਪਬਲਿਕ ਦੇ ਵਿੱਚ ਡਿਸਕਸ਼ਨਸ ਹੈਗੀਆਂ ਨੇ, ਕੁਝ ਐਕਸਪਰਟਸ ਵੀ ਮੰਨਦੇ ਨੇ ਕਿ ਇਹਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਹੈ, ਇਹ ਕੋਈ ਰਾਜਨੀਤਿਕ ਖੇਲ ਹੈ। ਕਿਉਂਕਿ 2024 ਦੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਨੇ, ਉਸ ਦੇ ਮੱਦੇਨਜ਼ਰ ਕਈ ਪੋਲੀਟੀਕਲ ਪੰਡਿਤ ਇਹ ਐਨਾਲਿਸਿਸ ਕਰ ਰਹੇ ਨੇ ਕਿ ਇਹਦੇ ਪਿੱਛੇ ਕੋਈ ਗੇਮ ਹੈ ਜੋ ਇਹ ਹਿੰਸਾ ਹੋ ਰਹੀ ਹੈ, ਜੋ ਇਹ ਮਾਰਕਾਟ ਹੋ ਰਹੀ ਹੈ। ਇਹਦੇ ਬਾਰੇ ਤੁਸੀਂ ਕੀ ਐਂਗਲ ਦਿੰਦੇ ਹੋ? ਨਹੀਂ, ਜਦੋਂ ਵੀ ਕਿਸੇ ਸੂਬੇ ਵਿੱਚ ਕੋਈ ਰੌਲਾ ਪੈਂਦਾ ਜਾਂ ਉੱਥੇ ਤਸ਼ੱਦਦ ਹੁੰਦਾ ਜਾਂ ਉੱਥੇ ਮਾਰ ਧਾੜ ਹੁੰਦੀ ਹੈ, ਸ਼ੁਰੇਬਾਜ਼ੀ ਹੁੰਦੀ ਆ, ਉਹਦੇ ਪਿੱਛੇ ਕੁਛ ਨਾ ਕੁਛ ਤਾਂ ਜਿਹੜਾ ਲੁਕਿਆ ਛੁਪਿਆ ਹੁੰਦਾ, ਉਹ ਹੁੰਦਾ ਕਿਸੇ ਰਾਜਨੀਤਿਕ ਪਾਰਟੀ ਦਾ ਮੁਹਾਜ਼, ਕਿਸੇ ਜਿਹੜੀ ਤਾਕਤ ਹੈ ਜਾਂ ਜਿਹੜੀ ਰੂਲਿੰਗ ਪਾਰਟੀ ਕਹਿ ਲਓ ਜਾਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ, ਉਹਨਾਂ ਦਾ ਪਿਛੋਕੜ ਉਹਨਾਂ ਨਾਲ ਜੁੜਦਾ ਹੁੰਦਾ।
ਇਹ ਮੈਨ ਟੂ ਮੈਨ ਲੜਾਈ ਹੈ ਨਾ, ਜਿਹੜੀ ਵੂਮੈਨ ਟੂ ਵੂਮੈਨ, ਜਿਹੜੀ ਔਰਤ ਨਾਲ ਔਰਤ ਦੀ ਝੜਪਬਾਜ਼ੀ, ਇਹ ਸਾਰੀਆਂ ਗੱਲਾਂ ਦੇ ਪਿੱਛੇ ਕੁਝ ਨਾ ਕੁਝ ਹੁੰਦਾ। ਕਿਉਂਕਿ ਇਸ ਕਰਕੇ ਹੁੰਦਾ ਕਿ ਜਿਹੜੀ ਪਬਲਿਕ ਉਹ ਸਦੀਆਂ ਤੋਂ ਰਹਿ ਰਹੀ ਆ, ਉੱਥੇ ਵਸ ਰਹੇ ਲੋਕ, ਉਹ ਪਰਿਵਾਰਕ ਸੰਬੰਧ ਨੇ ਉਹਨਾਂ ਦੇ, ਉਹ ਅੱਜ ਕਿਉਂ ਸ਼ੁਰੇਬਾਜ਼ੀ ਤਾਂ ਅੱਜ ਕਿਉਂ ਲੋਕਾਂ ਦੇ ਗਲ ਵੱਢਣ ਲੱਗ ਪਏ? ਇਹਦੇ ਪਿੱਛੇ ਇਹੀ ਗੱਲ ਹੈਗੀ ਆ। ਫਿਰ ਦੁਬਾਰਾ ਸਰਕਾਰ ਨੂੰ ਨਿਖੇੜਨਾ, ਸਰਕਾਰ ਨੂੰ ਤੋੜਨਾ, ਉੱਥੇ ਨਵੀਂ ਸਰਕਾਰ ਦਾ ਮੁਹਾਜ਼ ਲਿਆਉਣਾ, ਇਹਦੇ ਪਿੱਛੇ ਸਿਆਸਤ ਤਾਂ ਹੁੰਦੀ ਹੈ। ਪਰ ਇਹਦੇ ਵਿੱਚ ਜੇ ਦੱਸ ਸਕਦੀ ਹੈ, ਖੁਫੀਆ ਏਜੰਸੀਆਂ ਨੂੰ ਤਾਂ ਖਾਸ ਤੌਰ 'ਤੇ ਪਤਾ ਹੁੰਦਾ, ਪਰ ਖੁਫੀਆ ਏਜੰਸੀਆਂ ਨਹੀਂ ਇੰਕਸ਼ਾਫ ਕਰ ਸਕਦੀਆਂ, ਕਿਉਂਕਿ ਉਹਨਾਂ ਨੂੰ ਤਨਖਾਹ ਮਿਲਦੀ ਹੈ ਰੂਲਿੰਗ ਪਾਰਟੀ ਵੱਲੋਂ। ਉਹ ਪਬਲਿਕ ਦਾ ਜਨਤਕ ਤੌਰ 'ਤੇ ਇਹਦਾ ਨਹੀਂ ਨਸ਼ਰ ਕਰ ਸਕਦੀਆਂ ਕਿਸੇ ਨੂੰ। ਹਾਂਜੀ। ਔਰ ਹਰ ਚੀਜ਼ ਦੇ ਪਿੱਛੇ ਕੁਛ ਨਾ ਕੁਛ ਤਾਂ ਹੁੰਦਾ। ਜੇ ਅਸੀਂ ਵਰਲਡ ਵਾਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਵੀ ਮੁਹਾਜ਼ ਬਣੇ ਸੀ, ਲੌਬੀਜ਼ ਬਣੀਆਂ ਸੀ, ਉਹਦੇ ਪਿੱਛੇ ਵੀ ਜਿਹੜੀਆਂ ਵੀਟੋ ਪਾਵਰ ਸੀਗੀਆਂ, ਉਹਦੇ ਵਿੱਚ ਵੀ ਲੜਾਈ ਦਾ ਕਾਰਨ ਜਿਹੜੇ ਹੈਗੇ ਆ, ਦੇਸ਼ਾਂ ਦੇ ਲੋਕ ਜੁੜੇ ਸੀ, ਰਾਜਨੀਤਿਕ ਜਿਹੜੇ ਨੇਤਾ ਉਹ ਜੁੜੇ ਸੀਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੜਾਈ ਇਸੇ ਕਰਕੇ ਹੁੰਦੀ ਆ। ਪਰਿਵਾਰਵਾਦ ਵਿੱਚ ਵੀ ਵੇਖੋ, ਟੱਬਰ ਜਦੋਂ ਆਪੋ 'ਚ ਗੁੱਥਮ ਗੁੱਥਾਂ ਹੁੰਦਾ, ਲੜਾਈ ਹੁੰਦੀ ਆ, ਉਹਦੇ ਵਿੱਚ ਕੋਈ ਨਾ ਕੋਈ ਲੂਤੀਬਾਜ਼, ਕੋਈ ਨਾ ਕੋਈ ਉਹਦੇ ਵਿੱਚ ਗੱਲ ਨੂੰ ਉਕਸਾਉਣ ਵਾਲਾ, ਕੋਈ ਨਾ ਕੋਈ ਉਹਦੇ ਵਿੱਚ ਕਿਸੇ ਗੱਲ ਦੇ ਪਿੱਛੇ ਕਿਸੇ ਨੂੰ ਲਾਉਣ ਵਾਲਾ, ਜਾਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਜਿਹੜੀ ਨਾ ਤਸੱਲੀ ਬਖਸ਼ ਸਾਧਨ ਵਰਤਣ ਵਾਲਾ। ਕਈ ਇੱਦਾਂ ਦੀਆਂ ਜਿਹੜੀਆਂ ਸਾਧਨ ਹੁੰਦੇ ਆ, ਕਈ ਲੋਕਾਂ ਨੂੰ ਮਰਵਾਉਣ ਵਾਲੇ। ਔਰ ਹਰ ਕਈ ਜਗ੍ਹਾ 'ਤੇ ਧਰਮ 'ਤੇ ਲੜਾਈਆਂ ਹੋ ਜਾਂਦੀਆਂ, ਕਈ ਜਗ੍ਹਾ 'ਤੇ ਪੈਸੇ 'ਤੇ ਲੜਾਈਆਂ ਹੋ ਜਾਂਦੀਆਂ, ਕਈ ਜਗ੍ਹਾ 'ਤੇ ਹੁਕਮ ਦੀ ਗੱਲ ਹੁੰਦੀ, ਮੇਰਾ ਹੁਕਮ ਚੱਲੇ। ਚੌਧਰ, ਜਿਹਨੂੰ ਸੈਲਫ ਅਸਰਸ਼ਨ ਕਹਿੰਦੇ ਆ ਸਾਈਕੋਲੋਜੀ 'ਚ, ਇਹ ਚੀਜ਼ਾਂ ਜਿਹੜੀਆਂ ਆਪਸੀ ਮਨੁੱਖਤਾ ਦਾ ਵੈਰ ਵਿਰੋਧ ਕ੍ਰੀਏਟ ਕਰਨ 'ਚ ਹੁੰਦੀਆਂ, ਇਹ ਤਾਂ ਹੋ ਗਈਆਂ ਨਿੱਜੀ ਗੱਲਾਂ। ਅਤੇ ਦੂਜਾ ਫੈਕਟਰ ਜਿਹੜਾ ਅਸੀਂ ਗੱਲ ਕੀਤੀ ਹੈ, ਰਾਜਨੀਤਿਕ ਸਿਆਸੀ ਮਸਲੇ ਜਿਹੜੇ ਲੋਕਾਂ ਦੇ ਵਿੱਚ ਮਿਕਸ ਕਰ ਦਿੱਤੇ ਜਾਂਦੇ ਆ। ਉਹਦੇ ਵਿੱਚ ਇਹਨਾਂ ਨੇ ਗਰੁੱਪ ਬਣਾਏ ਹੁੰਦੇ ਆ, ਉਹਦੇ ਵਿੱਚ 5 7 10 ਬੰਦਿਆਂ ਦੇ ਗਰੁੱਪ ਹੁੰਦੇ ਆ, ਲੌਬੀ ਹੁੰਦੀਆਂ, ਉਹ ਉਕਸਾਉਂਦੇ ਜਾ ਕੇ, ਯਾਰ ਤੈਨੂੰ ਕੀ ਕਰ ਦਿੱਤਾ, ਤੂੰ ਤਾਂ ਬੰਦਾ ਚੰਗਾ ਸੀਗਾ, ਤੇਰੀ ਜ਼ਮੀਨ ਤੇ ਇਹਨਾਂ ਨੇ ਥਿਆ ਲਈ ਆ, ਤੇਰੀ ਖੇਤੀਬਾੜੀ ਜਿਹੜੀ ਹੁੰਦੀ ਸੀ ਹੁਣ ਕਿੱਧਰ ਚਲੀ ਗਈ, ਤੇਰੇ 'ਤੇ ਟੈਕਸ ਇਹਨੇ ਲਾ ਦਿੱਤੇ ਆ, ਤੂੰ ਉਹਨੂੰ ਉਕਸਾਉਂਦੇ ਆ। ਉਹ ਰਾਤ ਨੂੰ ਸੋਚਦਾ, ਦਿਨੇ ਉਹ ਡਾਂਗ ਚੁੱਕ ਲੈਂਦਾ, ਫਿਰ ਲੋਕਾਂ ਦੇ ਮੋਢੇ ਤੋੜਦਾ, ਲੱਕ ਤੋੜਦਾ। ਉਹ ਉਕਸਾਇਆ ਹੁੰਦਾ ਬੰਦਾ, ਉਹਨੂੰ ਇਸ ਤਰ੍ਹਾਂ ਦਾ ਪ੍ਰੇਰਿਤ ਕੀਤਾ ਹੁੰਦਾ। ਇਹ ਚੀਜ਼ਾਂ ਜਿਹੜੀਆਂ ਉੱਥੇ ਹੋ ਸਕਦਾ ਮਨੀਪੁਰ ਵਿੱਚ ਹੋਵੇ, ਪਰ ਅਜੇ ਤੱਕ ਕੋਈ ਵੀ, ਨਾ ਕਿਸੇ ਪ੍ਰਿੰਟ ਮੀਡੀਆ ਨੇ, ਨਾ ਕਿਸੇ ਇਲੈਕਟ੍ਰੋਨਿਕਸ ਮੀਡੀਆ ਨੇ ਇੰਕਸ਼ਾਫ ਕੀਤਾ, ਕੋਈ ਵੀ ਕਿਸੇ ਪਾਸੇ ਗੱਲ ਨਹੀਂ ਲੱਗੀ। ਰਾਜਨੀਤਿਕ ਪਾਰਟੀਆਂ ਜਾ ਰਹੀਆਂ, ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਨੂੰ ਵੀ ਮੌਕਾ ਮਿਲਿਆ, ਉਹ ਵੀ ਗਏ ਉੱਥੇ, ਬੀਜੇਪੀ ਵੀ ਆਪ ਹੋ ਆਈ ਉੱਥੇ, ਪ੍ਰਧਾਨ ਮੰਤਰੀ ਜੀ ਨੇ ਵੀ ਉੱਥੇ ਮੀਟਿੰਗ ਰੱਖੀ ਸੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਰਾਜਨੀਤਿਕ ਤੌਰ 'ਤੇ ਆ ਰਹੀਆਂ, ਪਰ ਇਹਦਾ ਕੋਈ ਵੀ ਹੱਲ, ਕੋਈ ਸੋਲੂਸ਼ਨ ਅਜੇ ਤੱਕ ਨਹੀਂ ਲੱਭਿਆ ਇਹਨਾਂ ਨੂੰ। ਆਪਾਂ ਅਗਲੇ ਮੁੱਦੇ ਵੱਲ ਵਧਦੇ ਹਾਂ ਜੀ। ਤਾਮਿਲਨਾਡੂ ਦੇ ਰਾਜਪਾਲ ਤੇ ਮੁੱਖ ਮੰਤਰੀ, ਉਹਨਾਂ ਦੀ ਵੀ ਆਪਸੀ ਖਹਿਬਾਜ਼ੀ ਚੱਲਦੀ ਪਈ, ਜਿਵੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਦੀ ਚੱਲਦੀ ਪਈ ਹੈ। ਤੇ ਉੱਥੇ ਤੇ ਹੁਣ ਇੱਕ ਵੀ ਸਟੈਪ ਲੈ ਲਿੱਤਾ ਗਿਆ ਕਿ ਜਿਹੜੇ ਬਿਜਲੀ ਮੰਤਰੀ ਨੇ ਤਾਮਿਲਨਾਡੂ ਦੇ, ਉਹਨਾਂ ਨੂੰ ਗਵਰਨਰ ਸਾਹਿਬ ਨੇ ਡਿਸਮਿਸ ਕਰ ਦਿੱਤਾ, ਬਰਖਾਸਤ ਕਰ ਦਿੱਤਾ। ਹੁਣ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ? ਇਹ ਆਪਸੀ ਖਹਿਬਾਜ਼ੀ ਇਹ ਦੇਸ਼ ਨੂੰ ਕਿੱਧਰ ਲੈ ਕੇ ਜਾਏਗੀ, ਸੂਬਿਆਂ ਨੂੰ ਕਿੱਧਰ ਲੈ ਕੇ ਜਾਏਗੀ, ਇਹਦੇ ਬਾਰੇ ਸੋਚਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ। ਹਾਂ, ਇਹ ਜਿਹੜੀ ਖਹਿਬਾਜ਼ੀ ਹੈਗੀ ਰਾਜਪਾਲ ਦੀ ਔਰ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਦਾ ਆਪਸੀ ਜਿਹੜਾ ਵਿਚਾਰ ਵਟਾਂਦਰਾ ਹੋਣ ਤੋਂ ਪਹਿਲਾਂ ਰੌਲਾ ਪੈ ਗਿਆ। ਉੱਥੋਂ ਦੇ ਬਿਜਲੀ ਮੰਤਰੀ ਸੈਂਥਲ ਜੀ ਨੇ ਉਹਨਾਂ ਬਰਖਾਸਤ ਕਰ ਦਿੱਤਾ। ਉਹ ਇਸ ਵੇਲੇ ਆਪਣੀ ਪਦਵੀ 'ਤੇ ਨਹੀਂ ਰਹੇ। ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਦੇ ਅਕੋਰਡਿੰਗ, ਕਨਸਟੀਟਿਊਸ਼ਨ ਦੇ ਅਕੋਰਡਿੰਗ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਗਵਰਨਰ ਨੂੰ ਕਿ ਉਹਨਾਂ ਨੂੰ ਬਰਖਾਸਤ ਕਰ ਦੇਵੇ। ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ, ਅਸੀਂ ਸਾਰਾ ਕੁਝ ਦੇਖਾਂਗੇ। ਔਰ ਉਹਦੇ ਵਿੱਚ ਇਹ ਹੈਗੀ ਕਿ ਸੈਂਟਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਗੀ, ਪਰ ਗਵਰਨਰ ਅਪਾਇੰਟਮੈਂਟ ਜਿਹੜੀ ਹੈ ਇਹ ਸਾਰੀ ਸੈਂਟਰ ਵੱਲੋਂ ਹੁੰਦੀ ਹੈ। ਇਸ ਪਾਸੇ ਉਹਨਾਂ ਨੇ ਕਹਿਤਾ ਕਿ ਇਸ਼ਾਰਾ ਸਿੱਧੇ ਤੌਰ 'ਤੇ ਨਹੀਂ, ਸਿੱਧੇ ਤੌਰ 'ਤੇ ਸੈਂਟਰ ਦਾ ਹੀ ਇਹਦੇ ਵਿੱਚ ਹੈਗਾ, ਔਰ ਸੈਂਟਰ ਵੱਲੋਂ ਹੀ ਇਹ ਸਾਰਾ ਕੁਝ ਕਰਕੇ ਸਾਡਾ ਬਿਜਲੀ ਮੰਤਰੀ ਜਿਹੜਾ, ਉਹਨੂੰ ਕੋਈ ਬਗੈਰ ਬਲੇਮ ਦੇ, ਕਿਸੇ ਦੋਸ਼ 'ਤੇ ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਔਰ ਉਹਦੇ ਵਿੱਚ ਜਨਤਾ ਵੱਲੋਂ ਵੀ ਇਹਦੇ 'ਤੇ ਜਿਹੜਾ ਰੋਸ ਪ੍ਰਗਟਾਇਆ ਗਿਆ ਕਿ ਗਵਰਨਰ ਨੂੰ ਇਸ ਤਰ੍ਹਾਂ ਦਾ ਜਿਹੜੀ ਗੱਲ ਕਰਨੀ ਜਾਂ ਇਸ ਤਰ੍ਹਾਂ ਦਾ ਡਿਸੀਜਨ ਲੈਣਾ ਕੋਈ ਚੰਗੀ ਗੱਲ ਨਹੀਂ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਕਿ ਕਿਸੇ ਵੀ ਸੂਬੇ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕੰਮ ਹੋਇਆ ਕਿ ਗਵਰਨਰ ਹੀ ਡਿਸੀਜਨ ਲੈ ਕੇ ਮੰਤਰੀ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰ ਦੇਵੇ। ਔਰ ਇਹਦੇ ਵਿੱਚ ਇਸ ਵੇਲੇ ਇਹ ਖਹਿਬਾਜ਼ੀ ਦਾ ਜਿਹੜਾ ਪੂਰੇ ਦਾ ਪੂਰਾ ਕੰਮ ਹੈਗਾ, ਬਿਲਕੁਲ ਪੰਜਾਬ ਦੇ ਨਿਆਂ ਹੀ ਹੋ ਗਿਆ। ਪੰਜਾਬ ਦੇ ਵਿੱਚ ਜੇ SGPC ਦੇ ਵਿੱਚ ਉਹਨਾਂ ਦਾ ਜਨਰਲ ਅਜਲਾਸ ਹੋਇਆ ਤਾਂ ਉਹਦੇ ਵਿੱਚ ਉਹਨਾਂ ਨੇ ਗਵਰਨਰ ਸਾਹਿਬ ਨੂੰ ਮੁਖਾਤਬ ਹੋ ਕੇ ਕਿਹਾ ਸੀ, ਗਵਰਨਰ ਸਾਹਿਬ ਨੂੰ ਮਿਲੇ ਵੀ ਆ। ਉਹਨਾਂ ਨੇ ਕਿਹਾ ਕਿ ਜਿਹੜਾ ਦਰਬਾਰ ਸਾਹਿਬ ਤੋਂ ਪ੍ਰਸਾਰਣ ਸੀਗਾ, ਉਹਦੇ ਵਿੱਚ PTC ਚੈਨਲ 'ਤੇ ਕਰਨ ਤੋਂ ਪਹਿਲੋਂ ਇਹਨਾਂ ਨੇ ਕਹਿਤਾ ਸੀਗਾ ਭਗਵੰਤ ਮਾਨ ਨੇ ਕਿ ਇਹ ਸਾਰੇ ਇਹਦਾ ਪ੍ਰਸਾਰਣ ਕਰਨਗੇ, ਸਾਰੇ ਚੈਨਲ ਕਰ ਸਕਦੇ ਆ। ਔਰ ਉਸੇ ਫੈਸਲੇ ਨੂੰ, ਉਸੇ ਮੁੱਦੇ ਨੂੰ ਉਹਨਾਂ ਨੇ ਚੈਲੰਜ ਕਰਕੇ ਗਵਰਨਰ ਕੋ ਗਏ ਸੀ। ਗਵਰਨਰ ਨੇ ਅਜੇ ਤੱਕ ਉਦੋਂ ਤੱਕ ਫੈਸਲਾ ਗਿਆ ਵਾ, ਗਵਰਨਰ ਉਹਨੂੰ ਵਾਪਸ ਕਰ ਦੂਗਾ। ਔਰ ਉਦੋਂ ਬਾਅਦ ਇਹ ਕਹਿੰਦੇ ਅਸੀਂ ਅਮਨ ਸ਼ਾਹ ਨੂੰ ਮਿਲਾਂਗੇ।
ਇਹ ਹਰ ਸੂਬੇ 'ਚ ਹੀ ਇਹ ਜਿਹੜੀ ਆ ਖਿੱਚਾ ਧੂਈ ਹੈਗੀ ਆ। ਔਰ ਇਸ ਵੇਲੇ ਕਰਨਾਟਕ ਦੇ ਵਿੱਚ ਵੀ ਆਪਾਂ ਨੂੰ ਵੇਖਣ ਵਿੱਚ ਮਿਲ ਗਈ ਆ। ਔਰ ਜੇ ਇਹ ਖਿੱਚਾ ਧੂਈ ਰਹਿੰਦੀ ਆ ਗਵਰਨਰ ਦੀ ਤੇ ਜਿਹੜੀ ਮੁੱਖ ਮੰਤਰੀ ਦੀ ਆਪਸ ਵਿੱਚ ਨਹੀਂ ਬਣੂਗੀ ਤੇ ਉੱਥੇ ਰਾਜ ਜਿਹੜਾ ਚੰਗੇ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਤੇ ਉਹਦਾ ਜਿਹੜਾ ਸਾਰੇ ਦਾ ਸਾਰਾ ਨੁਕਸਾਨ ਹੈ ਇਹ ਝੱਲਣਾ ਪਏਗਾ ਲੋਕਾਂ ਨੂੰ, ਪਬਲਿਕ ਨੂੰ। ਔਰ ਉਹ ਇਸ ਕਰਕੇ ਵੀ ਹੋ ਰਿਹਾ ਹੁਣ ਕਿ ਇਹ ਖਿੱਚਾ ਧੂਈ ਇਸ ਕਰਕੇ ਵੀ ਆ ਕਿ ਇਲੈਕਸ਼ਨ ਜਿਹੜੀ ਹੈਗੀ ਆ ਰਹੀ ਆ, ਉਹਦੇ ਵਿੱਚ ਕੇਂਦਰ ਜਿਹੜਾ ਉਹ ਦਖਲਅੰਦਾਜ਼ੀ ਕਰ ਰਿਹਾ ਵਾ ਵਾਇਆ ਗਵਰਨਰ। ਇਹ ਪੰਜਾਬ ਵਿੱਚ ਵੀ ਹੋ ਰਿਹਾ ਔਰ ਬਾਕੀ ਸੂਬਿਆਂ 'ਚ ਵੀ ਹੋ ਰਿਹਾ ਵਾ ਔਰ ਹਰਿਆਣਾ 'ਚ ਵੀ ਹੋਣ ਵਾਲੀ ਹੋਏਗੀ ਕਿਉਂਕਿ ਉੱਥੇ ਵੀ ਕਾਂਗਰਸ ਬੈਠੀ ਆ। ਇਸੇ ਤਰ੍ਹਾਂ ਬਾਕੀ ਸੂਬਿਆਂ ਵਿੱਚ ਪਹਿਲੀ ਗੱਲ ਤਾਂ ਫੰਡਿੰਗ ਨਹੀਂ ਜਾ ਰਹੀ। ਦੂਜੀ ਗੱਲ ਗਈ ਸਾਂਸਦ ਜਿਹੜੇ ਉੱਥੇ ਦਾ ਦੌਰਾ ਹੀ ਨਹੀਂ ਕਰਦੇ, ਉੱਥੇ ਜਾਂਦੇ ਨਹੀਂ ਕਿ ਇੱਥੇ ਗਲੀਆਂ ਨਾਲੀਆਂ ਬਣਨ ਵਾਲੀਆਂ, ਇੱਥੇ ਪੰਚਾਇਤਾਂ ਨੂੰ ਫੰਡ ਚਾਹੀਦਾ। ਉਹਨਾਂ ਸੂਬਿਆਂ ਵਿੱਚ ਬਿਲਕੁਲ ਉਹਨਾਂ ਨਾ ਕਰ ਦਿੱਤੀ ਕਿ ਅਸੀਂ ਨਹੀਂ ਕੁਝ ਦੇਵਾਂਗੇ। ਇਹ ਜਿਹੜੀ ਇੱਕ ਗੱਲ ਅੰਦਰਲੀ ਗੱਲ, ਆ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ। ਆ ਤਾਮਿਲਨਾਡੂ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ। ਤਾਮਿਲਨਾਡੂ ਦੇ ਵਿੱਚ ਸਰਕਾਰ ਤਾਂ ਇਹਨਾਂ ਦੀ ਹੈ ਪਰ ਉਹਦੇ ਵਿੱਚ ਗਵਰਨਰ ਜਿਹੜਾ ਹੈਗਾ ਉਹਨਾਂ ਦੀ ਆਪਸੀ ਜਿਹੜੀ ਹੈਗੀ ਆ ਪਹਿਲਾਂ ਹੀ ਖਹਿਬਾਜੀ ਰਹੀ ਹੈ। ਗਵਰਨਰ ਜਿਹੜਾ ਉਹਦੇ ਨਾਲ ਮੇਲ ਜੋਲ ਤੋਂ ਬਾਹਰ ਰਿਹਾ ਹੈਗਾ। ਜਿੰਨਾ ਪੈਸਾ ਉਹਨਾਂ ਨੂੰ ਮਿਲਦਾ ਵਾ ਸਾਰਾ ਕੁਝ ਹੈਗਾ ਉਹਦੇ ਤੇ ਜਿਹੜੀ ਸਾਈਨ ਕਰ ਲਈ ਜਿੱਦਾਂ ਆਪਣਾ ਗਵਰਨਰ ਕਰ ਰਿਹਾ, ਉਸੇ ਤਰ੍ਹਾਂ ਗਵਰਨਰ ਨੂੰ ਉਹਨਾਂ ਨੇ ਉਹੀ ਜਿਹੜਾ ਕਿਤੇ ਵੀ ਨਾ ਕਰ ਦਿਓ। ਗਵਰਨਰ ਇਸ ਕਰਕੇ ਨਾ ਕਰ ਰਿਹਾ ਹੈਗਾ ਕਿ ਇਲੈਕਸ਼ਨ ਦੇ ਵਿੱਚ ਫਿਰ ਦੁਬਾਰਾ ਜਿਹੜਾ ਹੈਗਾ ਸਾਡਾ ਮਲਬਾ ਬਣ ਜਾਊਗਾ, ਸਾਡਾ ਉਹਦੇ ਵਿੱਚ ਸਾਰਾ 65 ਬਣ ਜੂਗੀ। ਇਸੇ ਕਰਕੇ ਜੇ ਦੋਵਾਂ ਦੀ ਬਣਦੀ ਹੈ ਸਰਕਾਰ ਹੋਵੇ ਜਾਂ ਨਾ ਹੋਵੇ, ਗੱਲ ਉਹਨਾਂ ਦੀ ਆਪਸੀ ਖਹਿਬਾਜੀ ਦੀ ਵੀ ਹੈਗੀ ਆ। ਇਸ ਖਹਿਬਾਜੀ ਨੇ ਸਿਰਫ ਲੋਕਾਂ ਤੱਕ ਜਿਹੜਾ ਨੁਕਸਾਨ ਪਹੁੰਚਾ ਦਿੱਤਾ ਹੈਗਾ। ਹੁਣ ਮੰਤਰੀ ਨੂੰ ਕੱਢਣ ਦਾ ਮਤਲਬ ਜਿਹੜਾ ਹੈਗਾ ਕਿ ਲੋਕ ਸਰਕਾਰ ਦੇ ਉਲਟ ਵੀ ਹੋ ਸਕਦੇ ਆ ਔਰ ਗਵਰਨਰ ਦੇ ਉਲਟ ਵੀ ਹੋ ਸਕਦੇ ਆ। ਹੁਣ ਹਜੂਮ ਜਿਹੜਾ ਲੋਕਾਂ ਦਾ ਹੋ ਸਕਦਾ ਬਗਾਵਤ ਤੱਕ ਵੀ ਉਤਰ ਆਉਂਦਾ ਜੋ ਮਨੀਪੁਰ 'ਚ ਹੋਇਆ। ਇਸੇ ਤਰ੍ਹਾਂ ਦੀ ਗੱਲ ਹੈਗੀ। ਇਸੇ ਤਰ੍ਹਾਂ ਦੀ ਗੱਲ ਹੈ। ਚਲੋ ਹੁਣ ਅੱਗੇ ਵਧੀਏ ਆਪਾਂ। ਹਾਂ, ਪਰਲਸ ਗਰੁੱਪ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਅਮਲ ਸ਼ੁਰੂ ਹੋ ਗਿਆ ਕਿਉਂਕਿ ਚਿਟ ਫੰਡ ਕੰਪਨੀਆਂ ਇਹ ਸਭ ਕਾਫੀ ਜ਼ਿਆਦਾ ਚੂਨਾ ਲਾਉਂਦੀਆਂ ਪਈਆਂ ਨੇ ਲੋਕਾਂ ਨੂੰ। ਪਰਲਸ ਗਰੁੱਪ ਵੀ ਉਸੇ ਕੈਟਾਗਰੀ ਦੇ ਵਿੱਚ ਆਉਂਦਾ ਹੈ। ਉਹਨਾਂ ਦੀਆਂ ਜਾਇਦਾਦਾਂ ਦੇ ਬਾਰੇ ਕੀ ਹੈ, ਕਿਉਂਕਿ ਆਫਟਰ ਆਲ ਗਵਰਨਮੈਂਟ ਨੇ ਵਸੂਲ ਕਰਕੇ ਹੀ ਦੇਣਾ ਪਬਲਿਕ ਨੂੰ। ਜੇ ਪਬਲਿਕ ਨੂੰ ਦੇਣਾ ਉਹਨਾਂ ਨੇ ਜਿਹੜਾ ਇਹਨੇ ਚੂਨਾ ਲਾਇਆ ਤੇ ਉਹਦੀਆਂ ਜਾਇਦਾਦਾਂ ਦੇ ਉੱਤੇ ਹੱਥ ਪਾਉਣਗੇ। ਜਿਵੇਂ ਬਹੁਤ ਸਾਰੇ ਲੋਕ ਜਿਹੜੇ ਭਾਰਤ ਤੋਂ ਭੱਜ ਗਏ ਨੇ ਭਾਰਤ ਦਾ ਪੈਸਾ ਖਾ ਕੇ। ਖੈਰ ਉਹ ਇੱਕ ਡਿਫਰੈਂਟ ਸਟੋਰੀ ਹੈ ਕਿ ਉਹਦੇ ਪਿੱਛੇ ਕਿੰਨਾ ਦਾ ਹੱਥ ਹੈ, ਕਿੰਨਾ ਦੀ ਸ਼ਹਿ ਦੇ ਉੱਤੇ ਸਭ ਹੋਇਆ, ਪਰ ਫਿਰ ਵੀ ਜਿਹੜਾ ਪੈਸਾ ਵਸੂਲ ਕਰਨਾ ਹੈ ਉਹ ਤਾਂ ਲਿੱਤਾ ਜਾਏਗਾ ਨਾ ਉਹਨਾਂ ਦੀ ਜਾਇਦਾਦਾਂ ਤੋਂ। ਹਾਲਾਂਕਿ ਨਵੀਂ ਰੂਲਿੰਗਸ ਇਹ ਵੀ ਆ ਗਈਆਂ ਨੇ ਕਿ ਉਹਨਾਂ ਦੇ ਅਗੇਂਸਟ ਸ਼ਾਇਦ ਕੋਈ ਕ੍ਰਿਮੀਨਲ ਕੇਸਿਸ ਨਾ ਬਣਨ, ਉਹਨਾਂ ਨੂੰ ਜ਼ਰਾ ਪਿਆਰ ਨਾਲ ਜ਼ਰਾ ਸਮਝਾ ਕੇ ਬੈਠ ਕੇ ਗੱਲਬਾਤ ਕੀਤੀ ਜਾਵੇ, ਉਹਨਾਂ ਨੂੰ ਕ੍ਰਿਮੀਨਲ ਚਾਰजेस ਦੀ ਲੋੜ ਨਹੀਂ ਹੈ। ਇਹ ਵੀ ਨਵੀਂ ਰੂਲਿੰਗਸ ਆ ਰਹੀਆਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ। ਸੋ ਇਹ ਸਭ ਜਿਹੜੀਆਂ ਪਰਲਸ ਗਰੁੱਪ ਦੀਆਂ ਬਣਦੀਆਂ ਪਈਆਂ ਨੇ ਸਾਰੀਆਂ ਸਕੀਮਸ, ਇਹ ਕੀ ਨੇ ਜੀ? ਇਹਨਾਂ ਨੇ ਵੈਸੇ ਜਦੋਂ ਪੈਸਾ ਲੋਕਾਂ ਦਾ ਹੜੱਪਿਆ, ਜਦੋਂ ਜਿਹੜੀ ਚਿੱਟ ਫੰਡ ਸੀ ਉਹਦੇ 'ਚ ਪੈਸਾ ਬਹੁਤ ਦੁੱਗਣਾ ਕਰ ਲਈ ਤਿੱਗਣਾ ਕਰ ਲਈ, ਇਹਨਾਂ ਨੇ ਲੋਕਾਂ ਨੂੰ ਝਾਂਸਾ ਦਿੱਤਾ। ਉਹ ਪੈਸਾ ਜਿਹੜਾ ਇਹਨਾਂ ਨੇ ਆਪਣੇ ਅਕਾਊਂਟ 'ਚ ਪਾ ਕੇ ਪੈਸਾ ਜਿਹੜਾ ਹੜੱਪ ਕਰ ਗਏ ਔਰ ਉਹਦੇ ਬਾਅਦ ਇਹਨਾਂ ਨੇ ਬਹੁਤ ਬੇਨਾਮੀ ਪ੍ਰਾਪਰਟੀ ਬਣਾਈਆਂ ਔਰ ਦੁਬਈ ਤੱਕ ਔਰ ਆਸਟ੍ਰੇਲੀਆ ਤੱਕ ਇਹਨਾਂ ਦੀਆਂ ਪ੍ਰਾਪਰਟੀ ਬੋਲਦੀਆਂ। ਔਰ ਪੰਜਾਬ ਗੌਰਮੈਂਟ ਨੇ ਇਸ ਵੇਲੇ ਐਲਾਨਨਾਮਾ ਕਰ ਦਿੱਤਾ। ਭਗਵੰਤ ਮਾਨ ਨੇ ਕਹਿਤਾ ਕਿ ਜਿੱਥੇ ਜਿੱਥੇ ਸਾਨੂੰ ਪ੍ਰਾਪਰਟੀ ਇਹਨਾਂ ਦੀ ਮਿਲ ਗਈਆਂ ਅਸੀਂ ਵੇਚ ਕੇ ਉਹ ਪੈਸਾ ਵਾਪਸ ਦੇਵਾਂਗੇ ਜਿਹੜੇ ਲੋਕਾਂ ਵੱਲੋਂ ਸ਼ਿਕਾਇਤਾਂ ਆਉਣਗੀਆਂ। ਔਰ ਅਸੀਂ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਨਹੀਂ ਦੇਵਾਂਗੇ, ਸਗੋਂ ਉਹਨਾਂ ਦੀ ਪ੍ਰਾਪਰਟੀ ਨੂੰ ਵੇਚਾਂਗੇ। ਵਿਜੀਲੈਂਸ ਉਹਨਾਂ ਦੇ ਮਗਰ ਲੱਗ ਗਈ ਆ ਔਰ ਖੁਫੀਆ ਏਜੰਸੀਆਂ ਮਗਰ ਲੱਗ ਗਈਆਂ। ਪੰਜਾਬ ਪੁਲਿਸ ਨੂੰ ਵੀ ਉਹਨਾਂ ਨੇ ਹੁਕਮ ਕਰ ਦਿੱਤੇ ਆ ਔਰ ਉਹ ਬੰਦਾ ਅਜੇ ਤੱਕ ਗ੍ਰਿਫਤਾਰ ਤਾਂ ਨਹੀਂ ਹੋਇਆ। ਇਸ ਤਰ੍ਹਾਂ ਦੇ ਬਾਕੀ ਬਾਹਰਲੇ ਦੇਸ਼ਾਂ 'ਚ ਪਹੁੰਚ ਜਾਂਦੇ ਆ। ਔਰ ਜਿੱਥੇ ਜਿੱਥੇ ਪ੍ਰਾਪਰਟੀ ਇਹਨਾਂ ਦੀ ਲੈਂਡ ਪ੍ਰਾਪਰਟੀ ਬਹੁਤ ਹੈਗੀ ਆ, ਮੂਵੇਬਲ ਤੇ ਇਮੂਵੇਬਲ ਦੋ ਤਰ੍ਹਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹਨਾਂ ਨੂੰ ਪੰਜਾਬ ਗੌਰਮੈਂਟ ਨੇ ਆਪਣੇ ਹੱਥਾਂ ਵਿੱਚ ਲੈ ਰਹੀ ਆ। ਔਰ ਕੁਝ ਬੇਨਾਮੀ ਪ੍ਰਾਪਰਟੀ ਵੀ ਹੈਗੀ ਹੈ ਜਿਹੜੀ ਕੁਝ ਆਮ ਲੋਕਾਂ ਦੇ ਨਾਂ 'ਤੇ ਰਜਿਸਟਰੀਆਂ ਹੋ ਗਈਆਂ, ਉਹਦਾ ਵੀ ਇਹਨਾਂ ਨੇ ਪੜਚੋਲ ਕਰ ਲਈ ਆ। ਕੁਝ ਪੜਤਾਲ ਦੇ ਵਿੱਚੋਂ ਪਤਾ ਲੱਗ ਗਿਆ। ਰੈਵਨਿਊ ਡਿਪਾਰਟਮੈਂਟ ਨੇ ਦੱਸ ਦਿੱਤਾ ਕਿੱਥੇ ਕਿੱਥੇ ਹੈਗਾ, ਪਰ ਇਹਦੇ ਵਿੱਚ ਇਹ ਵੀ ਹੈਗਾ ਕਿ ਕੁਝ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਉਹਦੇ ਵਿੱਚ ਧਾਂਦਲੀ ਵੀ ਕੀਤੀ ਆ। ਕੁਝ ਪੈਸਾ ਜਿਹੜਾ ਉਹਨਾਂ ਦਾ ਲੱਗਿਆ ਸੀ ਜਿੱਥੇ ਹੈਗਾ ਉਹ ਬੇਨਾਮੀਆਂ ਪ੍ਰਾਪਰਟੀ ਉਹਨਾਂ ਨੇ ਨਹੀਂ ਦੱਸੀਆਂ, ਜਿਸ 'ਚ ਕੁਝ ਕਾਨੂੰਗੋ ਨੇ, ਕੁਝ ਪਟਵਾਰੀ ਨੇ, ਕੁਝ ਤਹਿਸੀਲਦਾਰ ਨੇ, ਕਿਉਂਕਿ ਇਹ ਜਿਹੜੀ ਲੈਂਡ ਪ੍ਰਾਪਰਟੀ ਆ ਇਹ ਸਿਰਫ ਤੇ ਸਿਰਫ ਰੈਵਨਿਊ ਜਾਂ ਮਾਲ ਮਹਿਕਮਾ ਹੀ ਦੱਸ ਸਕਦਾ। ਹੁਣ ਇਸ ਵੇਲੇ ਪੰਜਾਬ ਗੌਰਮੈਂਟ ਨੇ ਇਹਦੇ ਪਿੱਛੇ ਨੱਠ ਭੱਜ ਬਹੁਤ ਕੀਤੀ ਆ ਕਿਉਂਕਿ ਜਿਹੜਾ ਪਰਲ ਗਰੁੱਪ ਹੈ ਇਹਨੇ ਲੋਕਾਂ ਨੂੰ ਬਹੁਤ ਲੁੱਟਿਆ, ਖਾਸ ਕਰਕੇ ਮਾਲਵੇ ਦੇ ਲੋਕਾਂ ਨੂੰ ਪੰਜਾਬ ਦੇ, ਔਰ ਉਹਦੇ ਵਿੱਚ ਮਾਝਾ ਔਰ ਦੁਆਬੇ ਦੇ ਲੋਕ ਥੋੜ੍ਹਾ ਜਿਹਾ ਪਿੱਛੇ ਇਸ ਰਹੇ ਆ ਕਿਉਂਕਿ ਬਾਹਰ ਬੈਠੇ ਨੇ। ਇਹਨਾਂ ਕੋਲ ਪੈਸਾ ਤਾਂ ਬਹੁਤ ਹੈਗਾ ਪਰ ਇਸ ਪਿੱਛੇ ਘੱਟ ਲੱਗੇ ਆ। ਚਿੱਟ ਫੰਡ ਇੱਕ ਐਸਾ ਫੰਡ ਸੀ ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਪੈਸੇ ਦੁੱਗਣੇ ਤਿੱਗਣੇ ਕਰ ਲਈ ਕਿਹਾ ਔਰ ਉਹ ਸਾਰੇ ਦੇ ਸਾਰੇ ਜਿਹੜਾ ਇਹਨਾਂ ਦੇ ਕੋਲ ਅਕਾਊਂਟ ਸੀਗੇ ਉਹ ਇਹਨਾਂ ਨੇ ਗਬਨ ਕਰ ਲਏ, ਸਾਰਾ ਪੈਸਾ ਗਬਨ ਕਰ ਲਿਆ, ਕੋਈ ਪੈਸਾ ਉਹਨਾਂ ਦੇ ਪੱਲੇ ਨਹੀਂ ਪੈਣ ਦਿੱਤਾ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਾਂਗਰਸ ਦੀ ਗੌਰਮੈਂਟ ਸੀਗੀ। ਕਾਂਗਰਸ ਦੀ ਗੌਰਮੈਂਟ ਵੇਲੇ ਸਾਰਾ ਕੁਝ ਹੋਇਆ। ਉਦੋਂ ਤੱਕ ਹੁਣ ਤੱਕ ਇਹ ਫੈਸਲੇ ਹੁੰਦੇ
ਇਹ ਬੜੀ ਦੂਰ ਤੱਕ ਚਲੀ ਗਈ ਗੱਲ। ਇਸ ਗੌਰਮੈਂਟ ਨੇ ਐਕਸ਼ਨ ਲਿਆ, ਕਿਉਂਕਿ ਜਦੋਂ ਗੌਰਮੈਂਟ ਬਣਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪਰਲ ਗਰੁੱਪ ਦੇ ਪਿੱਛੇ ਲੱਗ ਕੇ ਉਹਨਾਂ ਕੋਲ ਪੈਸਾ ਵਾਪਸ ਤੁਹਾਨੂੰ ਕਰਾਵਾਂਗੇ। ਤੁਸੀਂ ਥੋੜ੍ਹਾ ਜਿਹਾ ਯਾਦ ਰੱਖੋ ਕਿ ਅਸੀਂ ਜਿੱਥੇ ਅਕਾਊਂਟ ਮਿਲ ਗਏ, ਜੋ ਉਹਨਾਂ ਦੀ ਪ੍ਰਾਪਰਟੀ ਮਿਲ ਗਈ, ਉਹਨੂੰ ਅਸੀਂ ਦੁਬਾਰਾ ਵੇਚ ਕੇ ਤੁਹਾਡੇ ਖਜ਼ਾਨੇ ਵਿੱਚ, ਤੁਹਾਡੇ ਅਕਾਊਂਟ ਵਿੱਚ ਪੈਸਾ ਪਾਵਾਂਗੇ। ਇਹ ਚੀਜ਼ਾਂ ਜਿਹੜੀਆਂ ਇਸ ਵੇਲੇ ਭਗਵੰਤ ਮਾਨ ਨੇ ਕਹਿ ਦਿੱਤਾ ਇਹਦੇ ਬਾਰੇ। ਬਹੁਤ ਵਧੀਆ ਜੀ, ਇਹ ਹੋਣਾ ਵੀ ਚਾਹੀਦਾ। ਜਿਨ੍ਹਾਂ ਨੇ ਪੰਜਾਬ ਦਾ ਖਾਧਾ, ਜਿਨ੍ਹਾਂ ਨੇ ਭਾਰਤ ਦਾ ਖਾਧਾ, ਉਹ ਵਸੂਲ ਕਰਨਾ ਚਾਹੀਦਾ ਔਰ ਵਿਆਜ ਸਮੇਤ ਵਸੂਲ ਕਰਨਾ ਚਾਹੀਦਾ, ਤਾਂ ਕਿ ਉਹ ਪੈਸਾ ਖਜ਼ਾਨੇ 'ਚ ਆਵੇ ਤੇ ਲੋਕਾਂ ਦੇ ਕੰਮ ਆਵੇ। ਸੋ ਇਹ ਹੋਰ ਵੀ ਚੀਜ਼ਾਂ ਚਾਹੀਦੀਆਂ ਨੇ, ਜਿੱਦਾਂ ਫਜ਼ੂਲ ਦੀਆਂ ਖਰਚੀਆਂ ਰੋਕਣੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ, ਫਜ਼ੂਲ ਦੇ ਵਿਗਿਆਪਨ ਰੋਕਣੇ ਚਾਹੀਦੇ ਨੇ ਸਰਕਾਰਾਂ ਨੂੰ, ਕਿਉਂਕਿ ਜੇ ਤੁਸੀਂ ਕੰਮ ਕਰਦੇ ਪਏ ਹੋ ਤਾਂ ਤੁਹਾਡਾ ਕੰਮ ਬੋਲਦਾ, ਤੁਹਾਨੂੰ ਵਿਗਿਆਪਨਾਂ ਦੀ ਲੋੜ ਨਹੀਂ ਪੈਂਦੀ। ਸੋ ਇਹ ਸਭ ਗੱਲਾਂ ਸੋਚਦੇ ਹੋਏ ਸੂਬੇ ਦੀ ਮਾਲੀ ਹਾਲਤ ਕੀ ਹੈ ਉਸ ਦੇ ਮੁਤਾਬਿਕ ਕੰਮ ਕਰਨੇ ਚਾਹੀਦੇ ਨੇ ਸਰਕਾਰ ਨੂੰ, ਤਾਂ ਕਿ ਲੋਕਾਂ ਦੀ ਮਾਲੀ ਹਾਲਤ ਸੁਧਾਰੀ ਜਾ ਸਕੇ, ਐਗਰੀਕਲਚਰ ਬਿਜ਼ਨਸ ਨੂੰ ਅੱਗੇ ਵਧਾਇਆ ਜਾ ਸਕੇ, ਕਿਉਂਕਿ ਇਨਵੈਸਟਰਸ ਨਹੀਂ ਮਿਲਦੇ ਪਏ ਪੰਜਾਬ ਦੇ ਵਿੱਚ ਇਨਵੈਸਟ ਕਰਨ ਵਾਲੇ, ਜੋ ਇਸ ਵਕਤ ਦੇ ਹਾਲਾਤ ਬਣੇ ਹੋਏ ਨੇ। ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਬੜੇ ਚੁਣੌਤੀਪੂਰਨ ਕਦਮ ਚੁੱਕਣੇ ਪੈਣੇ ਨੇ। ਸੋ ਆਪਾਂ ਅੱਗੇ ਮੁੱਦਾ ਛੇੜਦੇ ਹਾਂ, ਪੰਜਾਬ ਦੀ ਨਵੀਂ ਸਿੱਖਿਆ ਨੀਤੀ। ਸਲਾਹਕਾਰ ਬੋਰਡ ਬਣ ਗਏ, ਕਿਉਂਕਿ ਸਿੱਖਿਆ ਜਿਹੜੀ ਹੈ, ਜਿਸ ਤਰ੍ਹਾਂ ਜ਼ਾਕਿਰ ਹੁਸੈਨ ਸਾਹਿਬ ਸਾਡੇ ਪ੍ਰੈਜ਼ੀਡੈਂਟ ਜੋ ਇਸ ਵਕਤ ਸੰਸਾਰ ਵਿੱਚ ਨਹੀਂ ਰਹੇ, ਉਹਨਾਂ ਨੇ ਇੱਕ ਖਾਸ ਗੱਲ ਕਹੀ ਸੀ ਕਿ ਲੋਕਤੰਤਰ ਦਾ ਆਧਾਰ ਹੈ ਸਿੱਖਿਆ। ਜਿਸ ਦੇਸ਼ ਦੀ ਸਿੱਖਿਆ ਮਜ਼ਬੂਤ ਹੈ, ਲੋਕਤੰਤਰ ਮਜ਼ਬੂਤ ਹੈ, ਕਿਉਂਕਿ ਸਿੱਖਿਆ ਬਣਾਉਂਦੀ ਹੈ ਜਾਗਰੂਕ ਨਾਗਰਿਕ, ਔਰ ਲੋਕਤੰਤਰ ਨੂੰ ਹਮੇਸ਼ਾ ਜਾਗਰੂਕ ਨਾਗਰਿਕ ਚਾਹੀਦੇ ਨੇ, ਐਕਟਿਵ ਸਿਟੀਜ਼ਨਸ ਚਾਹੀਦੇ ਨੇ। ਸੋ ਇਹ ਨਵੀਂ ਸਿੱਖਿਆ ਕੀ ਹੈ ਜੀ, ਜਿਹਦੇ ਬਾਰੇ ਸਲਾਹਕਾਰ ਬੋਰਡ ਬਣ ਗਿਆ ਹੈ, ਪੰਜਾਬ ਦੀ ਸਿੱਖਿਆ ਨੀਤੀ, ਐਜੂਕੇਸ਼ਨ ਪਾਲਿਸੀ। ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ ਕਿ ਸਿੱਖਿਆ ਆਦਮੀ ਦਾ, ਮਨੁੱਖ ਦਾ ਤੀਜਾ ਨੇਤਰ ਹੁੰਦਾ, ਉਹਦੇ ਵਿੱਚ ਉਹਨੂੰ ਦੁਨੀਆਦਾਰੀ ਔਰ ਲੋਕਾਂ ਦਾ ਵਾਧਾ ਘਾਟਾ, ਜਿਹਦੇ ਵਿੱਚ ਉਹਦਾ ਨਫਾ ਨੁਕਸਾਨ ਸੋਚਣ ਦੀ ਜਿਹੜੀ ਹੈਗੀ ਆ, ਉਹਨੂੰ ਉਹਦੇ ਤੋਂ ਲਿਆਕਤ ਮਿਲ ਜਾਂਦੀ ਆ। ਔਰ ਇਹ ਇਹਨਾਂ ਨੇ ਇਸ ਵੇਲੇ ਪੰਜਾਬ ਗੌਰਮੈਂਟ ਨੇ ਮੁੱਦਾ ਰੱਖ ਲਿਆ, ਜਿਹਦੇ ਵਿੱਚ ਸਲਾਹਕਾਰ ਬੋਰਡ, ਐਡਵਾਈਜ਼ਰੀ ਬੋਰਡ ਬਣਾ ਦਿੱਤਾ, ਜਿਹਦੇ ਵਿੱਚ 5 ਜਿਹੜੇ ਹੈਗੇ ਆ ਪ੍ਰਿੰਸੀਪਲ ਆ, ਸਕੂਲਾਂ ਜਾਂ ਕਾਲਜਾਂ ਦੇ ਹੈੱਡ ਨੇ, ਔਰ 7 ਜਿਹੜੇ ਆ ਉਹ ਐਜੂਕੇਸ਼ਨਿਸਟ ਆ, ਜਿਹੜੇ ਵਿਦਿਅਕ ਢਾਂਚੇ ਨੂੰ ਬਣਾਉਣ ਵਿੱਚ ਪੂਰਾ ਯੋਗਦਾਨ ਦਿੱਤਾ ਵੀ ਔਰ ਦੇਣਗੇ ਵੀ। ਇਹ 12 ਜਿਹੜੇ ਸਲਾਹਕਾਰ ਬੋਰਡ ਦੇ ਬੰਦੇ ਜਾਂ ਸਲਾਹਕਾਰ ਬੋਰਡ ਦੇ ਮੈਂਬਰ ਬਣ ਗਏ ਆ। ਔਰ ਇਹਦੇ ਵਿੱਚ ਜਿਹੜਾ ਵਿਦਿਆ ਦੇ ਮੰਤਰੀ ਨੇ, ਉਹਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਪੂਰੀ ਦੀ ਜਿਹੜੀ ਸਹੂਲਤ ਦੇਵਾਂਗੇ ਔਰ ਇਹਨਾਂ ਨੂੰ ਜੋ ਕੁਛ ਇਹਨਾਂ ਦੇ ਸਾਧਨ ਨੇ, ਰਿਸੋਰਸ ਨੇ, ਉਹਨਾਂ ਨੂੰ ਮੁਹੱਈਆ ਕਰਾਂਗੇ। ਔਰ ਉਹਦੇ ਵਿੱਚ ਜਿਹੜੇ ਵੀ ਸਕਾਲਰ ਨੇ ਜਾਂ ਦਾਰਸ਼ਨਿਕ ਨੇ ਬੈਠੇ ਉੱਤੇ, ਜਾਂ ਸ਼ਾਸਤਰੀ ਨੇ, ਵਿਦਿਆ ਸ਼ਾਸਤਰੀ, ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਸਲਾਹਾਂ ਅਸੀਂ ਆਨਲਾਈਨ ਵੀ ਲਵਾਂਗੇ, ਤਾਂ ਕਿ ਨਵੇਂ ਸਿਲੇਬਸ, ਨਵੀਂ ਨੀਤੀ ਔਰ ਉਹਦੇ ਵਿੱਚ ਜੋ ਕੁਝ ਬਾਹਰਲੇ ਦੇਸ਼ਾਂ ਵਿੱਚ ਪ੍ਰਿੰਸੀਪਲ ਜਾਂ ਹੈੱਡ ਭੇਜੇ ਆ, ਉਹਨਾਂ ਦਾ ਸਲਾਹ ਵੀ ਲਈ ਜਾਊਗੀ ਕਿ ਉਹ ਉੱਥੋਂ ਕੀ ਲੈ ਕੇ ਆਇਆ, ਉੱਥੇ ਬਾਹਰਲੇ ਦੇਸ਼ਾਂ ਵਿੱਚ ਸਾਡੇ ਨਿਸਬਤ ਕੰਪੈਰੇਟਿਵਲੀ ਜਿਹੜੀ ਐਜੂਕੇਸ਼ਨ ਹੈ ਕਿੱਥੋਂ ਤੱਕ ਪਹੁੰਚੀ ਹੈ, ਸਾਨੂੰ ਕੀ ਹੋਰ ਹੱਲਾ ਮਾਰਨਾ ਚਾਹੀਦਾ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਕਿਤਾਬੀ ਸਿਲੇਬਸ ਆ, ਇਹਨੂੰ ਥੋੜ੍ਹਾ ਜਿਹਾ ਘੱਟ ਕੀਤਾ ਜਾਊਗਾ ਜ਼ਿਆਦਾ। ਔਰ ਜਿਸ ਤਰ੍ਹਾਂ ਅੱਗੇ ਇੱਕ ਸਮੈਸਟਰ ਵਿੱਚ ਨਹੀਂ ਸੀ ਹੁੰਦਾ, ਸਾਲਾਨਾ ਐਗਜ਼ਾਮ ਹੁੰਦਾ ਸੀਗਾ। ਮੰਨ ਲਓ ਇੱਕ ਕਿਤਾਬ ਹੈਗੀ ਆ ਮੈਥੇਮੈਟਿਕਸ ਦੀ, ਉਹਦੇ ਵਿੱਚ ਜਿੰਨੇ ਵੀ ਚੈਪਟਰ ਨੇ, ਜੋ ਅਧਿਆਏ ਆ, ਸਾਰਿਆਂ ਨੂੰ 1 to all ਐਂਡ ਤੱਕ ਪੜ੍ਹ ਕੇ ਉਹਦਾ ਐਗਜ਼ਾਮ ਹੁੰਦਾ ਸੀ। ਹੁਣ ਸਮੈਸਟਰ ਸਿਸਟਮ ਬਣ ਗਿਆ ਸੀਗਾ। ਸਮੈਸਟਰ ਸਿਸਟਮ, ਪਹਿਲਾ ਸਮੈਸਟਰ, ਦੂਜਾ, ਤੀਜਾ, ਚੌਥਾ, ਉਹਦੇ ਨਾਲ ਰਨ ਥਰੂ ਨਹੀਂ ਸੀ ਪੜ੍ਹਿਆ ਜਾਂਦਾ, ਥਾਰੋਲੀ ਸਾਰੀ ਜਿਹੜਾ ਉਹਦਾ ਸਿਲੇਬਸ ਨਹੀਂ ਸੀ ਪੜ੍ਹਿਆ ਜਾਂਦਾ, ਉਹਦਾ ਪਾਠਕ੍ਰਮ ਨੂੰ ਕਵਰ ਨਹੀਂ ਸੀ ਕੀਤਾ ਜਾਂਦਾ। ਉਹ ਕਹਿੰਦੇ ਨੇ ਦੁਬਾਰਾ ਉੱਥੇ ਆਊਗਾ, ਜਿਸ ਤਰ੍ਹਾਂ ਦੇ ਨੇ ਖੋਤੀ ਮੋੜ ਕੋਡ ਬੋਰਡ ਥੱਲੇ ਆਉਂਦੀ ਹੈ, ਉਸੇ ਤਰ੍ਹਾਂ ਦਾ ਹੈਗਾ ਜੋ ਪਹਿਲਾਂ ਦਾ ਸਿਲੇਬਸ ਸੀਗਾ, ਉਹਨੂੰ ਦੁਬਾਰਾ ਇਹ ਅਪਣਾ ਰਹੇ ਆ। ਔਰ ਉਹਦੇ ਵਿੱਚ ਜਿੰਨੇ ਵਿਦਿਆ ਸ਼ਾਸਤਰੀ ਆ, ਉਹਨਾਂ ਨੇ ਸਲਾਹ ਦਿੱਤੀ ਹੈ ਕਿ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਬੱਚਿਆਂ ਦੇ ਨਾ ਬੋਝ ਨਾ ਪਾਓ, ਇਹਨਾਂ ਐਜੂਕੇਸ਼ਨ ਦੇ ਨਾਲ ਜਿਹੜਾ ਨਾ ਵਿਚਾਰ ਵਟਾਂਦਰਾ ਅੱਗੇ ਤੱਕ ਲੈ ਕੇ ਜਾਓ, ਜਿੱਥੇ ਜਿੱਥੇ ਸਾਡੀ ਅੱਗੇ ਐਜੂਕੇਸ਼ਨ ਦੀ ਪਾਲਿਸੀ ਸੀ ਉਹਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇ, ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਆ ਉਹ ਵਾਪਸ ਮੁੜਨ ਸਰਕਾਰੀ ਸਕੂਲਾਂ ਵਿੱਚ। ਫੀਸ ਘੱਟ ਹੈਗੀ ਆ ਔਰ ਉੱਥੇ ਜਿਹੜੇ ਟੀਚਰ ਵੀ ਐਜੂਕੇਟਡ ਆ। ਜੇ ਬਾਕਾਇਦਾ ਤੌਰ ਤੇ ਵੇਖਿਆ ਜਾਵੇ, ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਇੰਨੇ ਕੁਆਲੀਫਾਈਡ ਟੀਚਰ ਨਹੀਂ ਗਏ ਜਿੰਨੇ ਕੁਆਲੀਫਾਈਡ ਟੈਸਟ ਕਲੀਅਰ ਕਰਕੇ ਸਰਕਾਰੀ ਸਕੂਲਾਂ ਵਿੱਚ ਬੈਠੇ ਹੈਗੇ ਨੇ। ਹਾਲਾਂਕਿ ਉਹਨਾਂ ਨੂੰ ਤਨਖਾਹ ਤਾਂ ਸਰਕਾਰੀ ਮਿਲਦੀ ਹੈ, ਜਿਹੜੀ ਤਨਖਾਹ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਮਿਲਦੀ ਆ ਉਹ ਤਾਂ ਉਹਦੇ ਤੋਂ ਚੌਥਾ ਹਿੱਸਾ ਵੀ ਨਹੀਂ ਹੈਗੀ, ਪਰ ਮਿਹਨਤ ਉਹਨਾਂ ਨੂੰ ਜ਼ਿਆਦਾ ਕਰਨੀ ਪੈ ਰਹੀ ਆ। ਇਹ ਖਾਸ ਤੌਰ ਤੇ ਉਹਨਾਂ ਨੇ ਕਹਿਤਾ ਕਿ ਇੱਕ ਤਰ੍ਹਾਂ ਦੀਆਂ ਦੁਕਾਨਾਂ ਹੀ ਖੁੱਲ੍ਹ ਗਈਆਂ, ਜਿਹਦੇ ਵਿੱਚ ਕਿਤਾਬਾਂ ਬਾਹਰੋਂ ਆਉਂਦੀਆਂ ਸੀਗੀਆਂ, ਕਿਤਾਬਾਂ 'ਚ ਕਮਿਸ਼ਨ ਲੈਂਦੇ ਸੀਗੇ, ਬੂਟ ਜਰਾਬਾਂ ਤੋਂ ਲੈਂਦੇ ਸੀ, ਯੂਨੀਫਾਰਮ 'ਚੋਂ ਲੈਂਦੇ ਸੀਗੇ। ਇਹ ਸਾਰੇ ਦਾ ਸਾਰਾ ਬੋਝ ਤੇ ਬਰਡਨ ਸਾਰਾ ਮਾਂ ਪਿਓ 'ਤੇ ਪੈਂਦਾ ਸੀ। ਇਸ ਕਰਕੇ ਇਹਨਾਂ ਨੇ ਕਿਹਾ ਐਜੂਕੇਸ਼ਨ ਦੀ ਨੀਤੀ ਨੂੰ ਥੋੜ੍ਹਾ ਸਿੰਪਲ ਤੇ ਸਾਊ ਤੇ ਇਹਦੇ ਵਿੱਚ ਥੋੜ੍ਹੀ ਜਿਹੀ ਸਸਤੀ ਬਣਾ ਦੀ, ਤਾਂ ਕਿ ਜਿਹੜੇ ਗਰੀਬ ਲੋਕ ਆ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ। ਅੱਜ ਤੱਕ ਜੇ ਵੇਖਿਆ ਜਾਵੇ, ਜਿੰਨੇ ਜਨਰਲ ਕਰਨਲ, ਜਿੰਨੇ ਬ੍ਰਿਗੇਡੀਅਰ, ਜਿੰਨੇ ਨੇਤਾ
ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਆਏ ਆ ਔਰ ਉਹ ਬੋਲਦੇ ਵੀ ਅੱਛਾ ਵਾ, ਚੰਗੇ ਓਰੇਟਰ ਹੈਗੇ ਆ। ਔਰ ਜੇ ਅਸੀਂ ਅੰਗਰੇਜ਼ੀ ਦੇ ਪਿੱਛੇ ਲੱਗ ਕੇ ਸਾਰਾ ਕੁਝ ਤਬਾਹ ਕਰ ਲੈਣਾ ਗਾ, ਤੇ ਬਾਕੀ ਸਾਡਾ ਇਤਿਹਾਸ, ਸਾਡਾ ਬਾਕੀ ਜਿਹੜਾ ਇੱਥੋਂ ਦੀ ਜਿਹੜੀ ਸੋਸ਼ਲ ਸਾਇੰਸ ਹੈਗੀ ਆ, ਜਾਂ ਇੱਥੋਂ ਦੀ ਪੰਜਾਬੀ ਲੈਂਗੁਏਜ ਹੈਗੀ ਆ, ਜਾਂ ਜਿਹੜੀ ਸਮਾਜਿਕ ਸਿੱਖਿਆ ਹੈਗੀ ਆ, ਉਹ ਚੀਜ਼ਾਂ ਕਿੱਥੇ ਗਈਆਂ? ਵੀ ਅਸੀਂ ਇੱਕ ਪਾਸੇ ਲੱਗ ਗਏ ਹਾਂ। ਉਹ ਬੱਚੇ 12ਵੀਂ ਤੋਂ ਬਾਅਦ ਨਹੀਂ ਅੱਗੇ ਆ ਰਹੇ, 12ਵੀਂ ਤੋਂ ਬਾਅਦ +2 ਤੋਂ ਬਾਅਦ ਨਹੀਂ ਆ ਰਹੇ। ਉਹ ਸਿਰਫ ਵੀਜ਼ਾ, ਸਟੱਡੀ ਵੀਜ਼ਾ ਲੈ ਕੇ ਕੈਨੇਡਾ ਜਾ ਵੱਜਦੇ ਆ, ਜਾਂ ਪਹੁੰਚਦੇ ਆ ਅਮਰੀਕਾ ਜਾਂ ਇੰਗਲੈਂਡ, ਜਿੱਥੇ ਜਿੱਥੇ ਬੱਚੇ ਬੈਠੇ ਨੇ। ਇਸ ਤੋਂ ਬਾਅਦ ਕਾਲਜ, ਸਕੂਲ, ਯੂਨੀਵਰਸਿਟੀਆਂ ਸਾਰੀਆਂ ਖਾਲੀ ਹੋ ਗਈਆਂ। ਔਰ ਪੰਜਾਬ ਅੱਗੇ ਹੈ ਹੀ ਇੰਨਾ ਛੋਟਾ ਜਿਹਾ ਹੈਗਾ, ਬੱਚੇ ਬਾਹਰ ਚਲੇ ਗਏ, ਨੌਜਵਾਨੀ ਸਾਰੀ ਉੱਥੇ ਚਲੇ ਗਈ ਆ। ਇਸ ਕਰਕੇ ਇਹਨਾਂ ਨੇ ਨੀਤੀ ਨੂੰ ਇਹ ਅਪਣਾਉਣ ਦਾ ਯਤਨ ਕੀਤੇ ਆ। ਹੁਣ ਵੇਖੋ ਪ੍ਰੈਕਟੀਕਲ ਤੌਰ ਤੇ ਇਹਦਾ ਕੀ ਸਿੱਟਾ ਨਿਕਲਦਾ। ਔਰ ਕਈ ਵਾਰੀ ਇਹਨਾਂ ਨੇ ਬਿਠਾਏ ਵੀ ਆ ਸਾਰੇ ਨੇਤਾ, ਜਾਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਚੱਲ ਜਾਂਦੀ ਆ ਕਿ ਕੇਂਦਰ ਨੂੰ ਵੀ ਇਨਵੋਲਵ ਕਰਦੇ ਕਿ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਦਾ ਦੱਸੋ ਕਿ ਅਸੀਂ ਰਾਏ ਲੈਂਦੇ ਹਾਂ ਕਿ ਕੀ ਕਰੀਏ। ਔਰ ਇਹਦੇ ਵਿੱਚ ਇਸ ਵੇਲੇ ਖਲਾਰਾ ਜ਼ਿਆਦਾ ਹੈਗਾ। ਹੁਣ ਦੇਖੋ ਇਹਦੇ ਵਿੱਚ ਕੀ ਬਣਦਾ, ਕਿਸ ਸਿੱਟੇ ਤੱਕ ਪਹੁੰਚਦੀ ਹੈ ਸਰਕਾਰ। ਜੀ ਬਹੁਤ ਵਧੀਆ। ਸੋ ਬ੍ਰਿਜੇਸ਼ ਮਿਸ਼ਰਾ ਦੀ ਗੱਲ ਕਰਦੇ ਹਾਂ ਆਪਾਂ। ਬ੍ਰਿਜੇਸ਼ ਮਿਸ਼ਰਾ ਤੇ ਕੇਸ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰੀ ਤੋਂ ਬਚਦਾ ਰਿਹਾ, ਕਿਉਂਕਿ ਇਹਨੇ ਵੀ ਬੜਾ ਚੂਨਾ ਲਾਇਆ ਹੈ ਸਟੂਡੈਂਟਸ ਨੂੰ, ਖਾਸ ਕਰਕੇ ਕਿ ਬਾਹਰ ਭੇਜਣਾ ਹੈ। ਔਰ ਸਟੂਡੈਂਟਸ ਦੇ ਮਾਂ-ਬਾਪ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਇਹ ਉਠਾਉਂਦੇ ਨੇ ਔਰ ਜਿਹਨੂੰ ਕਹਿੰਦੇ ਆ ਕਿ ਉਹਨਾਂ ਦੀ ਜੇਬ ਕੱਟਦੇ ਨੇ, ਚੰਗੀ ਤਰ੍ਹਾਂ ਕੱਟਦੇ ਨੇ। ਔਰ ਨਤੀਜਾ ਇਹ ਹੁੰਦਾ ਕਿ ਜ਼ਿੰਦਗੀਆਂ ਬਰਬਾਦ ਕਰਕੇ ਰੱਖ ਦਿੰਦੇ ਨੇ। ਸੋ ਕੀ ਬਣੂਗਾ ਬ੍ਰਿਜੇਸ਼ ਮਿਸ਼ਰਾ? ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬ੍ਰਿਜੇਸ਼ ਮਿਸ਼ਰਾ ਜਿਹੜੇ ਉਹਨਾਂ 'ਤੇ ਕੇਸ ਦਾਇਰ ਹੋਏ ਆ, ਔਰ ਉਹਨਾਂ ਦੀ ਸੁਣਵਾਈ ਕੁਝ ਕੇਸਾਂ ਦੀ ਤਾਂ ਹੋਈ ਆ। ਔਰ ਉਹਦੇ ਵਿੱਚ 12 ਕੇਸ ਸੀ ਉਹਨਾਂ 'ਤੇ, ਜਿਹਦੇ ਵਿੱਚੋਂ 5 ਕੇਸ ਜਿਹੜੇ ਹੈਗੇ ਆ ਉਹ ਸਮਝੌਤਾ ਹੋ ਗਿਆ, 7 ਕੇਸ ਅਜੇ ਉਸੇ ਤਰ੍ਹਾਂ ਨਿਰੰਤਰ ਚੱਲ ਰਹੇ ਆ। ਉਹਨਾਂ ਦੇ ਵਿੱਚ ਕੇਸਾਂ ਦੀ ਸੁਣਵਾਈ ਹੁੰਦੀ ਆ, ਔਰ ਉਹਨਾਂ 'ਚ ਪੁਲਿਸ ਇਨਵੋਲਵ ਆ, ਜੁਡੀਸ਼ਰੀ ਇਨਵੋਲਵ ਆ, ਸਾਰਿਆਂ ਦੀ ਗਵਾਹੀਆਂ ਦਿੰਦੇ ਆ। ਔਰ 700 ਮੁੰਡੇ ਦਾ ਹੁਣ ਕੇਸ ਜਿਹੜਾ ਨਵਾਂ ਆ ਗਿਆ ਲੋਕਾਂ ਦੇ ਸਾਹਮਣੇ, ਲੋਕਾਂ ਦੀ ਨਜ਼ਰ 'ਚ। ਔਰ ਉਦੋਂ ਪਤਾ ਨਹੀਂ ਲੱਗਿਆ, ਉਦੋਂ ਅਰੈਸਟ ਕਰਦੇ, ਉਹਨੂੰ ਫੜਦੇ, ਉਹਦੇ ਕੇਸ ਚਲਾਈ ਜਾਂਦੇ ਸੀ, ਔਰ ਉਹਦੇ ਵਿੱਚ ਕਿਸੇ ਦਾ ਹੁਕਮ ਨਹੀਂ ਹੋਇਆ। ਉਦੋਂ ਡਾਇਰੈਕਟਰ ਜਨਰਲ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਬੰਦੇ ਨੇ ਕੀ ਕੁਝ ਕਰ ਦਿੱਤਾ। ਜਦੋਂ ਕਿ ਜਲੰਧਰ ਦਾ ਬੱਸ ਸਟੈਂਡ ਦਾ ਆਲਾ ਦੁਆਲਾ ਜਿਹੜਾ ਉਹ ਹੱਬ ਹੈਗੀ ਆ ਇਹਦੇ ਟਰੈਵਲ ਏਜੰਟਾਂ ਦੀ। ਟਰੈਵਲ ਏਜੰਟ ਉਹਦੇ ਵਿੱਚ ਬੈਠੇ ਲੋਕਾਂ ਨਾਲ ਧੋਖਾਧੜੀ ਕਰ ਰਹੇ ਆ, ਪਰ ਸਾਰੇ ਨਹੀਂ ਅਸੀਂ ਕਹਿ ਸਕਦੇ। ਸਾਰੇ ਟਰੱਕ ਡਰਾਈਵਰ ਵੀ ਗਲਤ ਨਹੀਂ ਹੁੰਦੇ, ਤੇ ਸਾਰੇ ਪੁਲਿਸ ਵਾਲੇ ਸਾਰੇ ਗਲਤ ਨਹੀਂ ਹੁੰਦੇ। ਉਹਦੇ ਵਿੱਚ ਕੁਝ ਬੰਦੇ ਹੈਗੇ ਜਿਨ੍ਹਾਂ ਦਾ ਇਸ ਵੇਲੇ ਪੁਲਿਸ ਕੇਸ ਚੱਲ ਰਿਹਾ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਜਿਹੜਾ ਬ੍ਰਿਜੇਸ਼ ਮਿਸ਼ਰਾ ਨੂੰ ਇਸ ਵੇਲੇ ਉਹਨਾਂ ਨੇ ਹਿਰਾਸਤ ਵਿੱਚ ਲੈ ਲਿਆ। ਇਹ ਗੱਲ ਬੜੀ ਹਾਸੋਹੀਣੀ ਔਰ ਬੜੀ ਜਿਹੜੀ ਆ ਹੈਰਾਨੀਜਨਕ ਹੈਗੀ ਆ ਕਿ ਕੈਨੇਡਾ ਵਾਲੀ ਪੁਲਿਸ ਨੇ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ, ਜਿਹੜੀ ਉੱਥੋਂ ਦੀ ਸਰਹੱਦੀ ਪੁਲਿਸ ਆ ਉਹਨਾਂ ਨੇ ਫੜ ਲਿਆ ਉਹਨੂੰ। ਔਰ ਸਾਡੀ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਿਆ ਵੀ ਇਹ ਕੀ ਕਰ ਰਿਹਾ, ਜਦੋਂ ਕਿ 12 ਕੇਸ ਉੱਤੇ ਦਾਇਰ ਹੋ ਚੁੱਕੇ ਆ। ਇਹ ਪਤਾ ਗੱਲ ਇਹ ਹੁੰਦੀ ਕਿ ਪੈਸਾ ਜਿੱਥੇ ਚਲੇ ਜਾਂਦਾ, ਬੋਝਾਂ 'ਚ ਪੈਸਾ ਉਹਨਾਂ ਦੇ ਪੈ ਗਿਆ, ਬਟੂਏ ਭਰ ਗਏ। ਉਹਨਾਂ ਨੇ ਇਗਨੋਰ ਕਰਤਾ ਵੀ ਇਹ ਬੰਦਾ ਬੜਾ ਸਾਊ ਤੇ ਬੜਾ ਇਮਾਨਦਾਰ ਹੈਗਾ। 700 ਮੁੰਡਿਆਂ ਦੀ ਪੂਰੀ ਕੈਰੀਅਰ ਨਾਲ ਇਹਨੇ ਖੇਡ ਤੇ ਤਮਾਸ਼ਾ ਲਾਤਾ। ਔਰ ਮੁੰਡੇ ਅਜੇ ਵੀ ਉੱਥੇ ਜਿਹੜਾ ਬੈਠੇ ਆ ਸਟੇ ਲੈ ਕੇ, ਕੇਸ ਚੱਲ ਰਿਹਾ ਉਹਨਾਂ ਦਾ, ਪਤਾ ਨਹੀਂ ਕਦੋਂ ਡਿਪੋਰਟੇਸ਼ਨ ਹੋ ਜਾਏ ਉਹਨਾਂ ਦੀ। ਔਰ ਉਹਨਾਂ ਦਾ 700 ਪਰਿਵਾਰ ਤੇ ਵਿਚਾਰਾ ਇਸ ਵੇਲੇ ਚਿੰਤਾ ਨਾਲ ਡੁੱਬਿਆ ਪਿਆ, ਉਹ ਤਾਂ ਨੀਂਦ ਉਹਨਾਂ ਦੀ ਹਰਾਮ ਕਰ ਦਿੱਤੀ। ਔਰ ਪੰਜਾਬ ਪੁਲਿਸ ਨੂੰ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਕੋਲ ਇੰਨੇ ਕੇਸ ਪਏ ਆ। ਔਰ ਪਤਾ ਜਿਹੜਾ ਵੱਧ ਤੋਂ ਵੱਡਾ ਪ੍ਰਮੁੱਖ ਕੇਸ ਸੀ ਉਹਨਾਂ ਨੇ ਉਹਦਾ ਕੁਝ ਵੀ ਨਹੀਂ ਕੀਤਾ। ਔਰ ਉਹ 12 ਕੇਸ ਇਸ ਵੇਲੇ ਜਿਹੜਾ ਹੈਗਾ ਜੈਤੋ ਦਾ ਏਰੀਆ, ਜਿਹੜਾ ਫਰੀਦਕੋਟ ਦਾ, ਉੱਥੋਂ ਦੇ ਕੇਸ ਕਿੰਨੇ ਹੀ ਹੈਗੇ ਉਹਨਾਂ ਨੇ ਇੱਥੇ ਰਿਪੋਰਟ ਕੀਤੀ ਹੈ ਜਲੰਧਰ ਪੁਲਿਸ ਨੂੰ। ਫਿਰ ਫਰੀਦਕੋਟ ਦੇ ਬਾਕੀ ਕੇਸ ਹੈਗੇ ਆ, ਮਲੇਰਕੋਟਲਾ ਤੋਂ ਹੈਗੇ ਆ, ਲੁਧਿਆਣੇ ਤੋਂ ਕੇਸ ਹੈਗੇ ਆ, ਔਰ ਜਿਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜਦੋਂ 2 ਕੇਸ ਵੀ ਕਿਸੇ 'ਤੇ ਹੋ ਜਾਂਦੇ ਆ, ਉਹ 'ਚ ਇੱਦਾਂ ਦੀ ਡਿਕਲੇਰੇਸ਼ਨ ਹੋ ਜਾਣੀ ਚਾਹੀਦੀ ਹੈ ਕਿ ਇਸ ਬੰਦੇ ਨੂੰ ਫੜ ਕੇ ਅੰਦਰ ਕਰੋ, ਜਦੋਂ ਬਾਅਦ ਫਿਰ ਫੜਿਆ ਜਾਊਗਾ, ਜਦੋਂ ਕੇਸ ਚੱਲਦਾ ਵੇਖਿਆ ਜਾਊ ਕੀ ਹੁੰਦਾ ਹੈਗਾ। ਕਿਸੇ ਪੁਲਿਸ ਨੇ ਨਹੀਂ ਕਿਹਾ। ਪੁਲਿਸ ਕੋਲ ਇੰਨਾ ਅਧਿਕਾਰ ਹੈਗਾ ਕਿ ਜਿਹੜਾ ਬੰਦਾ ਜ਼ਿਆਦਾ ਹੱਥ ਚੁੱਕਦਾ ਵਾ ਉਹਨੂੰ ਅੰਦਰ ਕਰ ਸਕਦੇ ਆ। ਹੁਣ ਉੱਥੋਂ ਦੀ ਪੁਲਿਸ ਨੇ ਤਾਂ ਫੜ ਲਿਆ, ਇਹਨਾਂ ਕੋਲ ਉਹ ਨਹੀਂ ਫੜੇਗਾ। ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਦਿਨ ਦਿਹਾੜੇ ਕਤਲ ਦੇ ਵਿੱਚ ਅਜੇ ਤੱਕ ਜਿਹੜੇ ਉਹ ਮੁੰਡੇ ਜਿਨ੍ਹਾਂ ਨੇ 8 ਮੁੰਡਿਆਂ ਨੇ ਗੋਲੀ ਚਲਾ ਕੇ ਉਹਦਾ ਕਤਲ ਕਰ ਦਿੱਤਾ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਹਦਾ ਅਜੇ ਤੱਕ ਕੋਈ ਸੁਰ ਪਤਾ ਨਹੀਂ ਹੋਇਆ। ਉਹਦਾ ਮਾਂ ਪਿਓ ਅਜੇ ਭੁੱਬਾ ਮਾਰ ਰਿਹਾ, ਰੋ ਰਿਹਾ ਹੈਗਾ। ਇਹ ਸਾਡੀ ਪੁਲਿਸ ਦੀ ਜਿਹੜੀ ਹਮਾਕਤ ਹੈ, ਇਹ ਪੁਲਿਸ ਦੀ ਸਾਡੀ ਸਾਰੀ ਦੀ ਜਿਹੜੀ ਉੱਥੋਂ ਦੀ ਕੋਸ਼ਿਸ਼ ਨਾਕਾਮ ਰਹਿੰਦੀ ਹੈ, ਜਿਹਨੂੰ ਅਸੀਂ ਖਾਸ ਤੌਰ 'ਤੇ ਅਖਬਾਰਾਂ ਵਿੱਚ ਰੋਜ਼ ਪੜ੍ਹਦੇ ਰਹਿੰਦੇ ਹਾਂ। ਹੈਡਲਾਈਨ ਹੁੰਦੀਆਂ, ਇਹਨੂੰ ਫੜ ਲਿਆ ਵਿਜੀਲੈਂਸ ਨੇ, ਇਹਨੂੰ ਫੜ ਲਿਆ, ਉਹਨੂੰ ਕਰ ਲਿਆ, ਉਹਦੇ 'ਤੇ ਕੇਸ ਦਾਇਰ ਕਰ ਦਿੱਤਾ। ਇਹ ਸਿਰਫ ਕੇਸ ਜਿਹੜੇ ਆ ਜੁਡੀਸ਼ਰੀ ਤੱਕ ਹੀ ਜਾਂਦੇ ਆ, ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ। ਜਦੋਂ ਕਿ ਉਹ ਸਬੂਤਾਂ ਤੋਂ ਬਗੈਰ ਆਂਦੇ ਕਿ ਜਿਹੜੀਆਂ ਬਾਹਰਲੀਆਂ ਪੁਲਿਸ ਹੈ ਸਬੂਤ ਇਕੱਠੇ ਕਰਕੇ ਫਿਰ ਅਰੈਸਟ ਕਰਦੀਆਂ, ਉਹਨਾਂ ਨੇ ਜਿਹੜੀ ਸਰਹੱਦੀ ਪੁਲਿਸ ਉਹਨਾਂ ਨੇ ਇੱਕਦਮ ਫੜਿਆ ਚੁੱਪ ਕਰਕੇ, ਔਰ ਬੰਦਾ ਨਿਕਲਿਆ ਉਹੀ ਜਿਹੜਾ ਉਹਨਾਂ ਫੜਨਾ ਸੀ, ਬ੍ਰਿਜੇਸ਼ ਜਿਹੜਾ ਹੈਗਾ ਮਿਸ਼ਰਾ। ਔਰ ਇਸ ਵੇਲੇ ਇਹ ਸਾਰੀਆਂ ਜਿਹੜੀਆਂ ਵਿਸ਼ਵ ਦਾ ਪੂਰੇ ਦਾ ਜਿਹੜੇ ਆ ਗਲੋਬਲ ਵਿਸ਼ਾ ਬਣ ਗਿਆ ਕਿ 700 ਮੁੰਡੇ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਕਰਕੇ
ਫੇਕ ਕਾਗਜ਼ ਲਾ ਕੇ ਜਿੰਨੇ ਡਾਕੂਮੈਂਟਸ ਲਾਏ ਆ ਉਹ ਫੜੇ ਵੀ ਗਏ ਆ, ਕਿਤੇ ਇਹਦੇ ਆਪਣੇ ਸਾਈਨ ਨਹੀਂ ਗਏ। ਉਹਨਾਂ ਬੱਚਿਆਂ ਨੂੰ ਉਹਨਾਂ ਦਾ ਕੈਰੀਅਰ ਤਬਾਹ ਕਰ ਦਿੱਤਾ। ਇਹ ਸਾਡੀ ਪੁਲਿਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੇ ਸਾਡੇ ਦਰਸ਼ਕ ਇਸ ਗੱਲ ਤੋਂ ਜਾਣੂ ਹੋਣਾ ਚਾਹੁੰਦੇ ਨੇ ਕਿ ਉੱਤੇ 12 ਕੇਸ ਆ। ਉਹਦਾ 12 ਕੇਸਾਂ ਦਾ ਕੀ ਪਤਾ ਲੱਗਾ? ਕਿਸੇ ਅਖਬਾਰ ਨੂੰ ਪਤਾ ਲੱਗਾ ਉਹਦਾ, ਕਿਸੇ ਪੱਤਰਕਾਰ ਨੂੰ ਪਤਾ ਲੱਗਾ ਉਹਦਾ, ਕਿਸੇ ਵੀ ਚੈਨਲ ਨੂੰ ਦੱਸਿਆ ਇਹਨਾਂ ਨੇ ਕੀ ਕੀਤਾ ਹੈਗਾ? ਉਹ ਇਸ ਵੇਲੇ ਪੂਰੇ ਦੇ ਪੂਰੇ ਬੋਰੀਆਂ 'ਚ ਪਾ ਕੇ ਬੰਦ ਕਰਕੇ ਰੱਖੇ ਹੋਏ ਆ। ਜੀ ਬਿਲਕੁਲ ਠੀਕ ਹੈ। ਹੁਣ ਆਪਾਂ ਅੱਗੇ ਵਧੀਏ। ਜੀ ਜਿਹੜੇ ਇਹ ਸਮਾਰਟ ਸਕੀਮਸ ਬਣਦੀਆਂ ਪਈਆਂ ਨੇ, ਟੈਕਨੋਲੋਜੀ ਤਰੱਕੀ ਕਰਦੀ ਪਈ ਹੈ ਇਹਦੇ ਵਿੱਚ, ਕਿਉਂਕਿ ਪਹਿਲਾਂ ਮੈਨੂਅਲ ਵਰਕ ਹੁੰਦਾ ਸੀ, ਪਤਾ ਨਹੀਂ ਲੱਗਦਾ ਸੀ, ਅੱਜ ਕੱਲ੍ਹ ਪਤਾ ਲੱਗ ਜਾਂਦਾ ਹੈ। ਤੇ ਲੱਖਾਂ ਦੇ ਕਰੀਬ, ਤਕਰੀਬਨ 2,86,000 ਦੇ ਕਰੀਬ ਜਿਹੜੇ ਰਾਸ਼ਨ ਕਾਰਡ ਨੇ ਜਾਲੀ ਬਣੇ ਹੋਏ ਨੇ। ਇਹ ਪੰਜਾਬ ਸਰਕਾਰ ਇਹਨਾਂ ਦੇ ਉੱਤੇ ਸ਼ਿਕੰਜਾ ਕੱਸਣ ਜਾ ਰਹੀ ਹੈ ਕਿ ਇਹਨੂੰ ਰੱਦ ਕਰੋ। ਹੁਣ ਇਹ ਕਮਾਲ ਦੀ ਗੱਲ ਹੈ ਕਿ ਰਾਸ਼ਨ ਕਾਰਡ ਤੱਕ ਜਾਲੀ, ਔਰ ਕਈ ਵਾਰ ਦੇਖੋ ਅਮੀਰ ਘਰਾਂ ਦੇ ਲੋਕ ਵੀ, ਜਿਹੜੀ ਗਰੀਬਾਂ ਨੂੰ ਪੈਨਸ਼ਨ ਸਕੀਮ ਮਿਲਦੀ ਹੈ ਉਹ 'ਚੋਂ ਗਰੀਬਾਂ ਨੂੰ ਪੈਨਸ਼ਨ ਸਕੀਮ 'ਚੋਂ ਆਪ ਵੀ ਪੈਨਸ਼ਨ ਲੈਣਗੇ ਅਮੀਰ ਘਰਾਂ ਦੇ ਲੋਕ। ਔਰ ਕਈ ਵਾਰ ਦੇਖੋ ਜਿਹੜੀ ਇਹ ਕਣਕ ਮਿਲਦੀ ਹੈ ਗਰੀਬ ਪਰਿਵਾਰਾਂ ਨੂੰ, ਉਹ ਤੋਂ ਵੀ ਕਣਕ ਲੈ ਲੈਣਗੇ ਜਾਲੀ ਡਾਕੂਮੈਂਟਸ ਬਣਾ ਕੇ, ਜਦੋਂ ਕਿ ਉਹਨਾਂ ਨੂੰ ਲੋੜ ਨਹੀਂ ਹੈ। ਤੇ ਗਰੀਬਾਂ ਵਾਸਤੇ ਹੈ ਜਿਨ੍ਹਾਂ ਦਾ ਕੋਈ ਹੈ ਨਹੀਂ, ਕੋਈ ਸਹਾਰਾ ਨਹੀਂ। ਤੁਸੀਂ ਉਹਨਾਂ ਦੇ ਵਿੱਚੋਂ ਹਿੱਸੇ ਦੇ ਵਿੱਚੋਂ ਕਿਉਂ ਹੱਕ ਮਾਰਦੇ ਹੋ ਉਹਨਾਂ ਦਾ? ਪਹਿਲੀ ਗੱਲ ਤੇ ਹੈਗੀ, ਜਿਹੜੇ ਕਾਗਜ਼ ਜਦੋਂ ਸਬਮਿਟ ਕਰਦੇ ਆ, ਨਾਲ ਦਾ ਫੂਡ ਐਂਡ ਸਪਲਾਈ ਮਹਿਕਮਾ ਹੈਗਾ, ਉਹ ਵੇਖਦਾ ਹੈਗਾ ਕਿ ਨੀਲਾ ਕਾਰਡ ਦਾ ਧਾਰਕ ਹੈ, ਨੀਲਾ ਕਾਰਡ ਇਹਦੇ ਕੋਲ ਹੈਗਾ, ਇਹਦੀ ਇਨਕਮ ਕਿੰਨੀ, ਇਨਕਮ ਦਾ ਸਰਟੀਫਿਕੇਟ ਨਾਲ ਲੱਗਦਾ, ਆਧਾਰ ਕਾਰਡ ਲੱਗਦਾ, ਕਾਗਜ਼ ਜਿਹੜੇ ਆ ਉਹਨਾਂ ਦੀ ਵੈਰੀਫਾਈ ਹੁੰਦੀ ਆ। ਉਹ ਜਿਹੜੇ ਫੂਡ ਇੰਸਪੈਕਟਰ ਨੇ ਉਹ ਕੀ ਉਹਨਾਂ ਨੂੰ ਕਰਦੇ ਨਹੀਂ, ਉਹਦੀ ਵੈਰੀਫਾਈ ਨਹੀਂ ਕੀਤਾ ਕੁਝ ਵੀ। ਜਦੋਂ ਕਿ 3 ਲੱਖ ਦੇ ਕਰੀਬ ਤਾਂ ਇਹ ਜਿਹੜੇ ਆ ਕਾਗਜ਼ ਜਿਹੜੇ ਹੈਗੇ ਫੇਕ ਨਿਕਲ ਆਏ, ਔਰ ਉਹਨਾਂ ਨੂੰ ਰੱਦ ਕਰ ਦਿੱਤਾ ਹੁਣ। ਤੇ ਪਰ ਜਦੋਂ ਖਾ ਚੁੱਕੇ ਜਿੰਨਾ ਕੁਛ ਹੈਗਾ ਉਹਨਾਂ ਕੋਲ ਮੁਆਵਜ਼ਾ ਲੈਣਗੇ। ਉਹ ਕਿੰਨੇ ਸਾਲ ਖਾਂਦੇ ਰਹੇ ਆ। ਇਹ ਕਾਂਗਰਸ ਦੇ ਟਾਈਮ ਤੋਂ ਲੈ ਕੇ ਹੁਣ ਵੀ ਇਹਨਾਂ ਨੂੰ ਆ ਸਾਲ ਤੱਕ ਗਵਰਨਮੈਂਟ ਗਈ। ਲੋਕਾਂ ਨੂੰ ਵੀ ਸ਼ਰਮ ਆਣੀ ਚਾਹੀਦੀ ਹੈ ਭਾਈ, ਤੁਸੀਂ ਇਹ ਕਰਦੇ ਕੀ ਪਏ ਹੋ? ਜਦੋਂ ਤੁਸੀਂ ਰੱਜੇ ਪੁੱਜੇ ਕਰਾਂਦੇ ਹੋ, ਇਹ ਕਿਹੜੇ ਪਾਸੇ ਤੁਰ ਪਏ? ਸ਼ਗਨ ਸਕੀਮ ਵਿੱਚੋਂ ਵੀ ਪੈਸੇ ਖਾ ਜਾਂਦੇ ਆ। ਸਹੀ ਗੱਲ। ਪਰ ਇਹ ਗੱਲ ਹੈਗੀ, ਲੋਕਾਂ ਨੂੰ ਤਾਂ ਸ਼ਰਮ ਚਾਹੀਦੀ ਹੈ, ਪਰ ਜਿਹੜੇ ਤਨਖਾਹ ਲੈਂਦੇ ਨੇ ਬੈਠੇ ਕੁਰਸੀਆਂ ਤੇ, ਉਹ ਕੀ ਕਰਦੇ ਆ? ਇੱਕ ਕੇਸ ਮੰਨ ਲਓ ਹੋ ਗਿਆ ਗਲਤੀ ਨਾਲ, ਹੈ ਨਾ, ਓਵਰਸਾਈਟ ਹੋ ਗਿਆ, ਨਹੀਂ ਤੁਹਾਨੂੰ ਸਮਝ ਆਈ, ਪਤਾ ਨਹੀਂ ਲੱਗਿਆ, ਪੜ੍ਹ ਨਹੀਂ ਸਕੇ, ਕੰਪਿਊਟਰਾਈਜ਼ ਸਾਰਾ ਕੁਝ ਹੈਗਾ, ਆਨਲਾਈਨ ਪਤਾ ਹੈਗਾ, ਤੁਸੀਂ ਉਹਨੂੰ ਵੈਰੀਫਾਈ ਕਿਉਂ ਨਹੀਂ ਕਰਦੇ ਵੀ ਕਾਗਜ਼ ਕਿਹਨੇ ਇਸ਼ੂ ਕੀਤਾ ਹੈਗਾ? ਜਿਸ ਤਰ੍ਹਾਂ ਹੁਣ 700 ਮੁੰਡੇ ਦਾ ਉੱਥੇ ਕਾਗਜ਼ ਚਲੇ ਗਿਆ ਫੇਕ, ਨਾ ਐਮਬੈਸੀ ਨੇ ਵੇਖਿਆ ਤੇ ਨਾ ਕਿਸੇ ਦੂਸਰੇ ਜਿਹੜੇ ਵੈਰੀਫਾਈ ਕਰਨ ਵਾਲੇ ਉਹਨਾਂ ਨੇ ਵੇਖਿਆ, ਨਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਵੇਖਿਆ। ਜਦੋਂ ਬੱਚੇ ਲੈਂਡ ਕਰਦੇ ਏਅਰਪੋਰਟ 'ਤੇ ਉਹਨਾਂ ਨੂੰ ਪਤਾ ਨਹੀਂ ਲੱਗਾ। ਇਹੀ ਮਸਲਾ ਜਿਹੜਾ ਇੱਥੇ ਹੋ ਗਿਆ। ਇਹ ਪਤਾ ਹੈ ਹੁੰਦਾ ਕਿਸ ਤਰ੍ਹਾਂ? ਇਹ ਰਲ ਕੇ ਹੁੰਦਾ। ਇਹ ਬਕਾਇਦਾ ਤੌਰ 'ਤੇ ਇਹ ਕਹਿੰਦੇ ਵੀ ਓਵਰਸਾਈਡ ਨਹੀਂ ਹੁੰਦਾ, ਪੈਸਾ ਲੈ ਕੇ ਹੁੰਦਾ। ਬਕਾਇਦਾ ਤੌਰ 'ਤੇ ਕੁਰਸੀ 'ਤੇ ਬੈਠੇ ਜਦੋਂ ਫਾਈਲ ਤੋਰੀ, ਅੱਗੇ ਉਹਨਾਂ ਨੇ ਪੈਸਾ ਲਿਆ ਹੈਗਾ। ਝੂਠੇ ਉਹ ਪਬਲਿਕ ਵਾਲੇ ਵੀ ਹੈਗੇ ਜਿਨ੍ਹਾਂ ਨੇ ਗਲਤ ਕਾਗਜ਼ ਲਾ ਕੇ ਦਿੱਤੇ ਹੈਗੇ ਆ। ਹੁਣ ਉਹ ਗਰੀਬਾਂ ਦਾ ਖਾਣਾ ਖਾ ਗਿਆ, ਜੋ ਕੁਛ ਆਟਾ, ਦਾਲ, ਜੋ ਤੇਲ, ਜੋ ਕੁਛ ਆਇਆ ਵਾ ਉਹਨਾਂ ਲਈ ਆਉਣਾ ਸੀ, ਉਹਨਾਂ ਦੇ ਮੂੰਹ 'ਚੋਂ ਖਿੱਚ ਕੇ ਆਪਣੇ ਪਾਸੇ ਲੈ ਗਿਆ। ਜਿਸ ਤਰ੍ਹਾਂ ਇੱਕ ਵੀਡੀਓ ਵਿੱਚ ਆਇਆ ਸੀਗਾ, ਮਰਸਡੀ ਗੱਡੀ ਤੇ ਆ ਰਿਹਾ ਹੈਗਾ, ਉਹਦੇ ਵਿੱਚੋਂ ਆਟੇ ਦੀਆਂ ਬੋਰੀਆਂ ਲੱਦ ਰਿਹਾ ਹੈਗਾ। ਜਦੋਂ ਉਹਦੇ ਕਾਗਜ਼ ਵੇਖੇ ਗਏ ਆ, ਕਾਗਜ਼ ਉਹਦੇ ਆਪਣੇ ਹੀ ਹੈਗੇ ਆ। ਉਹ ਕਹਿੰਦਾ ਮੈਂ NRI ਆਟਾ ਲੈਣ ਲਈ ਜਾਂ ਦਾਲਾਂ ਲੈਣ ਲਈ ਇੱਥੇ ਆ ਗਿਆ। ਉਹਨੂੰ ਇਹ ਨਹੀਂ ਪਤਾ ਕਿ ਮੈਂ ਤਾਂ ਡਾਲਰ ਕਮਾਉਂਦਾਗਾ ਤੇ ਮੈਂ ਗਰੀਬਾਂ ਦਾ ਜਿਹੜਾ ਝੋਲਾ ਕਿਉਂ ਫੋਲ ਰਿਹਾ। ਇਸ ਤਰ੍ਹਾਂ ਦੇ ਲੋਕ ਹੈਗੇ ਆ ਪੰਜਾਬ ਵਿੱਚ ਹੀ ਆ। ਅਸੀਂ ਕਹਿੰਦੇ ਵੀ ਬਾਹਰਲੇ ਸੂਬਿਆਂ 'ਚ ਭੁੱਖਮਰੀ ਜ਼ਿਆਦਾ, ਪੰਜਾਬ ਵਿੱਚ ਖਾਂਦੇ ਪੀਂਦਿਆਂ ਭੁੱਖਮਰੀ ਬਹੁਤ ਜ਼ਿਆਦਾ ਹੈਗਾ। ਹੁਣ 2,86,000 ਦੇ ਕਰੀਬ ਜਿਹੜਾ ਇਸ ਵੇਲੇ ਕਾਰਡ ਰੱਦ ਕੀਤਾ ਹੈਗਾ। 2-4 ਕਾਰਡ ਮੰਨ ਲਿਆ, 10 ਕਾਰਡ ਮੰਨ ਲਿਆ, ਜੇ 2,86,000 ਹੈ ਓਵਰਆਲ ਪੰਜਾਬ ਦੇ ਵਿੱਚੋਂ ਫੜੇ ਗਏ। ਫੂਡ ਐਂਡ ਸਪਲਾਈ ਜਿਹੜੀ ਉਹ ਸੁੱਤੀ ਪਈ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਾਰਡ ਬਣ ਰਿਹਾ ਜਾਂ ਕੀ ਬਣ ਰਿਹਾ। ਜਾਂ ਤਾਂ ਜਨਰਲਾਈਜ਼ ਕਰ ਦਿਓ, ਜਿਸ ਤਰ੍ਹਾਂ ਬਿਜਲੀ ਦਾ ਕੀਤਾ ਹੈਗਾ, ਜਨਰਲ ਕਰ ਦਿੱਤਾ ਵੀ 600 ਯੂਨਿਟ ਸਾਰਿਆਂ ਲਈ ਹੈਗੇ। ਇਹਦੇ ਵਿੱਚ ਕੋਈ ਖਦਸ਼ਾ ਨਹੀਂ ਆਇਆ, ਕੋਈ ਕਾਗਜ਼ ਗਲਤ ਨਹੀਂ ਗਿਆ, ਨਾ ਕਾਗਜ਼ ਕਿਸੇ ਨੇ ਮੰਗਿਆ, ਨਾ ਕੁਝ ਹੋ ਗਿਆ। ਐਵਰੀਬਾਡੀ ਹੈ ਨਾ, ਇਹ ਦਾ ਸਹੂਲਤ ਦਾ ਜਿਹੜਾ ਮੌਕਾ ਲੈ ਰਿਹਾ। ਔਰ ਇਹ ਹੁਣ ਜੇ ਕਿਸੇ ਨੂੰ ਦਿੱਤੇ ਆ, ਨੀਲਾ ਕਾਰਡ ਦਿੱਤਾ, ਉਹਦੇ 'ਚ ਇਨਕਮ ਆ, ਉਹਦੇ 'ਚ ਕਈ ਚੀਜ਼ਾਂ ਜਿਹੜੀਆਂ ਇਨਵੋਲਵ ਹੁੰਦੀਆਂ। ਕਿਸੇ ਨੂੰ ਇੱਕ ਚੀਜ਼ ਦਾ ਵੀ ਨਹੀਂ ਪਤਾ ਲੱਗਾ ਵੀ ਕੀ ਕੁਛ ਹੋ ਰਿਹਾ। ਆ ਸੁਵਿਧਾ ਕੇਂਦਰ ਬੈਠੇ ਆ, ਇਹ ਕੀ ਕਰ ਰਹੇ ਉੱਥੇ? ਉਹਦੇ ਵਿੱਚ ਸਾਰਾ ਕੁਝ ਹੁੰਦਾ ਵਾ, ਆਧਾਰ ਕਾਰਡ ਬਣਦਾ, ਪਰ ਨਹੀਂ ਲਿਆ ਗਿਆ ਕੁਝ ਵੀ। ਸੋ ਵਾਕਈ ਇਹ ਗੱਲ ਨਾ ਬਹੁਤ ਚਿੰਤਾ ਵਾਲੀ ਆ ਆ ਕਿ ਇਹ ਨਾ ਇੱਕ ਤਾਂ ਐਡਮਿਨਿਸਟ੍ਰੇਸ਼ਨ ਦੀ ਕਾਬਲੀਅਤ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਆ ਲੋਕੀ ਜਿਹੜੇ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣਦੇ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਅਸੀਂ ਗੁਰੂ ਸਾਹਿਬ ਦੀ ਧਰਤੀ ਤੋਂ ਆ, ਤੇ ਗੁਰੂ ਸਾਹਿਬ ਨੇ ਇਹ ਕਦੋਂ ਸਮਝਾਇਆ ਕਿ ਤੁਸੀਂ ਦੂਜੇ ਦਾ ਹੱਕ ਖਾ ਜਾਓ, ਦੂਜੇ ਦਾ ਹੱਕ ਮਾਰ ਜਾਓ? ਇਹ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਹੈ। ਤੇ ਜਿਹੜੇ ਮਹਿਕਮੇ ਨੂੰ ਚਲਾਉਣ ਵਾਲੇ ਲੋਕ ਨੇ, ਇਹਨਾਂ ਦੀ ਕਾਬਲੀਅਤ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਲੱਗਦਾ ਪਿਆ। 2,86,000 ਕੋਈ ਘੱਟ ਗਿਣਤੀ ਨਹੀਂ ਹੈਗੀ ਕਿ ਤੁਸੀਂ ਅੱਗੇ ਤੋਂ ਆਪਣਾ ਸਿਸਟਮ ਠੀਕ ਕਰੋ। ਇੱਦਾਂ ਨਹੀਂ ਚੱਲਣਾ ਹੈਗਾ ਜ਼ਰੂਰ। ਸੋ ਹੁਣ ਅਸੀਂ ਆਖਰੀ ਮੁੱਦਾ ਲੈ ਰਹੇ ਹਾਂ ਜੀ, ਉਹ ਹੈ ਜੋ ਸਾਂਝਾ ਸਿਵਲ ਕੋਡ ਹੈ। ਔਰ ਕਨਸਟੀਟਿਊਸ਼ਨ ਦੇ ਮੁਤਾਬਿਕ ਤੇ ਧਰਮ ਨਿਰਪੱਖ ਦੇਸ਼ ਹੈ ਸਾਡਾ ਦੇਸ਼। ਹਰ ਬੰਦੇ ਨੂੰ ਆਪਣੀ ਆਜ਼ਾਦੀ ਹੈ, ਕਿਸੇ ਵੀ ਧਰਮ ਨੂੰ ਮੰਨੇ, ਕਿਸੇ ਵੀ ਤਰ੍ਹਾਂ ਦਾ ਪੂਜਾ ਪਾਠ, ਅਰਦਾਸ, ਇਬਾਦਤ, ਜੋ ਮਰਜ਼ੀ ਜਿੱਦਾਂ ਮਰਜ਼ੀ ਰੱਬ ਨੂੰ ਯਾਦ ਕਰੇ। ਇਹ ਉਹਦਾ ਨਿੱਜੀ ਮਾਮਲਾ ਹੈ, ਇਹਦੇ 'ਚ ਅਸੀਂ ਦਖਲ ਨਹੀਂ ਦੇਣਾ। ਪਰ ਹੁਣ ਜਿਹੜਾ ਸਾਂਝਾ ਸਿਵਲ ਕੋਡ ਹੈ, ਉਹਦੇ ਬਾਰੇ ਗੱਲਬਾਤ ਹੋ ਰਹੀ ਹੈ। ਔਰ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਕਿਹਾ
ਕਿ ਜਿਹੜੇ ਘੱਟ ਗਿਣਤੀ ਨੇ ਤੁਸੀਂ ਤਾਂ ਉਹਨਾਂ ਦੀ ਨਿਸ਼ਾਨੀ ਦੇ ਉੱਤੇ, ਉਹਨਾਂ ਦੀ ਪਹਿਚਾਣ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲਗਾਉਣ ਜਾ ਰਹੇ ਹੋ, ਇਹ ਕਿੱਦਾਂ ਚੱਲੂਗਾ? ਹਾਂ, ਇਹ ਸਾਂਝਾ ਸਿਵਲ ਕੋਡ ਜਿਹੜਾ ਹੈਗਾ ਇਹ ਇਹਨਾਂ ਨੇ ਪ੍ਰਚਲਿਤ ਕਰ ਲਈ। ਇਸ ਵੇਲੇ ਉੱਥੋਂ ਹੁਕਮ ਵੀ ਹੋ ਗਿਆ ਕੇਂਦਰ ਵੱਲੋਂ, ਔਰ ਉਹਦੇ ਵਿੱਚ ਪ੍ਰਧਾਨ ਮੰਤਰੀ 2 ਦਿਨ ਪਹਿਲਾਂ ਹੀ ਬੋਲ ਚੁੱਕੇ ਸੀਗੇ ਕਿ ਸਿਵਲ ਕੋਡ ਜਿਹੜਾ ਅਸੀਂ ਉਹ ਸ਼ੁਰੂ ਕਰ ਰਹੇ ਹਾਂ, ਪ੍ਰਚਲਿਤ ਕਰ ਰਹੇ ਹਾਂ। ਔਰ ਇਹਦੇ ਵਿੱਚ ਜਿਹੜੀਆਂ ਆਪ ਸਰਕਾਰ ਹੈਗਾ ਇਹਨਾਂ ਤੇ ਉਹਨਾਂ ਦੀ ਕਰ ਦਿੱਤੀ ਹਮਾਇਤ। ਔਰ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਜਿਹੜੇ ਵਿਰੋਧੀ ਨੇਤਾ ਨੇ ਉਹ ਉਲਟ ਬੋਲੇ। ਉਹਨਾਂ ਨੇ ਕਹਿਤਾ ਕਿ ਤੁਸੀਂ ਇਸ ਗੱਲ ਤੋਂ ਬਾਜ ਆ ਜਾਓ, ਇਹ ਸਾਰਿਆਂ ਲਈ ਬੜਾ ਧੋਖੇ ਵਾਲਾ ਔਰ ਬਹੁਤ ਲੋਕਾਂ ਲਈ ਨੁਕਸਾਨਦੇਹ ਕੋਡ ਹੈਗਾ। ਔਰ ਇਹਦੇ ਵਿੱਚ ਇਹਨਾਂ ਨੇ ਕਹਿਤਾ ਖਾਸ ਤੌਰ 'ਤੇ ਕਿ ਜਿਹੜੀ ਘੱਟ ਗਿਣਤੀਆਂ ਲਈ ਇਹ ਜਿਹੜਾ ਨੁਕਸਾਨਦੇਹ ਕਰੂਗਾ। ਔਰ ਨਾਲ ਲੱਗਦੇ ਜਿਹੜਾ ਅਕਾਲੀ ਦਲ ਦੇ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਦੇ ਨੇਤਾ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਆਪਣੀ ਮੀਟਿੰਗ ਬੁਲਾ ਕੇ ਫੌਰੀ ਤੌਰ 'ਤੇ ਇਸ ਦੇ ਬਾਰੇ ਚਰਚਾ ਕੀਤੀ, ਕਿਉਂਕਿ ਉਹ ਬੇਸਿਕਲੀ ਐਡਵੋਕੇਟ ਵੀ ਆ। ਉਹਨਾਂ ਕਿਹਾ ਕਿ ਲੀਗਲ ਤੌਰ 'ਤੇ ਇਹ ਜਿਹੜਾ ਮੁੱਦਾ ਅੱਗੇ ਆ ਗਿਆ ਵਾ ਇਹ ਸਾਰਿਆਂ ਲਈ ਨੁਕਸਾਨਦੇਹ ਹੋਊਗਾ, ਔਰ ਖਾਸ ਕਰਕੇ ਕਬਾਇਲੀ ਜਿਹੜੇ ਨੇ ਉਹਨਾਂ ਲਈ, ਔਰ ਜਿਹੜੇ ਘੱਟ ਗਿਣਤੀ ਦੇ ਲੋਕ ਉਹਨਾਂ ਲਈ। ਔਰ ਦਲਜੀਤ ਸਿੰਘ ਚੀਮਾ ਜਿਹੜੇ ਸਪੋਕਸਮੈਨ ਨੇ ਅਕਾਲੀ ਦਲ ਦੇ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜੇ ਇਹ ਸਾਡੀ ਸਰਕਾਰ ਜਿਹੜੀ ਮੌਜੂਦਾ ਇਹਨਾਂ ਨੇ ਜਦੋਂ ਹਮਾਇਤ ਕੀਤੀ, ਇਹਨਾਂ ਨੇ ਇਹ ਕਿਉਂ ਨਹੀਂ ਕੀਤਾ, ਲੋਕ ਰਾਏ ਕਿਉਂ ਨਹੀਂ ਲਈ, ਲੋਕਾਂ ਨੂੰ ਕਿਉਂ ਨਹੀਂ ਪੁੱਛਿਆ ਗਿਆ, ਆਪਣੇ ਆਪ ਹੀ ਡਿਸੀਜਨ ਲੈ ਕੇ ਬੈਠ ਗਿਆ। ਉਹਦੇ ਵਿੱਚ ਕੇਜਰੀਵਾਲ ਵੀ ਇਨਵੋਲਵ ਹੈਗਾ। ਜਦੋਂ ਕਹਿੰਦੇ ਕੇਂਦਰ ਨੂੰ ਰੋਕਣ ਲਈ ਅੱਗੇ ਤਾਂ ਅਸੀਂ ਜਿਹੜਾ ਆਰਡੀਨੈਂਸ ਨੂੰ ਰੋਕਣ ਦੇ ਰੌਲਾ ਪਾ ਰਹੇ ਹਾਂ, ਦੂਜੇ ਪਾਸੇ ਇਹ ਜਿਹੜਾ ਕੋਡ ਆ ਰਿਹਾ ਵਾ ਉਹਦੇ ਵਿੱਚ ਵੀ ਲੋਕਾਂ ਨੂੰ ਇਨਵੋਲਵ ਨਹੀਂ ਕੀਤਾ, ਲੋਕਾਂ ਦੀ ਰਾਏ ਨਹੀਂ ਪੁੱਛੀ। ਉਹ ਦਲਜੀਤ ਸਿੰਘ ਚੀਮਾ ਨੇ ਕਹਿਤਾ ਹੋ ਸਕਦਾ ਕਿ ਇਹਨਾਂ ਨੂੰ ਇਸ ਦੇ ਬਾਰੇ ਪੂਰਾ ਨੌਲੇਜ ਨਾ ਹੋਵੇ। ਆਪ ਨੇ ਕਹਿੰਦੇ ਉਹਦੇ 'ਚ ਹਮਾਇਤ ਕਰ ਦਿੱਤੀ, ਇਹਨਾਂ ਨੇ ਉਹਨੂੰ ਪੜ੍ਹਿਆ ਨਹੀਂ ਹੈਗਾ ਇਹਦੇ ਵਿੱਚ ਕੀ ਹੈਗਾ, ਘੱਟ ਗਿਣਤੀਆਂ ਨੂੰ ਕੀ ਨੁਕਸਾਨ ਹੋਣਾ, ਆਮ ਲੋਕਾਂ ਨੂੰ ਕੀ ਨੁਕਸਾਨ ਹੋਣਾ। ਔਰ ਇਹਦੇ ਵਿੱਚ ਇਹਨਾਂ ਨੇ ਕੀਤਾ ਜਿਹੜੀ ਮੈਰਿਜਸ ਨੇ, ਵਿਆਹ ਹੋ ਰਹੇ ਆ, ਤਲਾਕ ਹੋ ਰਹੇ ਆ, ਜਿਹਦੇ ਵਿੱਚ ਲੋਕਾਂ ਦੀਆਂ ਲੜਾਈਆਂ ਹੋ ਰਹੀਆਂ ਜਾਂ ਉਹਦੇ ਵਿੱਚ ਕੀ ਧਾਰਾ ਲੱਗ ਰਹੀਆਂ, ਇਹ ਸਾਰੀਆਂ ਉਹਦੇ 'ਚ ਇਨਵੋਲਵ ਹੋਣਗੀਆਂ। ਵਿਆਹਾਂ ਦੇ ਵਿੱਚ ਵੀ ਕਹਿੰਦੇ ਵਿਆਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਹੈਗੇ ਆ, ਜਿਹਦੇ ਵਿੱਚ ਆਨੰਦ ਕਾਰਜ ਸਿੱਖਾਂ ਦੇ ਵਿੱਚ ਹੈਗਾ, ਜਿਹੜੇ ਹਿੰਦੂਆਂ ਵਿੱਚ ਆਪਣਾ ਜਿਹੜੇ ਵਿਆਹ ਦੀਆਂ ਅਕੀਦੇ ਨੇ, ਵਿਆਹ ਦੇ ਪ੍ਰਚਲਿਤ ਜਿਹੜੀਆਂ ਪਰੰਪਰਾਵਾਂ ਨੇ, ਔਰ ਉਹਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਕਿਸ ਤਰ੍ਹਾਂ ਆ ਜਾਣਗੇ, ਇੱਕ ਤਰੀਕੇ ਨਾਲ ਕਿੱਦਾਂ ਆ ਜਾਣਗੇ। ਉਹ ਕਹਿੰਦੇ ਇਹਦੇ ਵਿੱਚ ਇਹਨੂੰ ਨਾ ਤਾਂ ਪੜ੍ਹਿਆ ਇਹਨਾਂ ਨੇ ਆਪ ਸਰਕਾਰ ਨੇ, ਨਾ ਇਹਨਾਂ ਨੂੰ ਕੋਈ ਪਤਾ ਲੱਗਾ, ਤੇ ਇਹਨਾਂ ਨੇ ਆ ਕੇ ਆਪਣੇ ਗਲ 'ਚ ਮਰਿਆ ਸੱਪ ਪਾ ਲਿਆ। ਇਹ ਬੋਲਿਆ ਅਕਾਲੀ ਦਲ ਦੇ ਸਪੋਕਸਮੈਨ ਧਾਮੀ ਸਾਹਿਬ। ਤਾਂ ਤੁਹਾਨੂੰ ਦੱਸਿਆ ਵੀ ਉਹ ਕਾਨੂੰਨੀ ਤੌਰ ਤੇ ਪਤਾ ਹੈ ਉਹਨਾਂ ਨੂੰ ਸਾਰਾ ਕੁਝ, ਔਰ ਕਾਂਗਰਸ ਵੀ ਇਹਦੇ ਉਲਟ ਹੋ ਗਈ ਹੈ। ਖਾਸ ਤੌਰ 'ਤੇ ਇਹਦੀ ਨੁਕਤਾਚੀਨੀ ਬਹੁਤ ਕੋਡ ਦੀ ਹੋਈ ਆ। ਇਹ ਸਾਰਾ UCC ਇਹਨੂੰ ਕਹਿੰਦੇ ਆ, ਜਿਹੜਾ ਉਸ ਕੋਡ ਨੂੰ ਜਿਹੜਾ ਪੂਰੇ ਇੰਡੀਆ ਵਿੱਚ ਲਾਗੂ ਕਰਨ ਤੋਂ ਪਹਿਲੋਂ ਅਸਾਮ ਵਿੱਚ ਵੀ ਬਗਾਵਤ ਹੋਈ, ਲੋਕਾਂ ਨੇ ਰੌਲਾ ਪਾਇਆ ਹੈਗਾ, ਗੁਹਾਟੀ ਦੇ ਆਲੇ ਦੁਆਲੇ ਵੀ ਹੋਇਆ, ਔਰ ਮੇਘਾਲਿਆ ਵਿੱਚ ਵੀ ਜਿਹੜੇ ਲੋਕਾਂ ਨੇ ਇਹਦੇ ਵਿਰੁੱਧ ਪ੍ਰਚਾਰ ਕੀਤਾ। ਹੁਣ ਦੇਖੋ ਅੱਗੇ ਕੀ ਹੁੰਦਾ। ਇਹਦੇ ਵਿੱਚ ਬਹੁਤ ਲੋਕ ਕਹਿੰਦੇ ਨੇ ਕਿ ਸਿਰਫ ਫਿਰ ਉਹੀ ਇਲੈਕਸ਼ਨ ਦਾ ਚੱਕਰ ਆ ਜਾਂਦਾ। ਇਲੈਕਸ਼ਨ ਕਰਕੇ ਵੀ ਹੋ ਰਿਹਾ ਕਿ ਲੋਕਾਂ ਨੂੰ ਤੋੜਿਆ ਜਾਵੇ, ਲੜਾਈਆਂ ਕਰਾਈਆਂ ਜਾਣ, ਭੱਜ ਦੌੜ ਪਾਈ ਜਾਵੇ, ਸੂਬਿਆਂ 'ਚ ਹਲਚਲ ਪਾਈ ਜਾਵੇ, ਮੁੜ ਕੇ ਉਹਦੋਂ ਬਾਅਦ ਸ਼ਾਂਤੀ ਕਰਾਈ ਜਾਵੇ ਤੇ ਵੋਟਾਂ ਦਾ ਫਿਰ ਬੈਂਕ ਆਪਣੇ ਕੋਲ ਰੱਖਿਆ ਜਾਵੇ। ਬਹੁਤ ਲੋਕਾਂ ਦਾ, ਸੂਝਵਾਨਾਂ ਦਾ ਇਹ ਖਿਆਲ ਹੈਗਾ ਜੀ। ਇਹ ਵਾਕਈ ਇੱਕ ਕਾਬਿਲ ਗੌਰ ਮਸਲਾ ਹੈ ਕਿ ਇਹ ਧਰਮ ਦੀ ਆਜ਼ਾਦੀ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਲੱਗਣ ਜਾ ਰਿਹਾ ਹੈ, ਜੋ ਕਿ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਦੇ ਵਿੱਚ ਸੰਵਿਧਾਨ ਦੇ ਮੁਤਾਬਿਕ ਇਹ ਚੀਜ਼ ਸਹੀ ਨਹੀਂ ਹੈ। ਲੋਕਾਂ ਦੀ ਇਹੀ ਮਨਸ਼ਾ ਹੈ। ਸੰਵਿਧਾਨ ਦੀ ਧਾਰਾ 44 ਦੇ ਵਿੱਚ ਹੈ ਨਾ, ਅੰਕਿਤ ਹੈਗਾ, ਬਿਲਕੁਲ ਅੰਕਿਤ ਹੈਗਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਬਣਦੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਜੀ, ਚਲਿਏ ਬਿਲਕੁਲ ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ।